ਜਿਹੜਾ ਇੰਜੈਕਸ਼ਨ ਸਿਰਫ ਜਿਹੜਾ ਆ ਤੁਹਾਡੇ ਲੰਗਸ ਕਲੀਅਰ ਕਰਦਾ ਥੋੜੇ ਟਾਈਮ ਲਈ 23,500 ਦਾ ਪ੍ਰਿੰਟ ਰੇਟ ਹੈ। ਮੈਨੂੰ ਅੱਜ ਪਤਾ ਲੱਗਿਆ, ਮੈਂ ਤੱਥਾਂ ਤੋਂ ਦੱਸ ਰਿਹਾ, ਚਲੋ ਮੈਂ ਤੁਹਾਨੂੰ ਦੱਸ, ਬਲੈਕ ਦੇ ਵਿੱਚ 7,35,000 ਦਾ ਅੱਜ ਵਿਕ ਗਿਆ। ਜਦੋਂ ਬੰਗਾਲ 'ਚ ਨਰਿੰਦਰ ਮੋਦੀ ਜੋ ਹੈ ਲੋਕਾਂ ਨੂੰ ਸੰਬੋਧਨ ਕਰਦੇ ਆ ਉਦੋਂ ਉਹਨਾਂ ਦੇ ਮੂੰਹ ਤੇ ਮਾਸਕ ਨਹੀਂ ਦਿਖਦਾ, ਜਦੋਂ ਵੀਡੀਓ ਕਾਨਫਰੰਸਿੰਗ ਹੋ ਰਹੀ ਹੈ ਉਦੋਂ ਮਾਸਕ ਦਿਖ ਜਾਂਦਾ। ਕੀ ਗੱਲ, ਲੋਕਾਂ ਦੀ ਜੋ ਉਹਨਾਂ ਨੂੰ ਜਾਣ ਦੀ ਪਰਵਾਹ ਨਹੀਂ? ਜਿੱਥੇ ਤੱਕ ਚੁਣਾਵਾਂ ਦੀ ਗੱਲ ਹੈ, ਤੁਸੀਂ ਬੰਗਾਲ ਦੀ ਗੱਲ ਕੀਤੀ ਹੈ, ਦੇਖੋ ਇਲੈਕਸ਼ਨ ਜਿਹੜਾ ਕਰਵਾਉਣਾ ਹੈ ਉਹ ਇਲੈਕਸ਼ਨ ਕਮਿਸ਼ਨ ਨੇ ਦੇਖਣਾ। ਜੇ ਇਲੈਕਸ਼ਨ ਕਮਿਸ਼ਨ ਨੇ ਚੁਣਾਵ ਡਿਕਲੇਅਰ ਕਰਤੇ ਤਾਂ ਪਾਰਟੀਆਂ ਮੈਦਾਨ 'ਚ ਆਉਣਗੀਆਂ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਇਲੈਕਸ਼ਨ ਪ੍ਰੋਸੈਸ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ, ਅਸੀਂ ਮੰਨਿਆ ਨਾ, ਅਸੀਂ ਵੈਲਕਮ ਕੀਤਾ, ਕਿਉਂ? ਅਸੀਂ ਪਹਿਲਾਂ ਜ਼ਿੰਦਗੀਆਂ ਬਚਾਉਣੀਆਂ ਜ਼ਰੂਰੀ ਸੀਗੀਆਂ। ਹੁਣ 3 ਤਰੀਕ ਤੱਕ ਬੰਗਾਲ ਇਲੈਕਸ਼ਨ ਹੈ, 3 ਤਰੀਕ ਤੋਂ ਬਾਅਦ ਦੇਖਣਾ ਕਿੱਦਾਂ ਦੇਸ਼ ਲੋਕਡਾਊਨ ਕਰ ਦੇਣਾ। ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਨਾਰਾ ਦੇ ਰਹੇ ਨੇ ਕਿ ਕਰੋਨਾ ਖਤਮ ਕਰਨਾ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ 2 ਮਈ ਦੀ ਗਈ। ਸਾਡਾ ਦੇਸ਼ 135 ਕਰੋੜ ਦੀ ਜਨਸੰਖਿਆ ਦਾ ਦੇਸ਼ ਹੈ। ਅਮਰੀਕਾ ਵਰਗਾ ਜਿੱਥੇ ਸਿਰਫ 35 ਕਰੋੜ ਦੀ ਆਬਾਦੀ ਹੈ, ਉੱਥੇ 10 ਲੱਖ ਦੇ ਮਗਰ 17-1800 ਡੈਥ ਹੋਈਆਂ। ਸਾਡੇ ਕਿੰਨੀਆਂ ਹੋਈਆਂ? 100 ਕੁਛ ਕੁ ਹੋਈਆਂ। भारत की दूसरी कोरोना लहर में लड़खड़ाते मोदी। आलो जी, दी ऑस्ट्रेलियन भीड़ पसंद प्रधानमंत्री जहां गद है वही जनता का गला घुट रहा है। 365 ਦਿਨਾਂ ਦੇ ਵਿੱਚ ਕੀ ਕੀਤੇ, ਕਿਹੜੇ ਇੰਤਜ਼ਾਮਾਤ ਕੀਤੇ ਨੇ? ਬਿਲਕੁਲ ਅਸੀਂ ਉਹਦੇ ਵਿੱਚ ਲੋਕਾਂ ਨੂੰ ਬਿਲਕੁਲ ਇਹਦੇ ਵਿੱਚ ਸਾਰਾ ਸਿਖਾਇਆ ਗਿਆ ਕਿ ਕਿੱਦਾਂ ਇਸ ਦੇ ਵਿੱਚ ਰਹਿਣਾ ਹੈ, ਕਿੱਦਾਂ ਚੱਲਣਾ ਹੈ। ਲੋਕਾਂ ਨੂੰ ਆਉਂਦਾ ਹੈ, ਲੋਕਾਂ ਨੂੰ ਪਤਾ ਉਹਨਾਂ ਦੀ ਜ਼ਿੰਦਗੀ ਦੀ ਕੀਮਤ ਹੈ। ਲੋਕਾਂ ਨੂੰ ਮਾਸਕ ਚੱਕ ਕੇ ਕੰਨਾਂ ਦੇ ਪਿੱਛੇ ਕਰਕੇ ਮਾਸਕ ਲਾਉਣਾ ਆਉਂਦਾ ਹੈ, ਲੋਕਾਂ ਨੂੰ ਦੂਰੀ ਬਣਾ ਕੇ ਰੱਖਣੀ ਆਉਂਦੀ ਹੈ, ਲੋਕਾਂ ਨੂੰ ਸੈਨੀਟਾਈਜ਼ਰ ਯੂਜ਼ ਕਰਨੇ ਆਉਂਦੇ ਨੇ। ਬਚਾਉਣ ਵਾਸਤੇ ਕੀ ਕੀਤਾ? ਹਸਪਤਾਲਾਂ ਦੇ ਕੀ ਹਾਲਾਤ? ਹਸਪਤਾਲਾਂ ਦੇ ਬਿਲਕੁਲ ਇਸ ਵੇਲੇ ਜਿਹੜੇ ਕਿਸੇ ਵੀ ਹਸਪਤਾਲ 'ਚ ਕਿਸੇ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਔਰ ਬਿਲਕੁਲ ਠੀਕ ਚੱਲ ਰਿਹਾ ਸਾਰਾ ਕੁਝ, ਸਾਰਾ ਸਿਸਟਮ। ਜਾ ਕੇ ਤਾਂ ਦੇਖੋ ਤੁਸੀਂ, ਇੱਕ ਇਦਾਂ ਕਰਦਾ, ਮੈਂ ਚੈਲੰਜ ਕਰਦਾ ਇਹਨਾਂ ਨੂੰ, ਇੱਕ ਵੈਂਟੀਲੇਟਰ ਦਾ ਬੈੱਡ ਪੈਦਾ ਕਰਕੇ ਦਿਖਾ ਦੇ ਪੰਜਾਬ ਸਰਕਾਰ। ਅੱਜ ਸੀਐਮ ਸਾਹਿਬ ਫੋਨ ਕਰਨਗੇ, ਮੰਤਰੀ ਸਾਹਿਬ ਫੋਨ ਕਰਨਗੇ, ਇਹ ਫੋਨ ਕਰਨਗੇ ਨਹੀਂ ਮਿਲੇਗਾ ਬੈੱਡ। ਜੇ ਕੋਈ ਗਰੀਬ ਬੰਦਾ ਜਿਹਨੇ ਮਾਸਕ ਨਹੀਂ ਲਾਇਆ, ਠੀਕ ਹੈ ਨਾ, ਉਹਦਾ ਤਾਂ ਇਹਨਾਂ ਨੇ ਚਲਾਨ ਕਰਤਾ, 1000 ਰੁਪਏ ਦਾ ਕਰਤਾ, ਉਹਨੂੰ ਕੁੱਟਿਆ ਮਾਰਿਆ, ਉਹਨੂੰ ਅਹਿਸਾਸ ਕਰਾਇਆ ਕਿ ਤੂੰ ਜ਼ਿੰਮੇਵਾਰੀ ਤੋਂ ਭੱਜ ਰਿਹਾ। ਮੈਂ ਉਸ ਚੀਜ਼ ਦਾ ਵਿਰੋਧ ਨਹੀਂ ਕਰਦਾ, ਪਰ ਜਿਹੜੀਆਂ ਸਰਕਾਰਾਂ ਜ਼ਿੰਮੇਵਾਰੀ ਤੋਂ ਭੱਜੀਆਂ ਉਹਦਾ ਹਿਸਾਬ ਕੌਣ ਲਊਗਾ? ਇਹ ਸਾਰੀਆਂ ਸਿਰਫ ਤੇ ਸਿਰਫ ਹਿੰਦੁਸਤਾਨ ਦੇ ਅੰਦਰ ਇਹ ਜਿਹੜੀ ਸਥਿਤੀ ਹੈ ਉਹ ਸਥਿਤੀ ਨੂੰ ਖਰਾਬ ਕਰਨ ਵਾਸਤੇ ਉਹ ਇਹਨਾਂ ਨੂੰ ਜਿਹੜੀ ਇਹ ਸੈਕਿੰਡ ਜਿਹੜਾ ਕੋਵਿਡ ਦਾ ਜਿਹੜਾ ਅਟੈਕ ਹੋਇਆ, ਇਹਨਾਂ ਵਾਸਤੇ ਵੀ ਇਹ ਵੀ ਖੁਸ਼ੀ ਦਾ ਮਾਹੌਲ ਹੈ ਵੀ ਸਾਨੂੰ ਬਦਨਾਮ ਕਰਨ ਦਾ, ਮੋਦੀ ਨੂੰ ਬਦਨਾਮ ਕਰਨ ਦਾ ਇੱਕ ਮੌਕਾ ਮਿਲ ਗਿਆ। ਕੀ ਸਰਕਾਰ ਕੋਲ 18 ਐਂਬੂਲੈਂਸ ਹੈਗੀਆਂ ਨੇ ਕਿ ਨਹੀਂ ਹੈਗੀਆਂ? ਪਹਿਲਾਂ ਇਹਦਾ ਜਵਾਬ ਦਿਓ। ਦੇਖੋ ਮੈਂ ਤੁਹਾਨੂੰ ਇਹ ਕੱਲ ਦੀ ਖਬਰ ਹੈ, ਲੁਧਿਆਣੇ ਦੀ ਖਬਰ ਹੈ। ਮੈਂ ਤੁਹਾਨੂੰ ਜਿਹੜੀ ਇਹ ਗੱਲ ਕਰ, ਇਹ ਜਿਹੜਾ ਸਵਾਲ ਹੈ, ਮੈਂ ਇੱਕ ਪੋਲੀਟੀਸ਼ੀਅਨ ਆ, ਇਹ ਜਿਹੜਾ ਸਵਾਲ ਹੈ ਇਹਦਾ ਜਵਾਬ ਤੇ ਸਿਵਲ ਸਰਜਨ ਦੇ ਸਕਦੇ ਆ। ਪਰ ਤੁਸੀਂ ਇੱਥੇ ਜਵਾਬ ਦੇ ਨਹੀਂ ਆਏ ਹੋ। ਪਰ ਸਵਾਲ ਜਿਹੜਾ ਇਹ ਸਿਵਲ ਸਰਜਨ ਦਾ ਵੀ ਉਹਨੇ ਐਂਬੂਲੈਂਸ ਕਿਉਂ ਨਹੀਂ ਦਿੱਤੀ। ਜੇ ਮੈਂ ਸਿਵਲ ਸਰਜਨ ਆ ਤੇ ਮੈਨੂੰ ਸਵਾਲ ਪੁੱਛੋ। ਅੱਛਾ ਜੀ, ਇਹਦਾ ਜਵਾਬ ਦੇਣਗੇ। ਬੜੀ ਜਵਾਬ ਹੈ ਵੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਨਾ 108 ਇੱਕ ਸ਼ੁਰੂ ਕੀਤੀ ਸੀ ਐਂਬੂਲੈਂਸ ਸੇਵਾ, ਉਹਦੇ ਵਿੱਚ 95% ਗੱਡੀਆਂ ਬੰਦ ਪਈਆਂ ਸਾਈਡ ਤੇ, ਠੀਕ ਕਰਾਉਣ ਦੇ ਪੈਸੇ ਨਹੀਂ ਹੈ ਇਹਨਾਂ ਕੋਲੋਂ। ਕਾਂਗਰਸ ਪਾਰਟੀ ਨੇ 70 ਸਾਲ ਦੇ ਵਿੱਚ ਜਿੰਨਾ ਪਬਲਿਕ ਸੈਕਟਰ ਬਣਾਇਆ ਉਹਨੂੰ ਸਾਰੇ ਨੂੰ ਵੇਚਣੇ ਲਾਤਾ। 에ਅਰ ਇੰਡੀਆ ਵੇਚਣੇ ਲਾਤੀ, 에ਅਰਪੋਰਟ ਸਾਰੇ ਵੇਚਤੇ, ਉਦੋਂ ਬਾਅਦ ਅਸੀਂ ਰੇਲਵੇ ਵੇਚਣ ਲਾਤੀ। ਕੀ ਕਰਨਾ ਕੀ ਚਾਹੁੰਦੇ ਆ ਅਸੀਂ? ਪ੍ਰਾਊਡ ਫੀਲ ਕਰ ਰਿਹਾ ਕਿ ਬਾਕੀ ਦੇਸ਼ ਜਿਹੜੇ ਹੈਗੇ ਨੇ ਨਾ ਉਹ ਸਾਡੀ ਮਦਦ ਕਰ ਰਹੇ ਨੇ। ਉਹ ਮਦਦ ਕਿਉਂ ਕਰ ਰਹੇ ਨੇ? ਕਿਉਂਕਿ ਜਿਹੜੀਆਂ ਵੀਡੀਓਜ਼ ਨੇ, ਜਿਹੜੇ ਸਾਡੇ ਪੰਜਾਬ ਦੇ ਹਾਲਾਤ ਨੇ, ਉਹਨਾਂ ਦਾ ਦ੍ਰਿਸ਼ ਬਾਹਰ ਦਿਖਾਇਆ ਜਾ ਰਿਹਾ ਕਿ ਕਿੱਦਾਂ ਲਾਸ਼ਾਂ ਦਾ ਜਾਲ ਵਿਛ ਗਿਆ ਇੱਥੇ, ਲੋਕਾਂ ਨੂੰ ਸੰਸਕਾਰ ਦੀ ਜਗ੍ਹਾ ਨਹੀਂ ਮਿਲ ਰਹੀ ਸ਼ਮਸ਼ਾਨ ਘਾਟ 'ਚ। ਤੇ ਜਦੋਂ ਬਾਹਰਲੇ ਲੋਕ ਇਹ ਸਾਰੇ ਦ੍ਰਿਸ਼ ਦੇਖ ਰਹੇ ਨਾ, ਹਾਲਾਤ ਦੇਖ ਰਹੇ ਆਪਣੇ ਸਾਡੇ ਦੇਸ਼ ਦਾ, ਇੰਡੀਆ ਦਾ, ਤੇ ਉਹ ਆਪਣੀ ਸਰਕਾਰਾਂ ਨੂੰ ਫੋਰਸ ਕਰ ਰਿਹਾ ਕਿ ਕਿਰਪਾ ਕਰਕੇ ਮਦਦ ਕਰੋ। ਇਹ ਸਾਡੀ ਸਰਕਾਰ ਦੀ ਮਿਸਮੈਨੇਜਮੈਂਟ ਹੈ ਜਿਹਦੇ ਕਰਕੇ ਬਾਹਰਲੇ ਦੇਸ਼ਾਂ ਨੇ ਕਦਮ ਚੱਕਿਆ ਕਿ ਇੰਡੀਆ ਨੂੰ ਬਚਾਇਆ ਜਾਵੇ ਇਸ ਮਹਾਮਾਰੀ ਤੋਂ। ਅੱਜ ਇਹ ਕਹਿੰਦੇ ਵੀ ਰਾਸ਼ਨ ਦੇਤਾ। ਮੈਂ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਨੂੰ, ਕਾਂਗਰਸ ਵਾਲੇ ਵੀ ਖੜੇ ਆ, ਬੀਜੇਪੀ ਵਾਲੇ ਖੜੇ, ਕੀ ਤੁਸੀਂ ਰਾਸ਼ਨ ਦੇ ਕੇ ਸਾਡੇ ਤੇ ਆਸਾਨ ਕਰਤਾ? ਸਾਰੀ ਉਮਰ ਇੱਕ ਵਪਾਰੀ ਤੁਹਾਨੂੰ ਟੈਕਸ ਦੇ ਰਿਹਾ, ਤੁਸੀਂ ਉਹਨਾਂ ਨੂੰ ਦਿੱਤਾ ਕੀ? ਦਿੱਤਾ ਅੱਜ 5 ਵਜੇ ਲੋਕਡਾਊਨ। ਮੈਂ ਪੁੱਛਣਾ ਚਾਹੁੰਦਾ 5 ਵਜੇ ਕਰੋਨਾ ਵਾਪਸ ਆ ਜਾਂਦਾ? ਸਰਦਾਰ ਪਟੇਲ ਜੀ ਦੀ ਆਈਡੀਓਲੋਜੀ ਕੀ ਸੀ ਕਿ ਗਰੀਬ ਨੂੰ ਰੋਟੀ ਮਿਲਣੀ ਚਾਹੀਦੀ ਆ, ਗਰੀਬ ਨੂੰ ਛੱਤ ਮਿਲਣੀ। ਉਹ ਤਾਂ ਗਰੀਬਾਂ ਦੀ ਗੱਲ ਕਰਦੇ ਸੀ। ਅੱਜ ਤਾਂ ਤੁਸੀਂ ਗਰੀਬ ਦੇ ਹੱਥੋਂ ਰੋਟੀ ਖੋ ਕੇ ਬੁੱਤ ਬਣਾਈ ਜਾਂਦੇ ਹੋ। ਇੱਕ ਬੰਦੇ ਨੇ ਨਾ ਇੱਕ ਬਿਆਨ ਦੇਤਾ ਕਿ ਇੱਥੇ ਸਿਵਲ ਹਸਪਤਾਲ 'ਚ ਵੈਂਟੀਲੇਟਰ ਨਹੀਂ ਹੈ, ਉੱਤੇ ਦੇਸ਼ ਦਰੋਹ ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਸਾਡੇ ਦੇਸ਼ ਨੇ 9000 ਮੈਟ੍ਰਿਕ ਟਨ ਆਕਸੀਜਨ ਐਕਸਪੋਰਟ ਕਰਤੀ। ਸਭ ਤੋਂ ਵੱਧ ਪ੍ਰੋਡਕਸ਼ਨ ਹੈ ਸਾਡੇ ਦੇਸ਼ ਆਕਸੀਜਨ ਦੀ, ਤੇ ਉਸੇ ਦੇਸ਼ ਲੋਕ ਮਰ ਰਹੇ ਨੇ ਆਕਸੀਜਨ ਦੀ ਕਮੀ। ਇਸ ਤੋਂ ਵੱਧ ਨਲਾਇਕੀ ਕੀ ਹੋ ਸਕਦੀ ਹੈ ਸਰਕਾਰ ਦੀ? ਬੰਗਾਲ ਦੀਆਂ ਰੈਲੀਆਂ ਬੰਦ ਹੋਈਆਂ
ਕਹਿੰਦੇ 50% ਦਾ ਵਾਧਾ ਹੋ ਗਿਆ ਕਰੋਨਾ ਦਾ ਉੱਥੇ ਮਹਾਮਾਰੀ ਦਾ। ਉਹਦਾ ਜ਼ਿੰਮੇਵਾਰ ਕੌਣ ਹੈ? ਇਹ ਬੇਈਮਾਨ ਸਰਕਾਰਾਂ, ਬੇਈਮਾਨ ਸਿਆਸਤਦਾਨ ਜਿਨ੍ਹਾਂ ਨੂੰ ਸਿਰਫ ਕੁਰਸੀ ਪਿਆਰੀ ਹੈ, ਲੋਕਾਂ ਦੀ ਜਾਨ ਨਹੀਂ ਪਿਆਰੀ। ਸਰਕਾਰ ਦਾ ਕੰਮ ਕੀ ਹੁੰਦਾ? ਸਾਨੂੰ ਸਾਡਾ ਇਮਿਊਨ ਸਿਸਟਮ ਮੈਂਟਲੀ ਵੀ ਸਟਰੋਂਗ ਕਰਨਾ, ਸਾਨੂੰ ਮੈਂਟਲੀ ਸਟਰੋਂਗ ਕਰਨਾ, ਪਰ ਸਾਡੀਆਂ ਸਰਕਾਰਾਂ ਨੇ ਸਾਨੂੰ ਮੈਂਟਲੀ ਵੀ ਵੀਕ ਕਰਤਾ। ਗੱਡੀ ਖਰੀਦਿਆ ਤਾਂ ਰੋਡ ਟੈਕਸ ਭਰਦੇ ਆ, ਗੱਡੀ ਚਲਾਉਂਦੇ ਆ ਤਾਂ ਟੋਲ ਟੈਕਸ ਭਰਦੇ ਆ, ਕੱਪੜੇ ਲੀੜੇ ਖਰੀਦਿਆ ਤਾਂ ਟੈਕਸ ਭਰਦੇ ਆ, ਬਾਹਰ ਰੋਟੀ ਖਾਂਦੇ ਆ ਤਾਂ ਟੈਕਸ ਭਰਦੇ ਆ, ਹਰ ਚੀਜ਼ ਤੇ ਪੈਟਰੋਲ ਡੀਜ਼ਲ ਪਾਉਂਦੇ ਆ ਤਾਂ ਟੈਕਸ ਭਰਦੇ ਆ, ਬਿਜਲੀ ਦਾ ਬਿੱਲ ਭਰਦੇ ਆ ਤਾਂ ਟੈਕਸ ਭਰਦੇ ਆ, ਸੀਵਰੇਜ ਦਾ ਬਿੱਲ ਭਰਦੇ ਆ ਤਾਂ ਟੈਕਸ ਭਰਦੇ ਆ। ਉਹਦੇ ਬਦਲੇ ਸਾਨੂੰ ਕੀ ਮਿਲਿਆ? ਅੱਜ ਸਾਹ ਲੈਣ ਨੂੰ ਵੀ ਨਹੀਂ ਮਿਲ ਰਹੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਮਨ ਜੇਟਲੀ। ਭਾਰਤ ਦੇ ਵਿੱਚ ਇਸ ਵੇਲੇ ਕਰੋਨਾ ਦੀ ਦੂਜੀ ਸਟ੍ਰੇਨ ਹੈ। ਇਹ ਉਹ ਸਟ੍ਰੇਨ ਹੈ ਜਿਸ ਦਾ ਜ਼ਿਕਰ ਪਿਛਲੇ 365 ਦਿਨਾਂ ਤੋਂ ਹੋ ਰਿਹਾ ਹੈ। ਜਦੋਂ ਪਹਿਲੀ ਸਟ੍ਰੇਨ ਸੀ ਉਦੋਂ ਜ਼ਿਕਰ ਹੋਇਆ ਸੀ ਕਿ ਦੂਜੀ ਸਟ੍ਰੇਨ ਆਏਗੀ। ਦੂਜੀ ਸਟ੍ਰੇਨ ਦੇ ਨਾਲ ਜੋ ਹਾਲਾਤ ਬਣੇ ਹੋਏ ਨੇ, ਇਲਜ਼ਾਮ ਲੱਗੇ ਨੇ ਕਿ ਸਰਕਾਰਾਂ ਪਹਿਲਾਂ ਅਰਥ ਵਿਵਸਥਾ ਦੇ ਆંકੜੇ ਛੁਪਾ ਰਹੀ ਸੀ, ਹੁਣ ਮੌਤਾਂ ਦੇ ਆંકੜੇ। ਲੁਧਿਆਣਾ ਸ਼ਹਿਰ ਦੀ ਇੱਕ ਵੱਡੀ ਅਖਬਾਰ ਦੇ ਵਿੱਚ ਜੋ ਅੱਜ ਰਿਪੋਰਟ ਲੱਗੀ ਹੈ ਕਿ ਮੀਡੀਆ ਬੁਲੇਟਿਨ ਦੇ ਵਿੱਚ ਕਿਹਾ ਗਿਆ ਹੈ ਕਿ 24 ਮੌਤਾਂ ਹੋਈਆਂ ਨੇ, ਜਦਕਿ ਲੁਧਿਆਣਾ ਸ਼ਹਿਰ ਦੇ ਸ਼ਮਸ਼ਾਨ ਘਾਟਾਂ ਤੋਂ ਜਦੋਂ ਆંકੜਾ ਇਕੱਠਾ ਕੀਤਾ ਗਿਆ ਤਾਂ 59 ਮੌਤਾਂ ਦਾ ਖੁਲਾਸਾ ਜਿਹੜਾ ਹੋਇਆ। ਤੇ ਇਹ ਆંકੜੇ ਕਿਉਂ ਲੁਕਾਏ ਜਾ ਰਹੇ ਨੇ? ਵੱਡਾ ਸਵਾਲ ਹੈ। ਵੱਡਾ ਸਵਾਲ ਇਹ ਵੀ ਹੈ ਕਿ ਪਿਛਲੇ ਸਾਲ 2020 ਦੇ ਵਿੱਚ ਲੋਕਡਾਊਨ ਲੱਗਿਆ। ਲੋਕਡਾਊਨ ਲੱਗਣ ਤੋਂ ਬਾਅਦ ਸਾਡੀ ਅਰਥ ਵਿਵਸਥਾ ਤੇ ਕੀ ਪ੍ਰਭਾਵ ਪਿਆ ਹੈ, ਲੋਕਾਂ ਦੀਆਂ ਜ਼ਿੰਦਗੀਆਂ ਤੇ ਕੀ ਪ੍ਰਭਾਵ ਪਿਆ ਹੈ। ਆਮ ਜਨਜੀਵਨ ਜਿਹੜਾ ਹੈ ਪਟੜੀ ਤੋਂ ਉਤਰ ਗਿਆ, ਲੀਹਾਂ ਤੋਂ ਉਤਰ ਗਿਆ, ਮੁੜ ਤੋਂ ਲੀਹਾਂ ਤੇ ਨਹੀਂ ਆਇਆ, ਹਲੇ ਤੱਕ ਨਹੀਂ ਆਇਆ। ਮੁੜ ਤੋਂ ਲੋਕਡਾਊਨ, ਮੁੜ ਤੋਂ ਕਰਫਿਊ ਜਿਹੇ ਜਿਹੜੇ ਸ਼ਬਦ ਨੇ ਉਹ ਸੁਣਨ ਨੂੰ ਮਿਲ ਰਹੇ ਨੇ। ਤਾਂ ਸੁਧਾਰ ਕਦੋਂ ਹੋਇਆ, ਕਿੱਥੇ ਹੋਇਆ, ਇਹ ਹਾਲਾਤ ਕਿਉਂ ਬੜੇ ਨੇ? ਅੱਜ ਜਵਾਬ ਲਵਾਂਗੇ। ਜਵਾਬ ਲੈਣ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਕੁੰਵਰਜੋਤ ਸਿੰਘ ਮੌਜੂਦ ਨੇ। ਕੁੰਵਰ ਤੁਹਾਨੂੰ ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਦੇ ਨਾਲ ਜਾਣੂ ਕਰਵਾਉਣਗੇ। ਕੁੰਵਰਜੋਤ ਸਿੰਘ ਸਾਡੇ ਨਾਲ ਗੱਲਬਾਤ ਕਰਨ ਲਈ ਇਸ ਸਮੇਂ ਮੌਜੂਦ ਹੈ ਬਲਜਿੰਦਰ ਸਿੰਘ ਬੰਟੀ, ਗੁਰਦੀਪ ਸਿੰਘ ਗੋਸ਼ਾ, ਪ੍ਰਵੀਨ ਬਾਂਸਲ ਅਤੇ ਯੂਥ ਦੇ ਲੀਡਰ ਕੋਮਲ ਗੁਰਨੂਰ ਸਿੰਘ। ਇਹਨਾਂ ਨਾਲ ਹੁਣ ਗੱਲਬਾਤ ਕਰ ਲੈਂਦੇ ਆ, ਇਹਨਾਂ ਤੋਂ ਜਵਾਬ ਲੈ ਲੈਂਦੇ ਆ ਜ਼ਰੂਰ। ਸਰਕਾਰ, ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਜਾਂ ਸੈਂਟਰ ਸਰਕਾਰ ਦੀ ਵੀ ਗੱਲ ਕਰੀਏ, ਵੱਡੇ ਵੱਡੇ ਦਾਅਵੇ ਜ਼ਰੂਰ ਕੀਤੇ ਜਾ ਰਹੇ ਆ। ਕਿਹਾ ਤਾਂ ਜਾ ਰਿਹਾ ਵੀ ਆਕਸੀਜਨ ਦੀ ਕਮੀ ਨਹੀਂ ਆਣ ਦੇਵਾਂਗੇ, ਬੈੱਡ ਦੀ ਕਮੀ ਨਹੀਂ ਆਣ ਦੇਵਾਂਗੇ, ਪਰ ਤਸਵੀਰਾਂ ਤੁਹਾਡੇ ਸਾਹਮਣੇ ਆ। ਇਸ ਤੇ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਗੁਰਦੀਪ ਸਿੰਘ ਗੋਸ਼ਾ ਜੀ ਨਾਲ ਹੀ ਕਰ ਲੈਂਦੇ ਆ, ਅਕਾਲੀ ਦਲ ਤੋਂ। ਗੁਰਦੀਪ ਸਿੰਘ ਗੋਸ਼ਾ ਜੀ, ਹੱਥ 'ਚ ਬੜੇ ਪਰਚੇ ਫੜੇ ਹੋਏ ਆ, ਕੀ ਗੱਲ? ਵੈਸੇ ਵੀ ਸਰਕਾਰਾਂ ਦੇ ਖਿਲਾਫ ਬਹੁਤ ਕੁਝ ਗੱਲਾਂ ਕਰਦੇ ਰਹਿੰਦੇ ਹੋ, ਆਪਣੀ ਭਾਈਵਾਲ ਸਰਕਾਰ ਦੇ ਖਿਲਾਫ ਬਹੁਤ ਕੁਝ ਬੋਲਦੇ ਹੋ, ਕੀ ਲੈ ਕੇ ਆਏ ਹੋ ਅੱਜ? ਬਹੁਤ ਦੁਖੀ ਹਿਰਦੇ ਨਾਲ ਮੈਂ ਕਹਿ ਰਿਹਾ, ਕੋਵਿਡ-19 ਕਰੋਨਾ ਵਾਇਰਸ ਡਿਸੀਜ਼ 19 ਮਤਲਬ 19ਵੇਂ ਸਾਲ 'ਚ ਨਵੰਬਰ ਦੇ ਵਿੱਚ ਆਇਆ ਸੀ। ਚਾਈਨਾ ਤੋਂ ਸ਼ੁਰੂ ਹੋਇਆ ਸੀਗਾ, ਸਾਰੀ ਦੁਨੀਆ ਇੱਕ ਵਾਰੀ ਕੰਬ ਗਈ ਸੀ ਕਿ ਬੜਾ ਖਤਰਨਾਕ ਵਾਇਰਸ ਇਹਨਾਂ ਨੇ ਇਜਾਦ ਕੀਤਾ, ਪਰ ਦੁਨੀਆ ਸੰਭਲ ਗਈ, ਸਾਡਾ ਦੇਸ਼ ਨਹੀਂ ਸੰਭਲਿਆ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਨੇ ਬੜੇ ਵੱਡੇ ਭਾਸ਼ਣ ਦਿੱਤੇ, ਬੜਾ ਚੰਗਾ ਲੱਗਿਆ ਵੀ ਇਹ ਦੇਸ਼ ਸ਼ਾਇਦ ਕਰੋਨਾ ਤੋਂ ਬਚ ਗਿਆ। ਪਰ ਵੱਡੀਆਂ ਰੈਲੀਆਂ ਤੇ ਜਿਹੜਾ ਨਵਾਂ ਸਟ੍ਰੇਨ ਆ ਗਿਆ, ਜਿਹਦੇ 'ਚ ਚਾਹੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ, ਜਿਹੜਾ ਸਿੱਖਣਾ ਚਾਹੀਦਾ ਸੀਗਾ ਅਸੀਂ ਉਹ ਨਹੀਂ ਸਿੱਖ ਪਾਏ। ਅੱਜ ਲਾਸ਼ਾਂ ਸਾਈਕਲਾਂ ਦੇ ਉੱਤੇ ਜਾ ਰਹੀਆਂ, ਰੇਹੜੀਆਂ ਤੇ ਸਾਈਕਲਾਂ ਜਾ ਰਹੀਆਂ। ਲੱਭਣ ਚਲ ਜਾਓ ਦਵਾਈ ਹੈ ਨਹੀਂ, ਲੱਭਣ ਚਲ ਜਾਓ ਇੰਜੈਕਸ਼ਨ ਹੈ ਨਹੀਂ, ਲੱਭਣ ਚਲ ਜਾਓ ਬੈੱਡ ਹੈ ਨਹੀਂ, ਲੱਭਣ ਚਲ ਜਾਓ ਆਕਸੀਜਨ ਹੈ ਨਹੀਂ, ਲੱਭਣ ਚਲ ਜਾਓ ਵੈਂਟੀਲੇਟਰ ਦਾ ਬੈੱਡ ਨਹੀਂ ਹੈ। ਇਸ ਤੋਂ ਮਾੜੀ ਸਥਿਤੀ ਦੇਸ਼ ਦੀ ਨਹੀਂ ਹੋ ਸਕਦੀ। ਅਸੀਂ ਆਪਣੀਆਂ ਰਾਜਨੀਤੀਆਂ ਚਮਕਾਉਣ ਵਾਸਤੇ, ਕੁਰਸੀਆਂ ਦੀਆਂ ਤਾਕਤਾਂ ਬਰਕਰਾਰ ਰੱਖਣ ਵਾਸਤੇ ਅਸੀਂ ਲੋਕਾਂ ਦੀ ਜਿਹੜੀ ਜ਼ਿੰਦਗੀ ਨੂੰ ਕੂਏ 'ਚ ਸਿੱਟਤਾ। ਅਸੀਂ ਕਹਿੰਦੇ ਇਕਨੋਮੀ ਸਾਡੀ ਖੜੀ ਹੋਣੀ ਚਾਹੀਦੀ ਆ। ਮੈਂ ਆ ਕਾਗਜ਼ਾਂ ਦੇ ਵਿੱਚ ਇਹੀ ਲਿਖਿਆ ਹੋਇਆ। ਅੱਜ ਦੇਸ਼ ਦੇ ਨਾ ਹਾਲਾਤ ਇੰਨੇ ਮਾੜੇ ਆ। ਮੈਂ ਆ ਦਿਖਾ ਰਿਹਾ ਇੱਕ ਵੱਡੀ ਅਖਬਾਰ ਦਾ, ਇੱਕ ਨਿੱਜੀ ਅਖਬਾਰ ਦਾ ਹੈਗਾ ਆਰਟੀਕਲ ਵੀ 113 ਆਸਟ੍ਰੇਲੀਆ ਦੇ ਵਿੱਚ ਪਰਸਨ ਆਏ ਸੀ ਤੇ ਉਹਨਾਂ ਨੇ ਸਭ ਤੋਂ ਲੰਬਾ ਲੋਕਡਾਊਨ ਆਸਟ੍ਰੇਲੀਆ ਨੇ ਕੀਤਾ। ਉਹਨਾਂ ਨੇ ਇਕਨੋਮੀ ਛੱਡਤੀ। ਉਹ ਕਹਿੰਦੇ ਨਹੀਂ ਅਰਥ ਵਿਵਸਥਾ ਨਹੀਂ ਦੇਖਣੀ, ਪਹਿਲਾਂ ਆਪਣੇ ਲੋਕਾਂ ਨੂੰ ਦੇਖਣਾ, ਕਿਉਂਕਿ ਜੇ ਜਾਨ ਹੈ ਤਾਂ ਜਹਾਨ ਹੈ। ਉਹਨਾਂ ਨੇ ਕੀਤਾ 1,70,000 ਰੁਪਏ ਇੰਡੀਅਨ ਦੇ ਹਿਸਾਬ ਨਾਲ ਮੈਂ ਦੱਸ ਰਿਹਾ, 1,70,000 ਰੁਪਇਆ ਪਰ ਪਰਸਨ ਨੂੰ ਘਰ ਬੈਠੇ ਦਿੱਤਾ। ਵਪਾਰੀ ਸੀ, ਚਾਹੇ ਕੰਮ ਕਰਨ ਵਾਲੇ ਸੀ, ਚਾਹੇ ਸਟੱਡੀ ਕਰਨ ਵਾਲੇ ਸੀ, ਜਿਹੜੇ ਕੰਮ ਕਰਦੇ ਆ। ਉਹਨਾਂ ਨੇ 6 ਮਹੀਨੇ ਲੰਬਾ ਲੋਕਡਾਊਨ ਦਿੱਤਾ, ਬਿਲਕੁਲ ਇਜਾਦ, ਮਤਲਬ ਬਿਲਕੁਲ ਬਿਮਾਰੀ ਤੋਂ ਇਜਾਦ ਪ੍ਰਾਪਤ ਕੀਤੀ। ਤੇ ਅੱਜ ਉਹ ਦੇਸ਼ ਦੀ ਅਰਥਵਿਵਸਥਾ ਦੇ ਵੀ ਸੈੱਟ ਹੋ ਗਈ ਆ ਤੇ 93% ਜੋਬ ਰਿਪਲੇਸਮੈਂਟ ਵੀ ਹੋ ਗਈ ਆ। ਪਰ ਸਾਡਾ ਦੇਸ਼ ਕੀ ਦੇਖਦਾ ਪਿਆ? ਅੱਜ ਮੈਂ ਕਹਿੰਦਾ, ਮੈਂ ਇਕੱਲੇ ਨਰਿੰਦਰ ਮੋਦੀ ਜੀ ਤੋਂ ਨਹੀਂ ਜਵਾਬ ਮੰਗਦਾ, ਕੈਪਟਨ ਅਮਰਿੰਦਰ ਸਿੰਘ ਤੋਂ ਵੀ ਜਵਾਬ ਮੰਗਦਾ। ਅੱਜ ਪੰਜਾਬ ਨੂੰ ਕਹਿੰਦੇ ਬੜਾ ਖੁਸ਼ਹਾਲ ਪੰਜਾਬ ਹੈ, ਜਾ ਕੇ ਦੇਖੋ। ਮੈਂ ਅੱਜ ਕੁੰਵਰ ਜੀ ਕਹਿਣਾ, ਸੁਮਨ ਜੀ ਵੀ ਖੜੇ ਆ, ਅੱਜ ਮੈਂ ਮੀਡੀਆ ਵਾਲੇ ਲੋਕ ਸੁਣਦੇ ਵੀ ਪਏ, ਜਿਹੜਾ ਮੀਡੀਆ ਡੇਲੀ ਪੋਸਟ ਦੇਖਣ ਵਾਲੇ ਆ। ਅੱਜ ਜਾਓ ਕਿਸੇ ਕੋਲ ਵੱਡੀ ਤੋਂ ਵੱਡੀ ਤਾਕਤ ਕਰਾ ਲਓ, ਬੈੱਡ ਨਹੀਂ ਹੈ, ਜਾਂ ਕਿਸੇ ਮੰਤਰੀ ਦੀ ਜਾਂ ਸੀਐਮ ਦੀ ਜਾਂ ਕਿਸੇ ਬੜੇ ਵੱਡੇ ਮਿਨਿਸਟਰ ਦੀ ਤਾਕਤ ਲਾਣੀ ਪਊਗੀ ਤਾਂ ਕਿਤੇ ਜਾ ਕੇ ਬੰਦੇ ਨੂੰ ਬੈੱਡ ਮਿਲੂਗਾ। ਜਿਹੜਾ ਇੰਜੈਕਸ਼ਨ ਸਿਰਫ ਜਿਹੜਾ ਤੁਹਾਡੇ ਲੰਗਸ ਕਲੀਅਰ ਕਰਦਾ ਥੋੜੇ ਟਾਈਮ ਲਈ, 23,500 ਦਾ ਪ੍ਰਿੰਟ ਰੇਟ ਹੈ।
ਮੈਨੂੰ ਅੱਜ ਪਤਾ ਲੱਗਿਆ, ਮੈਂ ਤੱਥਾਂ ਤੋਂ ਦੱਸ ਰਿਹਾ, ਚਲੋ ਮੈਂ ਤੁਹਾਨੂੰ ਦੱਸ ਦੇ, ਬਲੈਕ ਦੇ ਵਿੱਚ 7,35,000 ਦਾ ਅੱਜ ਵਿਕ ਗਿਆ। ਮਤਲਬ ਜ਼ਿੰਦਗੀ ਜਿਹਦੇ ਕੋਲ ਤਾਂ ਪੈਸੇ ਆ, ਇਟ ਮੀਨਸ ਕਿ ਉਹ ਆਪਣੀ ਜ਼ਿੰਦਗੀ ਬਚਾ ਸਕਦਾ, ਦੂਜਾ ਬੰਦਾ ਜ਼ਿੰਦਗੀ ਨਹੀਂ ਬਚਾ ਸਕਦਾ। ਤੇ ਗਰੀਬ ਇੱਕ ਮਰਦੇ ਪਤਾ ਕਿਉਂ ਪਈ, ਗਿਣਤੀ ਕਿਉਂ ਵੱਧ ਗਈ ਆ? ਕਿਉਂਕਿ ਸਾਡੇ ਕੋਲ ਅੱਜ ਬੈੱਡ ਨਹੀਂ ਹੈ। ਜੇ ਸਾਡੇ ਕੋਲ ਅੱਜ ਬੈੱਡ ਨਹੀਂ ਹੈ, ਚਾਹੇ ਜਿਹਦੇ ਕੋਈ ਵੀ ਪ੍ਰੋਬਲਮ ਹੈ, ਬਿਮਾਰ ਵੀ ਹੈ, ਜਦੋਂ ਇਹਨੂੰ ਦਵਾਈ ਨਹੀਂ ਦੇਵਾਂਗੇ ਤੇ ਫਿਰ ਮਰੇਗਾ ਹੀ ਨਾ। ਫਿਰ ਮੌਤਾਂ ਇਹਦਾ ਜਵਾਬ ਹੁਣ ਪ੍ਰਵੀਨ ਬਾਂਸਲ ਤੋਂ ਲੈ ਲੈਂਦੇ ਆ। ਇਹਨਾਂ ਨੇ ਕਿਹਾ ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਜਦੋਂ ਬੰਗਾਲ 'ਚ ਨਰਿੰਦਰ ਮੋਦੀ ਜੋ ਹੈ ਲੋਕਾਂ ਨੂੰ ਸੰਬੋਧਨ ਕਰਦੇ ਆ, ਉਦੋਂ ਉਹਨਾਂ ਦੇ ਮੂੰਹ ਤੇ ਮਾਸਕ ਨਹੀਂ ਦਿਖਦਾ। ਜਦੋਂ ਵੀਡੀਓ ਕਾਨਫਰੈਂਸਿੰਗ ਹੋ ਰਹੀ ਹੈ, ਉਦੋਂ ਮਾਸਕ ਦਿਖ ਜਾਂਦਾ। ਕੀ ਗੱਲ, ਲੋਕਾਂ ਦੀ ਜੋ ਉਹਨਾਂ ਨੂੰ ਜਾਣ ਦੀ ਪਰਵਾਹ ਨਹੀਂ? ਜ਼ਰੂਰ ਕਹਿੰਦੇ ਆ ਮੇਰੇ ਲੋਕ ਨੇ, ਮੇਰਾ ਭਾਰਤ ਹੈ, ਪਰ ਆਪਣੇ ਲੋਕਾਂ ਦੀ ਜਾਣ ਦੀ ਉਹਨਾਂ ਨੂੰ ਪਰਵਾਹ ਨਹੀਂ ਹੈਗੀ। ਦੇਖੋ, ਮੈਂ ਸਮਝਦਾ ਜਿਹੜੀ ਇਹ ਕਰੋਨਾ ਹੈ, ਇਹ ਮਹਾਮਾਰੀ ਹੈ, ਪੂਰੇ ਦੁਨੀਆ ਦੇ ਜਿਹੜੇ ਦੇਸ਼ ਹੈ, ਚਾਹੇ ਉਹ ਡਿਵੈਲਪਡ ਦੇਸ਼ ਹੈ, ਚਾਹੇ ਉਹ ਅੰਡਰ ਡਿਵੈਲਪਿੰਗ ਦੇਸ਼ ਹੈ, ਉਹਨਾਂ ਨੇ ਇਸ ਮਹਾਮਾਰੀ ਨੂੰ ਨਜਿੱਠਣ ਵਾਸਤੇ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ। ਸਰਕਾਰ ਕੱਲੀ ਕੇਂਦਰ ਦੀ ਸਰਕਾਰ ਨਹੀਂ ਹੁੰਦੀ, ਸਟੇਟ ਦੀ ਸਰਕਾਰ ਨਹੀਂ ਹੁੰਦੀ, ਲੋਕਲ ਸਰਕਾਰ ਨਹੀਂ ਹੁੰਦੀ। ਈਵਨ ਜਿਹੜੇ ਲੋਕ ਅਸੀਂ ਕੰਮ ਕਰਦੇ ਹਾਂ, ਕੋਈ ਡਾਕਟਰ ਹੈ, ਕੋਈ ਪੈਰਾਮੈਡੀਕਲ ਸਟਾਫ ਹੈ, ਕੋਈ ਸਫਾਈ ਸੇਵਕ ਹੈ, ਕੋਈ ਕਾਰਪੋਰੇਸ਼ਨ ਹੈ, ਇਹਨੂੰ ਰਲਾ ਕੇ ਇੱਕ ਸਰਕਾਰ ਬਣਦੀ, ਉਹ ਟੀਮ ਕੰਮ ਕਰਦੀ ਹੈ। ਸਾਡੇ ਦੇਸ਼ ਦੇ ਅੰਦਰ ਹਰ ਮੁੱਦੇ ਤੇ ਅਸੀਂ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਦੂਸਰੀਆਂ ਪਾਰਟੀਆਂ ਨੂੰ ਨੀਚਾ ਕਿੱਦਾਂ ਦਿਖਾਣਾ ਹੈ। ਦੇਸ਼ ਜਾਏ ਪਹਾੜ 'ਚ, ਦੇਸ਼ ਦੇ ਲੋਕ ਦੀ ਜ਼ਿੰਦਗੀ ਖਤਰੇ 'ਚ ਪੈ ਜੇ, ਲੇਕਿਨ ਮੇਰੀ ਫੋਟੋ ਆਉਣੀ ਚਾਹੀਦੀ ਹੈ। ਨਰਿੰਦਰ ਮੋਦੀ ਨੇ ਵੀ ਤਾਂ ਇਹੀ ਕੀਤਾ, ਬੰਗਾਲ ਦੀ ਰੈਲੀਆਂ 'ਚ ਉਹਨਾਂ ਨੇ ਤਾਂ ਇਹੀ ਕਿਹਾ, ਫੋਟੋਆਂ ਤਾਂ ਉਹਨਾਂ ਦੀਆਂ ਵੀ ਆਈਆਂ। ਕੈਮਰੇ ਦੇ ਸਾਹਮਣੇ ਤਾਂ ਫੋਟੋਆਂ ਵੀ ਪਹਿਲਾਂ ਗੱਲ ਪੂਰੀ ਸੁਣ ਲਓ ਨਾ ਤੁਸੀਂ। ਜਿੱਥੇ ਤੱਕ ਚੁਣਾਵਾਂ ਦੀ ਗੱਲ ਹੈ, ਤੁਸੀਂ ਬੰਗਾਲ ਦੀ ਗੱਲ ਕੀਤੀ ਹੈ। ਦੇਖੋ, ਇਲੈਕਸ਼ਨ ਜਿਹੜਾ ਕਰਵਾਉਣਾ ਹੈ, ਉਹ ਇਲੈਕਸ਼ਨ ਕਮਿਸ਼ਨ ਨੇ ਦੇਖਣਾ। ਜੇ ਇਲੈਕਸ਼ਨ ਕਮਿਸ਼ਨ ਨੇ ਚੁਣਾਵ ਡਿਕਲੇਅਰ ਕਰਤੇ ਤਾਂ ਪਾਰਟੀਆਂ ਮੈਦਾਨ 'ਚ ਆਉਣਗੀਆਂ। ਇਸ ਮੁੱਦੇ ਤੇ, ਐਸੇ ਮੁੱਦੇ ਤੇ ਵੀ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਸੀਗਾ। ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਤੈਅ ਕਰਦੀਆਂ, ਜੇ ਇਲੈਕਸ਼ਨ ਡਿਕਲੇਅਰ ਹੈ ਤਾਂ ਜੇ TMC ਵੀ ਆ ਰਹੀ ਹੈ, ਕਾਂਗਰਸ ਵੀ ਆ ਰਹੀ ਹੈ ਤੇ BJP ਵੀ ਆ ਰਹੀ ਹੈ, ਉਹਨਾਂ ਨੂੰ ਮੈਦਾਨ 'ਚ ਆਉਣਾ ਪਏਗਾ। ਲੇਕਿਨ ਅਸੀਂ ਸਿਰਫ ਇੱਕ ਬੰਦੇ ਨੂੰ ਟਾਰਗੇਟ ਕਰ ਰਹੇ ਹਾਂ। ਜਿਹੜੀ ਸੈਂਟਰ ਗਵਰਨਮੈਂਟ ਹੁੰਦੀ ਹੈ, ਉਹ ਫੈਸਿਲੀਟੇਟ ਕਰਦੀ ਹੈ ਸਟੇਟ ਗਵਰਨਮੈਂਟ ਨੂੰ, ਸਟੇਟ ਗਵਰਨਮੈਂਟ ਫੈਸਿਲੀਟੇਟ ਕਰਦੀ ਹੈ ਲੋਕਲ ਗਵਰਨਮੈਂਟ ਨੂੰ। ਸਾਨੂੰ ਇਹ ਸਾਰੀਆਂ ਜਿਹੜੀਆਂ ਕਮੀਆਂ, ਗਵਰਨਮੈਂਟ ਨੇ ਟਾਈਮਲੀ ਇੰਜੈਕਸ਼ਨ ਕੋਵਿਨੇਸ਼ਨ ਸ਼ੁਰੂ ਕਰਤੀ, ਵੈਕਸੀਨੇਸ਼ਨ, ਤੇ ਸਾਡੇ ਲੀਡਰਾਂ ਨੇ ਕਹਿੰਦਾ ਨਹੀਂ ਜੀ ਇਹ ਭਾਜਪਾ ਦੀ ਵੈਕਸੀਨੇਸ਼ਨ ਹੈ, ਇਹ ਦੇਸ਼ ਦੀ ਵੈਕਸੀਨੇਸ਼ਨ ਹੈ। ਕੋਈ ਮੁਸਲਮਾਨ ਨੇ ਕਿਸੇ ਨੇ ਉਹ ਕਰਤਾ, ਫਤਵਾ ਪਾਸ ਕਰਤਾ, ਨਹੀਂ ਮੁਸਲਮਾਨ ਹੀ ਲਵਾਏਗਾ। ਕਿਉਂ? ਕਿਉਂਕਿ ਅਸੀਂ ਇੱਕ ਭਰਮ ਪੈਦਾ ਕਰਨਾ ਸੀ, ਅਸੀਂ ਲੋਕਾਂ 'ਚ ਡਰ ਪੈਦਾ ਕਰਨਾ ਸੀ। ਲੱਖਾਂ ਵੈਕਸੀਨੇਸ਼ਨ ਜਿਹੜੇ ਡੋਜ਼ ਹੈ ਉਹ ਵੇਸਟ ਹੋ ਗਈਆਂ, ਉਹਨਾਂ ਦੀ ਜ਼ਿੰਦਗੀ ਖਤਰੇ 'ਚ ਕਿਹਨੇ ਪਾਈ? ਜਿਹੜੀਆਂ ਸਰਕਾਰਾਂ ਨੇ ਉਹਦੀ ਕਦਰ ਨਹੀਂ ਕੀਤੀ, ਲੋਕਾਂ 'ਚ ਡਰ ਪੈਦਾ ਕੀਤਾ ਗਿਆ, ਭਰਮ ਪੈਦਾ ਕੀਤਾ ਗਿਆ। ਸੋ ਐਸੀ ਰਾਜਨੀਤੀ ਚਮਕਾਉਣ ਕਰਕੇ, ਜਿਸ ਕਰਕੇ ਜਿਹੜੇ ਇਹ ਰਿਜ਼ਲਟ ਹੈ ਅੱਜ ਇਹ ਸਾਹਮਣੇ ਆ। ਦੂਸਰੀ ਗੱਲ, ਸਾਡਾ ਦੇਸ਼ 135 ਕਰੋੜ ਦੀ ਜਨਸੰਖਿਆ ਦਾ ਦੇਸ਼ ਹੈ। ਅਮਰੀਕਾ ਵਰਗਾ ਜਿੱਥੇ ਸਿਰਫ 35 ਕਰੋੜ ਦੀ ਆਬਾਦੀ ਹੈ, ਉੱਥੇ 10 ਲੱਖ ਦੇ ਮਗਰ 1700-1800 ਡੈਥ ਹੋਈਆਂ। ਸਾਡੇ ਕਿੰਨੀਆਂ ਹੋਈਆਂ? 100 ਕੁਛ ਕੁ ਹੋਈਆਂ। ਦੋ ਦਰਜਨ ਦੇਸ਼ਾਂ ਨੇ ਕਹਿਤਾ ਕਿ ਭਾਰਤ ਨਹੀਂ ਜਾਣਾ। 2 ਦਰਜਨ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਆਪਣੇ ਨਾਗਰਿਕਾਂ ਨੂੰ ਕਹਿ ਦਿੱਤਾ ਕਿ ਭਾਰਤ ਜਾਣਾ ਹੀ ਨਹੀਂ। ਦੇਸ਼ ਨੇ ਆਪਣੇ ਨਾਗਰਿਕਾਂ ਦੀ ਚਿੰਤਾ ਕਰਨੀ ਹੈ, ਪਰ ਪੂਰੇ ਵਰਲਡ ਦੇ ਅੰਦਰ ਜਿੰਨੀ ਚਿੰਤਾ ਇਸ ਹਿੰਦੁਸਤਾਨ ਦੇ ਅੰਦਰ ਨਾਗਰਿਕਾਂ ਦੀ ਹੋਈ ਹੈ, ਤੁਸੀਂ ਆંકੜੇ ਦੇ ਹਿਸਾਬ ਨਾਲ ਚੱਲੋ, ਤੁਸੀਂ ਉੱਥੇ ਜੋ ਉਹਨਾਂ ਦੇ ਫੈਸਿਲਿਟੇਸ਼ਨ ਦੇ ਹਿਸਾਬ ਨਾਲ ਚੱਲੋ, ਉੱਥੇ ਦੀਆਂ ਜੋ ਸਵਾਸਥ ਦੀਆਂ ਜਿਹੜੀਆਂ ਉੱਥੇ ਸੁਵਿਧਾਵਾਂ ਉਹਨਾਂ ਦੇ ਹਿਸਾਬ ਨਾਲ ਕੰਪੇਅਰ ਕਰੋਗੇ ਤਾਂ ਹਿੰਦੁਸਤਾਨ ਵਰਲਡ ਦੇ ਪਹਿਲੇ ਨੰਬਰ ਤੇ ਹੈ। ਕਿਹੜੇ ਐਂਗਲ ਤੋਂ? ਕਿਹੜੇ ਐਂਗਲ ਸਰ? ਇੰਨੀਆਂ ਹਰ ਐਂਗਲ ਤੋਂ 15 ਕਰੋੜ ਲੋਕਾਂ ਨੂੰ ਅਸੀਂ ਵੈਕਸੀਨੇਸ਼ਨ ਦਿੱਤੀ ਹੈ। 30-40 ਕੰਟਰੀਆਂ ਦੀ ਆਬਾਦੀ ਲਾ ਕੇ ਲਾਉਂਗੇ ਨਾ ਤਾਂ 15 ਕਰੋੜ ਬਣਦੇ ਆ। ਦੇਸ਼ ਦੀ ਸਭ ਤੋਂ ਜ਼ਿਆਦਾ, ਸਭ ਤੋਂ ਵੱਡੀ ਤੇ ਸਭ ਤੋਂ ਤੇਜ਼ ਦੁਨੀਆ ਦੀ ਵੈਕਸੀਨੇਸ਼ਨ ਕੰਪੇਅਰ ਤੋਂ ਜਵਾਬ ਲੈ ਲੈਂਦੇ। ਸੁਭਰ ਜੀ, ਇਹ ਮੇਰੇ ਦੋਸਤ ਹੈ ਪ੍ਰਵੀਨ ਬਾਂਸਲ ਜੀ, ਇਹਨਾਂ ਨੇ ਕਹਿੰਦਾ ਤੱਥ ਹੀ ਲੈ ਕੇ ਆਇਆ। ਮੈਨੂੰ ਪਤਾ ਸੀ ਇਹਨਾਂ ਨੇ ਤੱਥਾਂ ਦੀ ਗੱਲ ਹਮੇਸ਼ਾ ਕਰਨੀ ਹੁੰਦੀ ਹੈ। ਦੀ ਟਾਈम्स लंदन कितनी बड़ी अखबार है, भारत की दूसरी कोरोना लहर में लड़खड़ाते मोदी। आलो जी, दी ऑस्ट्रेलियन भीड़ पसंद प्रधानमंत्री जहां गद है वही जनता का गला घुट रहा है। आलो जी, ਕਿਹੜੀ ਅਖਬਾਰ ਨੈਸ਼ਨਲ ਇੰਟਰਨੈਸ਼ਨਲ ਜਿਹੜੀਆਂ ਫੈਡਰੇਸ਼ਨ ਟਾਈम्स, ਦੀ ਗਾਰਡੀਅਨ, ਜਿਹੜੀਆਂ ਵੱਡੀਆਂ ਅਖਬਾਰਾਂ ਜਿਹਦੇ ਵਿੱਚ ਕੋਵਿਡ ਕੇ ਨਰਕ ਮੇ ਗਿਰ ਗਏ। ਮੈਂ ਇਹਨਾਂ ਨੇ ਗੱਲ ਕੀਤੀ ਇਲੈਕਸ਼ਨ ਦੀ ਵੀ, ਇਲੈਕਸ਼ਨ ਪ੍ਰੋਸੈਸ ਜਿਹੜਾ ਹੁੰਦਾ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਇਲੈਕਸ਼ਨ ਪ੍ਰੋਸੈਸ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ, ਅਸੀਂ ਮੰਨਿਆ ਨਾ, ਅਸੀਂ ਵੈਲਕਮ ਕੀਤਾ। ਕਿਉਂ? ਅਸੀਂ ਪਹਿਲਾਂ ਜ਼ਿੰਦਗੀਆਂ ਬਚਾਉਣੀਆਂ ਜ਼ਰੂਰੀ ਸੀਗੀਆਂ। ਹੁਣ 3 ਤਰੀਕ ਤੱਕ ਬੰਗਾਲ ਇਲੈਕਸ਼ਨ ਹੈ, 3 ਤਰੀਕ ਤੋਂ ਬਾਅਦ ਦੇਖਣਾ ਕਿੱਦਾਂ ਦੇਸ਼ ਲੋਕਡਾਊਨ ਕਰ ਦੇਣਾ। ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਨਾਰਾ ਦੇ ਰਹੇ ਨੇ ਕਿ ਕਰੋਨਾ ਖਤਮ ਕਰਨਾ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ 2 ਮਈ ਦੀਦੀ ਗਈ। मैं एक चीज और कर रहा, देखो न्यूयॉर्क टाइम्स, USA तो टाइम्स, जो बड़ी रैलियां कर रहे थे,
ਕੁੰਭ ਜੈਸੇ ਵਿਸ਼ਾਲ ਧਾਰਮਿਕ ਮਤਲਬ ਕੋਈ ਵੀ ਪ੍ਰੋਗਰਾਮ ਏਡੇ ਵੱਡੇ ਕੀਤੇ ਜਾ ਰਹੇ ਸੀ, ਉਹ ਸੁੱਤੇ ਕਿਉਂ ਹੋਏ ਸੀ? ਕਿਉਂਕਿ ਉਹਨਾਂ ਨੇ ਇਲੈਕਸ਼ਨ ਕਰਾਣੇ ਸੀ। 2019 ਦੀ ਗੱਲ ਕਿਉਂ ਕੀਤੀ ਹੈ? 2019 ਚ ਕੋਵਿਡ ਆਇਆ, 22 ਮਾਰਚ ਨੂੰ ਇੱਥੇ ਲੋਕਡਾਊਨ ਲਗਾਇਆ ਗਿਆ। ਪਹਿਲਾਂ 15 ਮਾਰਚ ਨੂੰ ਕੁਝ ਚੀਜ਼ਾਂ ਬੰਦ ਕੀਤੀਆਂ, 22 ਮਾਰਚ ਨੂੰ ਟੋਟਲ ਲੋਕਡਾਊਨ ਕਰ ਦਿੱਤਾ ਗਿਆ। ਅੱਜ ਕਿੰਨੀ ਦੇਰ ਹੈ? ਅੱਜ 13 ਮਹੀਨੇ ਹੋ ਗਏ। 13 ਮਹੀਨੇ ਦੇ ਵਿੱਚ ਅਸੀਂ ਵੈਂਟੀਲੇਟਰ ਨਹੀਂ ਪੈਦਾ ਕਰ ਪਾਏ, ਅਸੀਂ ਆਕਸੀਜਨ ਨਹੀਂ ਪੈਦਾ ਕਰ ਪਾਏ। ਸਾਡੇ ਹਾਲਾਤਾਂ ਤੇ ਆਨੇ ਆ। ਕਾਂਗਰਸ ਤੋਂ ਬਲਜਿੰਦਰ ਸਿੰਘ ਬੰਟੀ ਸਾਡੇ ਨਾਲ ਮੌਜੂਦ ਨੇ। ਕਾਂਗਰਸ ਸਰਕਾਰ ਵੱਡੇ ਦਾਅਵੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਨੇ। ਇਹ ਹੈਲਥ ਸਿਸਟਮ ਦੀ ਜੋ ਸਾਡੇ ਇੱਥੇ ਸਿਹਤ ਤੰਤਰ ਦੀ ਪੋਲ ਖੁੱਲੀ ਹੈ, ਦੇਖ ਕੇ ਸ਼ਰਮ ਆਈ ਆਮ ਲੋਕਾਂ ਨੂੰ। ਦੇਖੋ ਜਿਹੜੇ ਹਾਲਾਤ ਹੈ ਉਹ ਬਿਲਕੁਲ ਤੁਹਾਡੇ ਸਾਹਮਣੇ ਆ, ਜੋ ਵੀ ਹੈ ਚਾਹੇ ਸਟੇਟ ਦੇ ਆ, ਬਟ ਜਿਹੜੀ ਗੱਲ ਕੀਤੀ ਗਈ ਹੈ ਪੂਰੇ ਹਿੰਦੁਸਤਾਨ ਦੇ ਵਿੱਚ, ਜਿਵੇਂ ਹਿੰਦੁਸਤਾਨ ਦੀ ਗੱਲ ਕਰਾਂ ਤੇ ਇੱਕ ਅਖੌਤੀ ਰਾਸ਼ਟਰਵਾਦ ਦਾ ਨਾਅਰਾ ਦੇ ਕੇ ਦੇਸ਼ ਨੂੰ ਇਸ ਅੱਗ ਦੇ ਵਿੱਚ ਝੋਕਿਆ ਗਿਆ। ਕੁੰਭ ਮੇਲੇ ਦੀ ਇਜਾਜ਼ਤ ਦੇ ਕੇ ਔਰ ਜਿਹੜਾ ਰੈਲੀਆਂ ਕਰਕੇ ਏਡੀਆਂ ਵੱਡੀਆਂ, ਬਿਲਕੁਲ ਗੋਸ਼ਾ ਜੀ ਨੇ ਸਹੀ ਕਿਹਾ ਕਿ ਸਵੇਰੇ ਜਿਹੜੀ ਰੈਲੀ ਹੈ ਉਹ ਸਾਫ਼ ਕਰਦੇ ਆ ਬਿਨਾਂ ਮਾਸਕ ਤੋਂ, ਔਰ ਸ਼ਾਮ ਨੂੰ ਜਿਹੜਾ ਵੀਡੀਓ ਕਾਨਫਰੰਸ ਹੈ ਉਹਦੇ ਉੱਤੇ ਮਾਸਕ ਲਾ ਲੈਂਦੇ ਆ। ਕੀ ਤੁਸੀਂ ਦੇਸ਼ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਤੁਸੀਂ ਤੇ ਇਹ ਵੈਂਟੀਲੇਟਰ ਦੀ ਗੱਲ ਕਰ ਰਹੇ ਹੋ। ਪੂਰੇ 1 ਸਾਲ ਦੇ ਵਿੱਚ ਕਿੰਨੇ ਆਕਸੀਜਨ ਪਲਾਂਟ ਲੱਗੇ ਆ, ਕਿੰਨੇ ਇਨੀਸ਼ੀਏਟਿਵ ਲਿਆ ਹੈ? ਕੋਈ ਕਿਸੇ ਨੇ ਕੁਝ ਨਹੀਂ ਲਿਆ। ਅਸੀਂ ਜਦੋਂ ਗੱਲ ਕਰਦੇ ਆ ਉਦੋਂ ਗੱਲ ਅਸੀਂ ਸਿਰਫ ਦਾਅਵੇ ਕਰਦੇ ਆ। ਅਸੀਂ ਗੱਲ ਕਰ ਰਹੇ ਸੀ ਮੇਰੇ ਦੋਸਤ ਕਿ ਉਹ ਨਿਊਯਾਰਕ 'ਚ ਇੱਦਾਂ ਹੋਇਆ, ਉੱਥੇ ਅਮਰੀਕਾ 'ਚ ਇੱਦਾਂ ਹੋ ਗਿਆ। ਸਰ ਪੰਜਾਬ ਦੇ ਹਾਲਾਤਾਂ ਦੀ ਗੱਲ ਕਰ ਰਹੇ ਹਾਂ ਅਸੀਂ। ਪੰਜਾਬ ਦਾ ਜੋ ਹੈਲਥ ਤੰਤਰ ਹੈ, ਸਿਹਤ ਤੰਤਰ ਹੈ, ਉਹਦੇ ਹਾਲਾਤਾਂ ਦੀ ਗੱਲ ਕਰ ਰਹੇ ਹਾਂ। ਦੇਖੋ ਪੰਜਾਬ ਦਾ ਜਿਹੜਾ ਹੈਲਥ ਤੰਤਰ ਹੈ ਉਹਦੇ ਵਾਸਤੇ ਹਜੇ ਵੀ ਕਿਤੇ ਨਾ ਕਿਤੇ ਅਸੀਂ ਉਹਨੂੰ ਚਲਾ ਰਹੇ ਹਾਂ ਸਾਰੇ ਸਿਸਟਮ ਨੂੰ, ਕਿਤੇ ਕੋਈ ਆਕਸੀਜਨ ਦੀ ਕਮੀ ਨਹੀਂ ਹੈ। 365 ਦਿਨ ਸੀਗੇ ਸਾਡੇ ਕੋਲ। ਦੂਸਰੀ ਸਟ੍ਰੇਨ ਦਾ ਜ਼ਿਕਰ ਉਦੋਂ ਹੋ ਰਿਹਾ ਜਦੋਂ ਪਹਿਲੀ ਸਟ੍ਰੇਨ ਆਈ ਸੀ ਕਿ ਇਹ ਆਣੀ ਹੈ। 365 ਦਿਨਾਂ ਦੇ ਵਿੱਚ ਕੀ ਕੀਤੇ, ਕਿਹੜੇ ਇੰਤਜ਼ਾਮਾਤ ਕੀਤੇ ਨੇ? ਬਿਲਕੁਲ ਅਸੀਂ ਉਹਦੇ ਵਿੱਚ ਲੋਕਾਂ ਨੂੰ ਬਿਲਕੁਲ ਇਹਦੇ ਵਿੱਚ ਸਾਰਾ ਸਿਖਾਇਆ ਗਿਆ ਕਿ ਕਿੱਦਾਂ ਇਸ ਦੇ ਵਿੱਚ ਰਹਿਣਾ ਹੈ, ਕਿੱਦਾਂ ਚੱਲਣਾ ਹੈ। ਲੋਕਾਂ ਨੂੰ ਆਉਂਦਾ ਹੈ, ਲੋਕਾਂ ਨੂੰ ਪਤਾ ਉਹਨਾਂ ਦੀ ਜ਼ਿੰਦਗੀ ਦੀ ਕੀਮਤ ਹੈ। ਲੋਕਾਂ ਨੂੰ ਮਾਸਕ ਚੱਕ ਕੇ ਕੰਨਾਂ ਦੇ ਪਿੱਛੇ ਕਰਕੇ ਮਾਸਕ ਲਾਉਣਾ ਆਉਂਦਾ ਹੈ। ਲੋਕਾਂ ਨੂੰ ਦੂਰੀ ਬਣਾ ਕੇ ਰੱਖਣੀ ਆਉਂਦੀ ਹੈ। ਲੋਕਾਂ ਨੂੰ ਸੈਨੀਟਾਈਜ਼ਰ ਯੂਜ਼ ਕਰਨੇ ਆਉਂਦੇ ਨੇ। ਬਚਾਉਣ ਵਾਸਤੇ ਕੀ ਕੀਤਾ? ਹਸਪਤਾਲਾਂ ਦੇ ਕੀ ਹਾਲਾਤ ਨੇ? ਹਸਪਤਾਲਾਂ ਦੇ ਬਿਲਕੁਲ ਇਸ ਵੇਲੇ ਜਿਹੜੇ ਕਿਸੇ ਵੀ ਹਸਪਤਾਲ 'ਚ ਕਿਸੇ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਔਰ ਬਿਲਕੁਲ ਠੀਕ ਚੱਲ ਰਿਹਾ ਸਾਰਾ ਕੁਝ, ਸਾਰਾ ਸਿਸਟਮ। ਔਰ ਜਿਹੜੇ ਇਹ ਹਾਸੋਹੀਣੀ ਗੱਲ ਸਹੀ ਹੈ। ਵੀਰ ਜੀ ਬੰਟੀ ਜੀ ਨੂੰ ਮੈਂ ਬੰਟੀ ਜੀ ਇੱਕ ਹੋਰ ਗੱਲ ਹੈ, ਆંકੜੇ ਕਿਉਂ ਲੁਕਾਏ ਜਾ ਰਹੇ ਨੇ? ਮੌਤਾਂ ਦੇ ਆંકੜੇ ਕਿਉਂ ਲੁਕਾਏ ਜਾ ਰਹੇ? ਦੇਖੋ ਜਿਹੜੇ ਮੌਤਾਂ ਦੇ ਅੰਕੜੇ ਆ ਉਹ ਮੇਰੇ ਲੈਵਲ ਦਾ ਕੁਐਸਚਨ ਨਹੀਂ ਹੈ, ਮੇਰੇ ਲੈਵਲ ਤੋਂ ਉੱਤੇ ਦਾ ਕੁਐਸਚਨ ਹੈ। ਕਿਉਂ ਲਗਾਏ ਜਾ ਰਹੇ ਆ ਔਰ ਕਿੱਦਾਂ ਲਗਾਏ ਜਾ ਰਹੇ ਆ, ਜਿਹੜੀ ਗੱਲ ਦਾ ਮੈਨੂੰ ਪਤਾ ਨਹੀਂ ਉਹਦੇ ਬਾਰੇ ਮੈਂ ਕੋਈ ਜਵਾਬ ਨਹੀਂ ਦੇ ਸਕਦਾ। ਸੁਮਨ ਜੀ ਇਹ ਨਾਕਾਮੀਆਂ ਛੁਪਾਈਆਂ ਜਾ ਰਹੀਆਂ। ਮਾਣਯੋਗ ਮੇਰੇ ਦੋਸਤ ਹੈ ਬੰਟੀ ਜੀ, ਪਰ ਅੱਜ ਹਾਲਾਤ ਬਹੁਤ ਮਾੜੇ ਆ, ਇਹਨੂੰ ਮੰਨਣਾ ਪੈਣਾ। ਜੇ ਆਪਾਂ ਇੱਕ ਚੀਜ਼ ਨੂੰ ਮੰਨਦੇ ਹੀ ਨਹੀਂ ਫਿਰ ਸੁਧਾਰ ਕਿੱਥੋਂ ਕਰ ਲਾਂਗੇ? ਆਪਾਂ ਤਾਂ ਕਹਿੰਦੇ ਸਾਡੇ ਹਾਲਾਤ ਹੀ ਬੜੇ ਵਧੀਆ। ਜਾ ਕੇ ਤਾਂ ਦੇਖੋ ਤੁਸੀਂ। ਇੱਕ ਇਦਾਂ ਕਰਦਾ, ਮੈਂ ਚੈਲੰਜ ਕਰਦਾ ਇਹਨਾਂ ਨੂੰ, ਇੱਕ ਵੈਂਟੀਲੇਟਰ ਦਾ ਬੈੱਡ ਪੈਦਾ ਕਰਕੇ ਦਿਖਾ ਦੇ ਪੰਜਾਬ ਸਰਕਾਰ। ਅੱਜ ਸੀਐਮ ਸਾਹਿਬ ਫੋਨ ਕਰਨਗੇ, ਮੰਤਰੀ ਸਾਹਿਬ ਫੋਨ ਕਰਨਗੇ, ਇਹ ਫੋਨ ਕਰਨਗੇ ਨਹੀਂ ਮਿਲੇਗਾ ਬੈੱਡ। ਆਮ ਲੋਕ ਦੀ ਜ਼ਿੰਦਗੀ ਨੂੰ ਖਿਲਵਾੜ ਕੀਤਾ ਜਾ ਰਿਹਾ। ਚਾਹੇ ਪੰਜਾਬ ਸਰਕਾਰ ਚਾਹੇ ਸੈਂਟਰ, ਕੋਈ ਨਹੀਂ ਸਿੱਖਿਆ। ਝੂਠ ਹੈ। ਫਾਰਮ ਹਾਊਸ ਤੇ ਬੈਠ ਕੇ ਸਹੀ ਕੁਆਰੰਟਾਈਨ ਦਾ ਮਤਲਬ ਕੱਢਿਆ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ 4.25 ਸਾਲ ਤੋਂ ਕੁਆਰੰਟਾਈਨ ਹੈ, ਉਹ ਠੀਕ ਹੈ। ਪਰ ਆਮ ਜਨਤਾ ਦੀ ਸਿਰਫ ਉਹਨਾਂ ਨੂੰ ਅਫਸਰ ਫੀਡਬੈਕ ਜੋ ਦੇ ਦਿੰਦੇ ਉਹ ਮੰਨ ਲੈਂਦੇ, ਪਰ ਇਦਾਂ ਨਹੀਂ ਹੈ। ਹਾਲਾਤ ਜ਼ਮੀਨੀ ਪੱਧਰ ਤੇ ਮਾੜੇ ਆ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਨੂੰ ਮੰਨਣਾ ਪੈਣਾ ਕਿ ਮੌਤ ਦੇ ਆંકੜੇ ਛੁਪਾਏ ਇਸ ਕਰਕੇ ਜਾ ਰਹੇ ਕਿਉਂਕਿ ਕਿਤੇ ਸਾਡੇ ਤੱਤ ਬਾਹਰ ਨਾ ਜਾਣ। ਅਸਲ 'ਚ ਪੰਜਾਬ 'ਚ ਵਿਸਫੋਟਕ ਸਥਿਤੀ ਹੈ। ਮੰਨਣਾ ਪੈਣਾ। ਹਸਪਤਾਲਾਂ ਦੇ ਵਿੱਚ ਜਗ੍ਹਾ ਨਹੀਂ ਹੈ। ਦਿੱਲੀ ਦੇ ਹਾਲਾਤ ਨੇ, ਅਸੀਂ ਨਹੀਂ ਚਾਹੁੰਦੇ ਹੋ ਪੰਜਾਬ ਦੇ। ਦਿੱਲੀ ਦੇ ਹਾਲਾਤ ਬਹੁਤ ਮਾੜੇ ਆ, ਪਰ ਇੱਥੇ ਦੇ ਹਾਲਾਤ ਵੀ ਚੰਗੇ ਨਹੀਂ ਹੈ। ਇੱਥੇ ਦੇ ਤੱਤ ਸਾਨੂੰ ਦੱਸ ਰਹੇ ਆ। ਇਹ ਤਾਂ ਸਾਡੀ ਇਮਿਊਨਿਟੀ ਪੰਜਾਬੀਆਂ ਦੀ ਵੱਧ ਹੋ ਸਕਦੀ ਹੈ, ਬਟ ਇਹਦਾ ਮਤਲਬ ਇਹ ਨਹੀਂ। ਮੈਂ ਤੁਹਾਨੂੰ ਬਾਰ-ਬਾਰ ਇੱਕ ਗੱਲ ਕਹਿਣਾ ਚਾਹੁੰਦਾ, ਜੇ ਬੰਦਾ ਬਿਮਾਰ ਹੈ, ਉਹਦਾ ਬੈੱਡ ਹੀ ਨਹੀਂ ਹੈ, ਉਹਦਾ ਇਲਾਜ ਹੀ ਨਹੀਂ ਹੋਏਗਾ ਤਾਂ ਮਰੇਗਾ ਨਾ। ਮੇਨ ਤਾਂ ਗੱਲ ਇਹ ਹੈ। ਜੀ ਮੈਂ ਬਿਲਕੁਲ ਆ ਰਹੀ ਹਾਂ ਤੁਹਾਡੇ ਕੋਲ। ਕੋਮਲ ਗੁਰਨੂਲ ਸਾਡੇ ਨਾਲ ਮੌਜੂਦ ਨੇ। ਇੱਕ ਯੂਥ ਹੋਣ ਦੇ ਨਾਤੇ ਤੁਸੀਂ ਸੋਸ਼ਲ ਮੀਡੀਆ ਤੇ ਜ਼ਾਹਰ ਜੀ ਗੱਲ ਐਕਟਿਵ ਹੁੰਦੇ ਹੋਵੋਗੇ। ਸਵੇਰ ਤੋਂ ਇੱਕ ਸਟੇਟਸ ਬੜਾ ਵਾਇਰਲ ਹੋ ਰਿਹਾ ਹੈ ਕਿ ਡੋਨੇਸ਼ਨਸ ਤਾਂ ਬਹੁਤ ਆ ਰਹੀਆਂ ਨੇ ਭਾਰਤ ਨੂੰ, ਪਰ ਸਾਨੂੰ ਡੋਨੇਸ਼ਨ ਦੀ ਨਹੀਂ, ਚੰਗੇ ਲੀਡਰ ਦੀ ਲੋੜ ਹੈ। ਬਿਲਕੁਲ ਲੋੜ ਹੈ ਇਸ ਵੇਲੇ ਚੰਗੇ ਲੀਡਰ ਦੀ। ਪ੍ਰਵੀਨ ਜੀ ਨੇ ਗੱਲ ਕੀਤੀ ਕਿ ਟੀਮ ਵਰਕ ਨਾਲ ਚੱਲਣਾ ਚਾਹੀਦਾ ਤੇ ਟੀਮ ਨੂੰ ਚਲਾਉਣ ਲਈ ਇੱਕ ਲੀਡਰ ਹੁੰਦਾ ਜਿਹਨੇ ਇੱਕ ਸੇਧ ਦੇਣੀ ਹੁੰਦੀ ਹੈ ਆਪਣੀ ਸੋਸਾਇਟੀ ਨੂੰ। ਤੇ ਸਾਡਾ ਲੀਡਰ, ਸਾਡੇ ਦੇਸ਼ ਦਾ ਜਿਹੜਾ ਮੁਖੀ ਹੈ, ਪ੍ਰਧਾਨ ਮੰਤਰੀ, ਉਹ ਕੀ ਸੇਧ ਦੇ ਰਿਹਾ ਕਿ ਰੈਲੀਆਂ ਕਰ ਰਿਹਾ। ਜਦ ਕਿ ਇਸ ਵੇਲੇ ਮਹਾਮਾਰੀ ਸੀ, ਸਾਨੂੰ ਉਹਨਾਂ ਨੂੰ ਗਾਈਡਲਾਈਨਸ ਦੇਣੀਆਂ ਚਾਹੀਦੀਆਂ, ਨਿਯਮ ਦੇਣੇ ਚਾਹੀਦੇ ਸੀ ਤੇ ਤਿਆਰੀ ਕਰਨੀ ਚਾਹੀਦੀ ਸੀ। ਤੁਸੀਂ ਬੈਕਗ੍ਰਾਉਂਡ ਦੇਖਿਆ ਨਾ ਇਸ ਮਹਾਮਾਰੀ ਦਾ। ਪਿਛਲੇ ਸਾਲ ਫੈਬਰਰੀ 23-24 ਫੈਬ ਇਹਨਾਂ ਨੇ ਇੱਕ ਪ੍ਰੋਗਰਾਮ ਰੱਖ ਲਿਆ ਨਮਸਤੇ ਟਰੰਪ ਦਾ, ਠੀਕ ਹੈ ਨਾ। ਜਦ ਕਿ ਜਨਵਰੀ 'ਚ, ਪਿਛਲੇ ਸਾਲ ਦੀ ਜਨਵਰੀ 'ਚ WHO ਵੱਲੋਂ ਇਹ ਜਿਹੜਾ ਕੋਵਿਡ-19 ਇਹਨੂੰ ਪੈਂਡੇਮਿਕ ਡਿਕਲੇਅਰ ਕਰਤਾ ਸੀ, ਮਹਾਮਾਰੀ ਡਿਕਲੇਅਰ ਕਰਤਾ ਸੀ। ਜਿਹੜਾ ਅਸਲੀ ਲੀਡਰ ਹੁੰਦਾ ਨਾ ਉਹ ਪਹਿਲੀ ਪ੍ਰੀਕਾਸ਼ਨਰੀ ਸਟੈਪਸ ਲੈ ਕੇ ਚੱਲਦਾ, ਪਹਿਲੀ ਦੂਰਅੰਦੇਸ਼ੀ ਨਾਲ ਚੱਲਦਾ ਕਿ ਇਹ ਮਹਾਮਾਰੀ ਸਾਡੇ ਦੇਸ਼ 'ਚ ਆ ਸਕਦੀ ਹੈ ਤੇ ਅਸੀਂ ਤਿਆਰੀ ਨਾਲ ਚੱਲੀਏ। ਤੇ ਸਾਡੇ ਪ੍ਰਧਾਨ ਮੰਤਰੀ ਨੇ ਅਗਲੇ ਮਹੀਨੇ ਕੀ ਕੀਤਾ? ਨਮਸਤੇ ਟਰੰਪ ਦਾ ਪ੍ਰੋਗਰਾਮ ਰੱਖ ਲਿਆ, ਇਕੱਠ ਕਰ ਲਿਆ। ਜੇ ਸਾਡੇ ਲੀਡਰ ਨੂੰ ਹੀ ਨਹੀਂ ਪਰਵਾਹ ਸਾਡੇ ਲੋਕਾਂ ਦੀ ਜਾਨਾਂ ਦੀ, ਤਾਂ ਲੋਕਾਂ ਦੀ ਜਾਨ ਕਿਵੇਂ ਬਚੂਗੀ?
ਉਹਨਾਂ ਨੂੰ ਪਰਵਾਹ ਹੀ ਨਹੀਂ। ਅੱਜ ਮੈਂ ਫੈਕਟਸ ਰੱਖਣਾ ਚਾਹੁੰਦਾ ਸਾਡੇ ਦੇ, ਇਹ ਤਾਂ ਉਹ ਫੈਕਟਸ ਨੇ ਜਿਹੜੇ ਆਫੀਸ਼ੀਅਲ ਰਿਕਾਰਡ ਦਿਖਾ ਰਿਹਾ। ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਆ, ਬੜੇ ਫੈਕਟਸ ਲੁਕਾਏ ਜਾ ਰਹੇ ਨੇ। ਐਸ ਪਰ ਰਿਕਾਰਡ, ਇਹ ਰਿਕਾਰਡ ਹੀ ਬੋਲ ਰਿਹਾ 1,85,000 ਦੇ ਕਰੀਬ ਲੋਕ ਮਰ ਚੁੱਕੇ ਆ ਕਰੋਨਾ ਕਰਕੇ ਸਾਡੇ ਦੇਸ਼। ਉਹਦਾ ਜ਼ਿੰਮੇਵਾਰ ਕੌਣ ਹੈ? ਸਾਡੇ ਪੰਜਾਬ 'ਚ ਲਗਭਗ 9,000 ਬੰਦੇ ਕਰੋਨਾ ਕਰਕੇ ਮਰ ਚੁੱਕੇ ਆ। ਜਿਹੜੇ ਫੈਕਟਸ ਬੋਲ ਰਿਹਾ ਉਹਦਾ ਹੀ ਪਿਛਲੇ ਹਿਸਾਬ ਉਹਦਾ ਜ਼ਿੰਮੇਵਾਰ ਕੌਣ ਹੈ? ਸਿਰਫ ਸਰਕਾਰ ਦੀਆਂ ਨਲਾਇਕੀਆਂ ਕਰਕੇ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜੀਆਂ। ਜੇ ਕੋਈ ਗਰੀਬ ਬੰਦਾ ਜਿਹਨੇ ਮਾਸਕ ਨਹੀਂ ਲਾਇਆ, ਠੀਕ ਹੈ ਨਾ, ਉਹਦਾ ਤਾਂ ਇਹਨਾਂ ਨੇ ਚਲਾਨ ਕਰਤਾ, 1000 ਰੁਪਏ ਦਾ ਕਰਤਾ, ਉਹਨੂੰ ਕੁੱਟਿਆ ਮਾਰਿਆ, ਉਹਨੂੰ ਅਹਿਸਾਸ ਕਰਾਇਆ ਕਿ ਤੂੰ ਜ਼ਿੰਮੇਵਾਰੀ ਤੋਂ ਭੱਜ ਰਿਹਾ। ਮੈਂ ਉਸ ਚੀਜ਼ ਦਾ ਵਿਰੋਧ ਨਹੀਂ ਕਰਦਾ, ਪਰ ਜਿਹੜੀਆਂ ਸਰਕਾਰਾਂ ਜ਼ਿੰਮੇਵਾਰੀ ਤੋਂ ਭੱਜੀਆਂ ਉਹਦਾ ਹਿਸਾਬ ਕੌਣ ਲਊਗਾ? ਉਹਨਾਂ ਨੂੰ ਸਜ਼ਾ ਕੌਣ ਦਊਗਾ? ਇਹਨਾਂ ਨੇ ਤਾਂ ਮੋਨੋਪੋਲੀ ਬਣਾ ਲਈ ਹੈ, ਸਿਰਫ ਲੋਕਾਂ ਨੂੰ ਇਹਨਾਂ ਨੇ ਮਾਰਨ ਤੇ ਛੱਡਤਾ, ਰੱਬ ਦੇ ਭਰੋਸੇ ਛੱਡਤਾ। ਲੀਡਰਾਂ ਤੋਂ ਕੋਈ ਆਸ ਨਾ ਰੱਖੋ, ਇਹੀ ਇਹਨਾਂ ਨੇ ਇਹ ਦਿਖਾਤਾ। ਮੌਤਾਂ ਲੋਕ ਕਹਿ ਰਹੇ ਨੇ ਕਿ ਮਹਾਮਾਰੀ ਨਾਲ ਘੱਟ ਤੇ ਲਾਪਰਵਾਹੀ ਦੇ ਨਾਲ ਜ਼ਿਆਦਾ ਹੋਈਆਂ ਨੇ। ਇਹ ਜਿਹੜਾ ਸਿਸਟਮ ਹੈ, ਸਿਸਟਮ ਦਾ ਫੇਲੀਅਰ ਹੈ, ਉਸ ਦੀ ਪੋਲ ਖੁੱਲੀ ਹੈ। ਪਹਿਲਾਂ ਤਾਂ ਮੈਂ ਗੋਸ਼ੇ ਭਾਈ ਸਾਹਿਬ ਦਾ ਜਵਾਬ ਦਊਂਗਾ। ਜਿਹੜੇ ਇਹਨਾਂ ਨੇ 3-4 ਵਿਦੇਸ਼ੀ ਮੀਡੀਆ ਦੀਆਂ ਖਬਰਾਂ ਦੇ ਉਹ ਦਿਖਾਏ, ਕੁਝ ਵਿਦੇਸ਼ੀ ਮੀਡੀਆ ਤੇ ਕੁਝ ਇੰਡੀਆ 'ਚ ਰਹਿਣ ਵਾਲਾ ਐਸਾ ਮੀਡੀਆ ਕਮਿਊਨਿਸਟਾਂ ਵੱਲੋਂ ਜਿਹੜਾ ਰਨ ਕਰਦਾ ਹੈ, ਜਿਹਨੂੰ ਮੈਂ ਕਾਲੀਆਂ ਭੇਡਾਂ ਕਹੂੰਗਾ, ਉਹ ਤੜਫਦੇ ਫਿਰਦੇ ਸੀਗੇ ਵੀ ਕਿਸੇ ਤਰ੍ਹਾਂ ਜਿਹੜੇ ਉਹ ਰੁਕੇ ਹੋਏ ਸੀਗੇ ਬਾਹਰਲੇ ਦੇਸ਼ਾਂ ਦੀਆਂ ਮੌਤਾਂ ਦੀਆਂ ਖਬਰਾਂ ਨੂੰ ਉਹ ਨਹੀਂ ਦਿਖਾ ਸਕੇ। ਜਾਂ ਹਿੰਦੁਸਤਾਨ 'ਚ ਆਇਆ ਉਹਨਾਂ ਚਿਤਾ ਦੀਆਂ ਖਬਰਾਂ ਦਿਖਾਈਆਂ, ਉਹਨਾਂ ਨੇ ਕੌਫੀਨ ਦੀਆਂ ਖਬਰਾਂ ਦਿਖਾਈਆਂ, ਜਿਹੜੀਆਂ ਕਿ ਉਹ ਨਹੀਂ ਦਿਖਾ ਸਕਦੇ। ਉਹ ਜਾਣ ਕੇ ਹਿੰਦੁਸਤਾਨ ਨੂੰ ਬਦਨਾਮ ਕਰਨ ਵਾਸਤੇ ਉਹ ਵਿਦੇਸ਼ੀ ਮੀਡੀਆ ਵੀ ਲੱਗਿਆ ਤੇ ਸਾਡੀਆਂ ਵੀ ਕਾਲੀਆਂ ਭੇਡਾਂ ਕੁਝ ਲੱਗੀਆਂ ਹੋਈਆਂ। ਜਦ ਕਿ ਇਹ ਹਿੰਦੁਸਤਾਨ 'ਚ ਅਸੀਂ ਲੋਕਡਾਊਨ ਲਾਇਆ ਤਾਂ ਸਾਰੀਆਂ ਪਾਰਟੀਆਂ ਨੇ ਵਿਰੋਧ ਕੀਤਾ। ਲੋਕਡਾਊਨ ਕਿਉਂ ਲਾਇਆ? ਜਦ ਅਨਲੋਕਡਾਊਨ ਹੋਇਆ ਤਾਂ ਕਿਉਂ ਅਨਲੋਕਡਾਊਨ ਕਰਤਾ? ਵੈਕਸੀਨੇਸ਼ਨ ਸ਼ੁਰੂ ਕੀਤੀ, ਕਿਉਂ ਸ਼ੁਰੂ ਕਰਤੀ? 45 ਸਾਲ ਤੋਂ ਕਿਉਂ ਸ਼ੁਰੂ ਕੀਤੀ? ਸਭ ਨੂੰ ਕਰਨੀ ਚਾਹੀਦੀ ਹੈ। ਬਿਮਾਰੀ ਵਾਲਿਆਂ ਨੂੰ ਕਿਉਂ ਸ਼ੁਰੂ ਕਰਤੀ? ਇਹ ਸਾਰੀਆਂ ਸਿਰਫ ਤੇ ਸਿਰਫ ਹਿੰਦੁਸਤਾਨ ਦੇ ਅੰਦਰ ਇਹ ਜਿਹੜੀ ਸਥਿਤੀ ਹੈ, ਉਹ ਸਥਿਤੀ ਨੂੰ ਖਰਾਬ ਕਰਨ ਵਾਸਤੇ ਉਹ ਇਹਨਾਂ ਨੂੰ ਜਿਹੜੀ ਇਹ ਸੈਕਿੰਡ ਜਿਹੜਾ ਇਹਦਾ ਕੋਵਿਡ ਦਾ ਜਿਹੜਾ ਅਟੈਕ ਹੋਇਆ, ਇਹਨਾਂ ਵਾਸਤੇ ਵੀ ਇਹ ਵੀ ਖੁਸ਼ੀ ਦਾ ਮਾਹੌਲ ਹੈ ਵੀ ਸਾਨੂੰ ਬਦਨਾਮ ਕਰਨ ਦਾ, ਮੋਦੀ ਨੂੰ ਬਦਨਾਮ ਕਰਨ ਦਾ ਇੱਕ ਮੌਕਾ ਮਿਲ ਗਿਆ। ਜਦ ਕਿ ਇਹਦੇ ਅੰਦਰ ਰਾਜਨੀਤੀ ਨਹੀਂ ਚਾਹੀਦੀ। ਰਾਜਨੀਤੀ ਹੋਣ ਕਰਕੇ, ਲੋਕਾਂ ਨੂੰ ਡਰ ਪੈਦਾ ਕਰਨ ਕਰਕੇ, ਲੋਕਾਂ ਦਾ ਵੈਕਸੀਨੇਸ਼ਨ ਤੋਂ ਧਿਆਨ ਹਟਾਉਣ ਕਰਕੇ ਜਿਹੜੀ ਹੈਗੀ ਇਹ ਜਿਹੜੀ ਸਾਡੀਆਂ ਮੌਤਾਂ ਇਹਦੀ ਜਿਹੜੀ ਹੈ ਵਾਧਾ ਹੋਇਆ। ਲੱਖਾਂ ਜਿਹੜੀ ਡੋਜ਼ ਬਰਬਾਦ ਹੋਈਆਂ, ਉਹ ਵੀ ਇੱਕ ਕਾਰਨ ਹੈ ਮੌਤਾਂ ਦਾ। ਲੋਕਡਾਊਨ ਹੋਇਆ, ਪ੍ਰਧਾਨ ਮੰਤਰੀ ਜੀ ਨੇ ਕੁਝ ਸੋਚ ਕੇ ਲੋਕਡਾਊਨ ਲਾਇਆ ਹੋਣਾ। ਉਸ ਦੌਰਾਨ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੇ ਪੈਦਲ ਯਾਤਰਾ ਕੀਤੀ ਕਈ ਕਿਲੋਮੀਟਰ, ਕਈਆਂ ਦੀ ਮੌਤ ਹੋ ਗਈ, ਬੱਚੇ ਮਰ ਗਏ, ਕਈਆਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਕਿ ਕੰਮ ਨਹੀਂ ਚੱਲਿਆ, ਤਾਲੇ ਜੜੇ ਹੋਏ ਸੀ। ਸ਼ਟਰਾਂ ਨੂੰ ਹੁਣੇ 5 ਵਜਣ ਵਾਲੇ ਨੇ, ਇੱਥੇ ਵੀ ਤਾਲੇ ਲੱਗ ਜਾਣੇ ਨੇ। ਫਾਇਦਾ ਕੀ ਹੋਇਆ? ਦੇਖੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਦੇਖੋ ਐਡਾ ਵੱਡਾ ਦੇਸ਼ ਹੈ, 135 ਕਰੋੜ ਜਨਤਾ ਹੈਗੀ ਹੈ। ਗੌਰਮੈਂਟ ਨੇ ਕੋਈ ਰੂਲ ਜਾਂ ਰੈਗੂਲੇਸ਼ਨ ਪਾਸ ਕੀਤਾ, ਉਸ ਨਾਲ ਗੌਰਮੈਂਟ ਕੰਮ ਕਰ ਰਹੀ ਹੈ। ਲੇਕਿਨ ਕਈ ਬੰਦੇ ਜ਼ਿਆਦਾ ਅਗਰੈਸਿਵ ਹੋ ਜਾਂਦੇ ਆ, ਉਹਨੂੰ ਥੋੜ੍ਹੀ ਜਿਹੀ ਕੋਈ ਚਿੰਤਾ ਵੀ ਹੋ ਜਾਂਦੀ ਹੈ। ਕਈ ਬੰਦੇ ਕੁਝ ਨਹੀਂ ਉਹਨੂੰ ਕਰ ਸਕਦੇ, ਉਹਨੂੰ ਆਪਣੇ ਹਿਸਾਬ ਨਾਲ ਨਹੀਂ ਉਹਨੂੰ ਚੱਲ ਸਕਦੇ, ਤਾਂ ਉਹ ਇਸ ਤਰ੍ਹਾਂ ਦੀ ਕਾਹਲੀ ਕੀਤੀ। ਪਰ ਫਿਰ ਵੀ ਮੋਦੀ ਗਵਰਨਮੈਂਟ ਦੇ ਅੰਦਰ ਕਰੀਬ 9 ਮਹੀਨੇ 60 ਕਰੋੜ ਤੋਂ ਵੱਧ ਲੋਕਾਂ ਨੂੰ ਅਨਾਜ ਫ੍ਰੀ ਮਿਲਿਆ, ਗੱਡੀਆਂ ਫ੍ਰੀ, ਬੱਸਾਂ ਫ੍ਰੀ। ਸਰ ਜਿਹੜੇ ਲੋਕਾਂ ਨੂੰ ਤੁਸੀਂ ਦਾਅਵਾ ਕੀਤਾ ਅਨਾਜ ਫ੍ਰੀ ਮਿਲਿਆ, ਉਹ ਤਾਂ ਐਨਜੀਓਜ਼ ਵੱਲੋਂ, ਐਨਜੀਓਜ਼ ਨੇ ਦਾਅਵਾ ਕੀਤਾ ਹੁੰਦਾ ਸੀ। ਇਸ ਬੰਦੇ ਦੀ ਕੀ ਜ਼ਰੂਰਤ ਹੈ? ਕਿਸੇ ਮਜ਼ਦੂਰ ਦੀ ਕੀ ਜ਼ਰੂਰਤ ਹੈ? ਕਿਸੇ ਵਪਾਰੀ ਦੀ ਕੀ ਜ਼ਰੂਰਤ ਹੈ? ਕਿਸੇ ਭੈਣ ਦੀ ਕੀ ਜ਼ਰੂਰਤ ਹੈ? ਕਿਸੇ ਕਿਸਾਨ ਦੀ ਕੀ ਜ਼ਰੂਰਤ ਹੈ? ਸਾਰੀਆਂ ਚਿੰਤਾ ਕਰਦੇ ਹੋਏ ਮੋਦੀ ਗਵਰਨਮੈਂਟ ਨੇ ਕੰਮ ਕੀਤਾ ਔਰ ਪੂਰੇ ਦੁਨੀਆ ਦੇ ਅੰਦਰ ਲੋਕਾਂ ਨੇ ਤਾਰੀਫ ਕੀਤੀ ਵੀ ਹਿੰਦੁਸਤਾਨ ਨੇ ਜੋ ਕੋਵਿਡ ਨੂੰ ਮੈਨੇਜ ਕੀਤਾ। ਉਹ ਤਾਰੀਫ ਦਿਖੀ ਸੁਣੀ ਨਹੀਂ ਕਿਤੇ, ਬਹੁਤ ਘੱਟ ਦਿਖੀ ਸੁਣੀ। ਕੋਈ ਨਹੀਂ, ਤੁਸੀਂ ਖਬਰਾਂ ਕਰ ਲਓ, ਕਿਉਂਕਿ ਚੰਗੀਆਂ ਖਬਰਾਂ ਦੇਖਣੀਆਂ ਨਹੀਂ ਆਪਾਂ ਉਹੀ ਦੇਖਣਾ ਚਾਹੁੰਦੇ ਆ ਜੋ ਸਾਡੇ ਮਨ 'ਚ ਹੈ। ਅੱਜ 40 ਦੇਸ਼ ਹਿੰਦੁਸਤਾਨ ਦੀ ਮਦਦ ਕਰ ਰਹੇ ਆ। ਕਿਸ ਤਰ੍ਹਾਂ? ਅੱਗੇ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ। 40 ਦੇਸ਼ਾਂ 'ਚ ਕੋਈ ਆਕਸੀਜਨ ਭੇਜ ਰਿਹਾ, ਕੋਈ ਲਿਕੁਇਡ ਆਕਸੀਜਨ ਭੇਜ ਰਿਹਾ, ਕੋਈ ਸਿਲੰਡਰ ਭੇਜ ਰਿਹਾ, ਕੋਈ ਜਨਰੇਟਿੰਗ ਪਲਾਂਟ ਭੇਜ ਰਿਹਾ। ਕਿਉਂ? ਕੋਈ ਰੈਪਿਡ ਇੰਜੈਕਸ਼ਨ ਭੇਜ ਰਿਹਾ। ਸੋ ਇੱਕ ਇਸ ਲਈ ਹੈ ਕਿਉਂਕਿ ਅਸੀਂ ਉਹ ਸਾਡੀ ਮੈਨੇਜਮੈਂਟ ਸੀ, ਅਸੀਂ ਆਪਣੇ ਦੇਸ਼ ਦੇ ਨਾਲ ਬਾਕੀ ਦੇਸ਼ਾਂ ਦੀ ਵੀ ਮਦਦ ਕੀਤੀ ਸੀ, ਜਿਹਦਾ ਰਿਸਪੌਂਡ ਅਮਰੀਕਾ ਵਰਗਾ ਕੰਟਰੀ ਕਹਿ ਰਿਹਾ ਵੀ ਕਿਉਂਕਿ ਸਾਡੀ ਮਦਦ ਕੀਤੀ ਸੀ, ਅਸਲੀ ਇਸ ਨੂੰ ਹਿੰਦੁਸਤਾਨ ਦੀ ਮਦਦ। ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਸਾਰੇ ਬਾਹਰਲੇ ਮੀਡੀਆ ਨੇ ਤੇ ਇਹਨਾਂ ਨੂੰ ਚੰਗਾ ਲੱਗਾ। ਜਦੋਂ ਮਾੜੀ ਹੋ ਗਈ ਤੇ ਇਹਨਾਂ ਦੇ ਖਿਲਾਫਤ ਹੋ ਗਈ, ਚਲੋ ਇਹ ਛੱਡ ਦਿੰਦੇ ਆ, ਆਪਣੀ ਗੱਲ ਕਰ ਲੈਂਦੇ। ਹਾਈ ਕੋਰਟ, ਉੱਚ ਅਦਾਲਤ, ਹਾਈ ਕੋਰਟ ਨੇ ਕਹਿਤਾ, ਚੋਣ ਕਮਿਸ਼ਨ ਨੂੰ ਕਹਿਤਾ ਵੀ ਇਹਨਾਂ ਤੇ ਪਰਚਾ ਕਤਲ ਦਾ ਦਰਜ ਹੋਣਾ ਚਾਹੀਦਾ। ਦੂਜਾ ਇਹਨਾਂ ਨੂੰ ਕਹਿੰਦਾ ਇਹ ਲੱਗ ਰਿਹਾ ਵੀ ਸਰਕਾਰ ਆਪਣੇ ਬੰਦਿਆਂ ਨੂੰ ਬਚਾਉਣ 'ਚ ਸਗਰ ਨਹੀਂ ਹੈ, ਉਹ ਮਾਰਨਾ ਚਾਹੁੰਦੀ ਹੈ। ਇਹ ਹਾਈ ਕੋਰਟ ਬਾਰੇ ਕੀ ਕਹਿਣਗੇ? ਅੱਜ ਇਹ ਕਹਿੰਦੇ ਵੀ ਰਾਸ਼ਨ ਦੇਤਾ। ਮੈਂ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਨੂੰ, ਕਾਂਗਰਸ ਵਾਲੇ ਵੀ ਖੜੇ ਆ, ਬੀਜੇਪੀ ਵਾਲੇ ਖੜੇ, ਕੀ ਤੁਸੀਂ ਰਾਸ਼ਨ ਦੇ ਕੇ ਸਾਡੇ ਤੇ ਆਸਾਨ ਕਰਤਾ? ਸਾਰੀ ਉਮਰ ਇੱਕ ਵਪਾਰੀ ਤੁਹਾਨੂੰ ਟੈਕਸ ਦੇ ਰਿਹਾ, ਤੁਸੀਂ ਉਹਨਾਂ ਨੂੰ ਦਿੱਤਾ ਕੀ? ਦਿੱਤਾ ਅੱਜ 5 ਵਜੇ ਲੋਕਡਾਊਨ। ਮੈਂ ਪੁੱਛਣਾ ਚਾਹੁੰਦਾ 5 ਵਜੇ ਕਰੋਨਾ ਵਾਪਸ ਆ ਜਾਂਦਾ?
ਜਾਂ ਸ਼ਨੀ ਐਤਵਾਰ ਕਰੋਨਾ ਵਾਪਸ ਆ ਜਾਂਦਾ ਬਾਕੀ ਦਿਨ ਭੱਜਦਾ। ਇਹ ਡਰਾਮੇਬਾਜ਼ੀ ਬੰਦ ਕਰੋ। ਜੇ ਲੋਕਡਾਊਨ ਕਰਨਾ, ਮੇਰੀ ਗੱਲ ਸੁਣੋ, ਮੈਂ ਉਹਨਾਂ ਨੂੰ ਵੀ ਕਹਿ ਰਿਹਾ, ਮੈਂ ਕਾਂਗਰਸ ਨੂੰ ਕਹਿ ਰਿਹਾ, ਜੇ ਲੋਕਡਾਊਨ ਕਰਨਾ ਤੇ ਉਹਨੂੰ ਬਿਲਕੁਲ ਤਰੀਕੇ ਦੇ ਨਾਲ ਵਪਾਰੀਆਂ ਨੂੰ ਤਾਂ ਪੁੱਛੋ ਕੀ ਚਾਹੀਦਾ। ਜੀ ਦੇਖੋ ਇਹ ਜਿਹੜੇ ਸਰਕਾਰ ਲੈਵਲ ਦੇ ਫੈਸਲੇ ਆ, ਇਹ ਸਰਕਾਰ ਉਸ ਲੈਵਲ ਤੇ ਕਰਦੀ ਹੈ ਜਿੱਥੇ ਗੋਸ਼ਾ ਜੀ ਵੀ ਨਹੀਂ ਜਾਂਦੇ ਤੇ ਮੈਂ ਵੀ ਨਹੀਂ ਜਾਂਦਾ, ਠੀਕ ਹੈ ਜੀ। ਤੇ ਹਾਲਾਤ ਇਹ ਆ, ਜਿਹੜੀ ਉਹਨਾਂ ਨੂੰ ਗੱਲ ਕਹੀ ਹੈ, ਜਿਹੜਾ ਵੀ ਸਵਾਲ ਹੋਏਗਾ, ਪਰ ਮੈਂ ਇੱਕ ਗੱਲ ਬੜੀ ਇਮਾਨਦਾਰੀ ਨਾਲ ਕਹਿਣਾ, ਜਿਹੜਾ ਵੀ ਸਵਾਲ ਹੋਏਗਾ ਉਹ ਸੱਤਾ ਨੂੰ ਹੋਣਾ, ਜਿਹੜਾ ਵਿਰੋਧੀ ਧਿਰ ਹੈ ਉਹਨੂੰ ਕੋਈ ਸਵਾਲ ਨਹੀਂ ਹੋਣਾ। ਜੇਕਰ ਪੰਜਾਬ ਦੇ ਵਿੱਚ ਕੋਈ ਆਕਸੀਜਨ ਦੀ ਕੋਈ ਦਿੱਕਤ ਆਂਦੀ ਹੈ ਜਾਂ ਕੋਈ ਪ੍ਰੋਬਲਮ ਆਂਦੀ ਹੈ ਤੇ ਉਹ ਸਵਾਲ ਜਿਹੜਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੂੰ ਹੋਏਗਾ। ਤੇ ਜੇ ਸੈਂਟਰ ਦੀ ਕੋਈ ਪ੍ਰੋਬਲਮ ਆਂਦੀ ਹੈ ਤੇ ਉਹ ਜਿਹੜਾ ਸਵਾਲ ਹੈ ਉਹ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਨੂੰ ਹੋਏਗਾ। ਇਹ ਲੋਕ ਇਸ ਗੱਲ ਤੋਂ ਇਹਨਾਂ ਨੇ ਸਹੀ ਗੱਲ ਕਹੀ ਹੈ ਵੀ ਸਾਡੀ ਆਵਾਜ਼ ਨਹੀਂ ਉੱਥੇ ਜਾਂਦੀ। ਇਹਦਾ ਮਤਲਬ ਆਮ ਆਵਾਜ਼ ਨਹੀਂ ਬੋਲਦੀ ਨਾ ਉੱਥੇ। ਇਹ ਜਿਹੜਾ ਗੋਸ਼ਾ ਜੀ ਇੱਕ ਮਿੰਟ, ਇਹ ਜਿਹੜਾ ਜਿਹੜੀ ਇਹਨਾਂ ਨੇ, ਯਾਰ ਮੈਂ ਉਦੋਂ ਬੋਲਿਆ ਵਿੱਚ ਜਦੋਂ ਤੁਸੀਂ ਬੋਲਦੇ, ਦੱਸ ਰਿਹਾ ਬਿਲਕੁਲ ਤੁਸੀਂ ਨਾ ਦੱਸੋ, ਮੈਨੂੰ ਪਤਾ ਆਈ ਨੋ ਈਚ ਐਂਡ ਐਵਰੀਥਿੰਗ। ਤੁਹਾਡੀ ਤਾਰੀਫ ਕਰਦਾ ਇਸ ਗੱਲ ਦੀ। ਮੈਂ ਮੰਨਦਾ ਇਹ ਗੱਲ, ਤੁਸੀਂ ਆਮ ਆਵਾਜ਼ ਨਹੀਂ ਸੁਣਦੇ। ਆਪਣੀ ਗੱਲ ਪੂਰੀ ਕਰ ਲੈਂਦੇ। ਮੈਂ ਵਿੱਚ ਨਾ ਬੋਲਿਓ, ਜੇ ਵਿੱਚ ਬੋਲੇ ਤੇ ਮੈਂ ਵਿੱਚ ਬੋਲਣਾ ਆਉਂਦਾ ਮੈਨੂੰ। ਜਿਹੜੀ ਉਹ ਗੱਲ ਕਰਦੇ ਆ, ਸਵਾਲ ਸੱਤਾ ਨੂੰ ਹੋਣਾ। ਜੇਕਰ ਨਰਿੰਦਰ ਮੋਦੀ ਦੀ ਸਰਕਾਰ, ਜੇਕਰ ਆ ਪ੍ਰੋਬਲਮ ਆਈ ਹੈ, ਜੇਕਰ ਆਕਸੀਜਨ ਦੀ ਪ੍ਰੋਬਲਮ ਜਾਂ ਵੈਂਟੀਲੇਟਰ ਦੀ ਪ੍ਰੋਬਲਮ ਹੁੰਦੀ ਹੈ ਤੇ ਸਵਾਲ ਉਹਨੂੰ ਹੋਣਾ ਹੀ ਹੋਣਾ। ਇਹ ਉਸ ਸਵਾਲ ਤੋਂ ਭੱਜਦੇ ਕਿਉਂ ਹੈ? ਜੇ ਵਿਦੇਸ਼ੀ ਮੀਡੀਆ ਖਿਲਾਫ ਲਿਖਦਾ ਹੈ, ਅੱਜ ਉਹ ਖਿਲਾਫ ਲਿਖਦਾ, ਉਹ ਇਹਨਾਂ ਨੂੰ ਮਾੜਾ ਲੱਗਦਾ। ਜਦੋਂ ਉਹ ਚੰਗਾ ਲਿਖਦਾ ਉਦੋਂ ਇਹਨਾਂ ਨੂੰ ਬਹੁਤ ਚੰਗਾ ਲੱਗਦਾ। ਉਹ ਕਿਉਂ ਜੀ? ਕਿਉਂਕਿ ਵਿਦੇਸ਼ੀ ਮੀਡੀਆ ਸੱਚ ਲਿਖਦਾ। ਜਿਹੜਾ ਇੱਥੋਂ ਵਾਲਾ ਮੀਡੀਆ ਹੈ, ਦਿੱਲੀ ਵਾਲਾ ਨੈਸ਼ਨਲ ਮੀਡੀਆ ਹੈ, ਉਹ ਸੱਚ ਨਹੀਂ ਦਿਖਾ ਰਿਹਾ। ਉਹ ਬਿਲਕੁਲ ਇੱਕ ਮੋਦੀ ਸਰਕਾਰ ਦਾ ਭੋਂਪੂ ਬਣ ਕੇ ਕੰਮ ਕਰ ਰਿਹਾ। ਠੀਕ ਹੈ, ਮੇਰਾ ਇੱਕ ਹੋਰ ਸਵਾਲ ਹੈ, ਫਿਰ ਮੇਰੇ ਸਹਿਯੋਗੀ ਕੰਟੀਨਿਊ ਕਰਨਗੇ। ਜੀ ਬਿਲਕੁਲ ਤੁਹਾਡੇ ਕੋਲ ਆ ਰਹੇ ਹਾਂ। ਆਮ ਲੋਕਾਂ ਦਾ ਇਹ ਸਵਾਲ ਹੈ, ਕਿਉਂਕਿ ਅਸੀਂ ਕਮੈਂਟਸ ਰੀਡ ਕਰਦੇ ਹਾਂ, ਅਸੀਂ ਕੁੰਵਰ ਜੋਤ ਤੇ ਡੈਸਕ ਲਾਈਵ ਕਰਦੇ ਨੇ, ਅਸੀਂ ਕਰਦੇ ਕਮੈਂਟਸ ਰੀਡ ਕਰਦੇ ਹਾਂ। ਲੋਕ ਕਹਿ ਰਹੇ ਨੇ ਕਿ ਅਸੀਂ ਡਰੇ ਹੋਏ ਹਾਂ ਕਿ ਦਿੱਲੀ ਵਰਗੀ ਸਥਿਤੀ ਪੰਜਾਬ ਦੇ ਵਿੱਚ ਨਾ ਆਏ, ਪਰ ਸਾਡੇ ਸੀਐਮ ਸਾਹਿਬ ਨੂੰ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦੇਣਾ ਜ਼ਿਆਦਾ ਜ਼ਰੂਰੀ ਲੱਗ ਰਿਹਾ। ਕੁਰਸੀ ਦੀ ਇੰਨੀ ਚਿੰਤਾ ਪਈ ਹੋਈ ਹੈ। ਦੇਖੋ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਉਦੋਂ ਇਲਾਵਾ ਜਿਹੜੇ ਬਾਕੀ ਬਿਆਨ, ਚਲੋ ਇੱਕ ਬਿਆਨ ਮੈਂ ਸਿੱਧੂ ਵਾਲਾ ਜਿਹੜਾ ਮਹਾਰਾਜ ਸਾਹਿਬ ਦਾ ਆਇਆ ਮੈਂ ਮੰਨਦਾ ਵਾਂ, ਪਰ ਜਿਹੜੇ ਬਾਕੀ ਅੱਜ ਵੀ ਮੀਟਿੰਗ ਕੋਵਿਡ ਦੇ ਰਿਗਾਰਡਿੰਗ ਹੋਈ ਹੈ, ਮੈਨੂੰ ਇਹਦੇ ਬਾਰੇ ਪਤਾ ਨਹੀਂ ਕਿ ਉੱਥੇ ਕੀ ਫੈਸਲਾ ਹੋਇਆ, ਬਟ ਅੱਜ ਵੀ ਮੀਟਿੰਗ ਸੀਗੀ। ਰੋਜ਼ ਮੀਟਿੰਗ ਹੋ ਰਹੀ ਹੈ ਔਰ ਰੋਜ਼ ਕੋਈ ਨਾ ਕੋਈ ਜਿਹੜੇ ਹੈਗੇ ਆ ਉਹਦੇ ਵਾਸਤੇ ਉਪਰਾਲੇ ਕੀਤੇ ਜਾ ਰਹੇ ਆ। ਜੋ ਸਰਕਾਰ ਕਰ ਰਹੀ ਹੈ, ਜੋ ਕਰ ਸਕਦੀ ਹੈ, ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਠੀਕ ਹੈ, ਮੇਰੇ ਸਹਿਯੋਗੀ ਕੁੰਵਰ ਜੋਤ ਸਿੰਘ ਸਵਾਲ ਤੁਸੀਂ ਕਹਿ ਰਹੇ ਹੋ ਵੀ ਜੋ ਕਰ ਸਕਦੇ ਉਸ ਤੋਂ ਵੱਧ ਕਰ ਰਹੇ ਆ। ਕੱਲ ਦੀ ਜੇ ਸਰਕਾਰੀ ਆਪਾਂ ਦੇਖੀਏ, ਸਰਕਾਰੀ ਜੋ ਡਿਟੇਲਸ ਆਉਂਦੀ ਹੈ ਉਸ ਦੇ ਤਹਿਤ ਜੋ ਨੇ 18 ਮੌਤਾਂ ਹੋਈਆਂ। ਕੀ ਸਰਕਾਰ ਕੋਲ 18 ਐਂਬੂਲੈਂਸ ਹੈਗੀਆਂ ਨੇ ਕਿ ਨਹੀਂ ਹੈਗੀਆਂ? ਪਹਿਲਾਂ ਇਹਦਾ ਜਵਾਬ ਦਿਓ। ਸਰਕਾਰ ਕੋਲ 18 ਐਂਬੂਲੈਂਸ ਹੈ ਕਿ ਨਹੀਂ ਹੈ? ਬਿਲਕੁਲ ਹੋਣਗੀਆਂ ਜੀ। ਤੇ ਹੋਣਗੀਆਂ, ਜਿਨ੍ਹਾਂ ਦੀ ਮੌਤ ਹੋ ਰਹੀ ਹੈ ਉਹਨਾਂ ਨੂੰ ਐਂਬੂਲੈਂਸ ਕਿਉਂ ਨਹੀਂ ਮਿਲ ਰਹੀ? ਫਿਰ ਦੇਖੋ, ਮੈਂ ਤੁਹਾਨੂੰ ਜਿਹੜੀ ਕੱਲ ਦੀ ਖਬਰ ਹੈ, ਲੁਧਿਆਣੇ ਦੀ ਖਬਰ ਹੈ, ਮੈਂ ਤੁਹਾਨੂੰ ਜਿਹੜੀ ਇਹ ਗੱਲ ਕਰ, ਇਹ ਜਿਹੜਾ ਸਵਾਲ ਹੈ, ਮੈਂ ਇੱਕ ਪੋਲੀਟੀਸ਼ੀਅਨ ਆ, ਮੈਂ ਛੋਟਾ ਜਿਹਾ ਕਾਉਂਸਲਰ ਆ। ਇਹ ਜਿਹੜਾ ਸਵਾਲ ਹੈ, ਇਹਦਾ ਜਵਾਬ ਤੇ ਸਿਵਲ ਸਰਜਨ ਦੇ ਸਕਦੇ ਆ। ਪਰ ਤੁਸੀਂ ਇੱਥੇ ਜਵਾਬ ਦੇ ਨਹੀਂ ਆਏ ਹੋ। ਮੈਂ ਜਵਾਬ ਦੇਣ ਆਇਆ, ਮੈਨੂੰ ਤੇ ਤੁਸੀਂ ਬੁਲਾ ਲਿਆ, ਮੈਂ ਆ ਗਿਆ। ਪਰ ਸਵਾਲ ਜਿਹੜਾ ਇਹ ਸਿਵਲ ਸਰਜਨ ਦਾ ਵੀ ਉਹਨੇ ਐਂਬੂਲੈਂਸ ਕਿਉਂ ਨਹੀਂ ਦਿੱਤੀ। ਜੇ ਮੈਂ ਸਿਵਲ ਸਰਜਨ ਆ ਤੇ ਮੈਨੂੰ ਸਵਾਲ ਪੁੱਛੋ। ਅੱਛਾ ਜੀ, ਇਹਦਾ ਜਵਾਬ ਦੇਣਗੇ। ਬੜੀ ਜਵਾਬ ਹੈ ਵੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਨਾ 108 ਇੱਕ ਸ਼ੁਰੂ ਕੀਤੀ ਸੀ ਐਂਬੂਲੈਂਸ ਸੇਵਾ। ਉਹਦੇ ਵਿੱਚ 95% ਗੱਡੀਆਂ ਬੰਦ ਪਈਆਂ, ਸਾਈਡ ਤੇ ਠੀਕ ਕਰਾਉਣ ਦੇ ਪੈਸੇ ਨਹੀਂ ਹੈ ਇਹਨਾਂ ਕੋਲੋਂ। ਜੇ ਤੁਸੀਂ ਦੇਖੋ ਕਿੰਨੀ ਦੇਰ ਪਹਿਲਾਂ ਇਹ ਤਿਆਰੀ ਕਰ ਲਈ ਸੀ, ਕਿਉਂਕਿ ਪਤਾ ਨਹੀਂ ਹੁੰਦਾ ਬਿਮਾਰੀ ਕਿਸੇ ਰੂਪ 'ਚ ਆ। ਨਾਲੇ ਦੂਜੀ ਗੱਲ, ਇਹਨੂੰ ਮਹਾਮਾਰੀ ਕਿਹਾ ਗਿਆ। ਇਹ ਬਾਰ-ਬਾਰ ਕਹਿੰਦੇ, ਅਸੀਂ ਕਹਿੰਦੇ ਬਿਮਾਰੀ, ਕਹਿੰਦੇ ਨਹੀਂ ਮਹਾਮਾਰੀ ਆ। ਮਹਾਮਾਰੀ ਦੇ ਵਿੱਚ ਗਵਰਨਮੈਂਟ ਦੀ ਕੀ ਡਿਊਟੀ ਹੈ? ਗਵਰਨਮੈਂਟ ਦੀ ਡਿਊਟੀ ਹੈ ਕਿ ਆਪਣੇ ਸਾਰੇ ਬੰਦਿਆਂ ਦੀ ਜਾਨ ਬਚਾਣੀ, ਪੈਸਾ ਨਹੀਂ ਲੱਗਣ ਦੇਣਾ। ਪਰ ਇੱਥੇ ਤਾਂ ਜ਼ਰੂਰਤ ਹੀ ਨਹੀਂ। ਇੱਥੇ ਤਾਂ ਜਿਹੜਾ ਪੈਸੇ ਵਾਲਾ ਵਿਚਾਰਾ ਕੋਈ ਸਿਫਾਰਿਸ਼ ਵਾਲਾ ਤਾਂ ਚੱਲ ਜਾਂਦਾ, ਦੂਜਾ ਰਹਿ ਜਾਂਦਾ। ਇਹ ਦੋਨੋਂ ਸਰਕਾਰਾਂ ਅੱਜ, ਮੈਂ ਫਿਰ ਕਹਿ ਦਿੰਦਾ, ਅੱਜ ਇਹ ਲੋਕ ਅੱਜ ਵੀ ਤਹੀਆ ਕਰ ਲੈਣ ਕਿ ਅਸੀਂ ਲੋਕਾਂ ਦੀ ਜ਼ਿੰਦਗੀ ਬਚਾਣੀ ਹੈ, ਤੇ ਤਾਂ ਹੀ ਹੈ ਨਾ, ਜਦ ਕਿ ਨੀਤੀ ਨਹੀਂ ਹੈ। ਜੇ ਨੀਤੀ ਨਹੀਂ ਹੈ ਤੇ ਫਿਰ ਕਦੀ ਕਿਸੇ ਜਗ੍ਹਾ ਤੇ ਨਹੀਂ ਪਹੁੰਚਿਆ ਜਾ ਸਕਦਾ। ਮਾੜੇ ਹਾਲਾਤ ਹੈ, ਡਿਜ਼ਾਸਟਰ ਹੈ, ਫੇਲੀਅਰ ਹੈ, ਤੱਥ ਲੁਕੋਏ ਜਾ ਰਹੇ ਆ। ਤੱਥ ਤਾਂ ਲੁਕੋਏ ਜਾ ਰਹੇ ਕਿ ਆਪਣੀ ਸਿਸਟਮ ਨਾ ਦੇਖ ਸਕੇ, ਪਰ ਸਾਡੀ ਅੱਖ ਨਹੀਂ ਹੋ ਸਕਦੀ। ਪਰ ਪ੍ਰਮਾਤਮਾ ਦੀ ਅੱਖ ਤਾਂ ਹੈਗੀ ਨਾ। ਜਿਹੜੇ ਲੋਕ ਸਾਈਕਲਾਂ ਤੇ ਲਾਸ਼ਾਂ ਲੈ ਕੇ ਜਾ ਰਹੇ ਆ, ਜਿਨ੍ਹਾਂ ਕੋਲ ਉਹ ਵੀ ਲਿਜਾਣ ਦੀ ਜਗ੍ਹਾ ਨਹੀਂ ਹੈ। ਤੇ ਮੈਂ ਕਹਿੰਦਾ ਇਸ ਸਭ ਨਾਲ ਡਿਜ਼ਾਸਟਰ ਇਸ ਦੇਸ਼ 'ਚ ਰਹਿਣਾ। ਮੈਂ ਦੋ ਗੱਲਾਂ ਕਹਿਣਾ ਉਹਨਾਂ ਬਾਰ-ਬਾਰ, ਇਸ ਦੇਸ਼ 'ਚ ਬੰਦਾ ਜਾਂ ਉਹ ਰਹਿ ਸਕਦਾ ਜਿਹੜਾ ਧੱਕੇ ਸਹਿ ਸਕਦਾ, ਤੇ ਜਾਂ ਜਿਹੜਾ ਧੱਕਾ ਕਰ ਸਕਦਾ, 2 ਨੰਬਰ ਕਰ ਸਕਦਾ। ਦੋ ਬੰਦੇ ਹੀ ਆ, ਜਾਂ ਤਾਂ ਧੱਕੇ ਸਹਿਣਾ ਸਿੱਖ ਲਓ ਤੇ ਜਾਂ ਧੱਕਾ ਕਰਨਾ ਸਿੱਖ ਲਓ। ਤੀਜਾ ਬੰਦਾ ਮਿਡਲ ਬੰਦਾ ਇੱਥੇ ਦੇਸ਼ 'ਚ ਨਹੀਂ ਰਹਿ ਸਕਦਾ। ਅੱਜ ਨਹੀਂ ਤੇ ਕੱਲ ਸਾਡੇ ਨੌਜਵਾਨ ਜਿਸ ਸਪੀਡ 'ਤੇ ਬਾਹਰ ਜਾ ਰਹੇ ਆ, ਉਹ ਸਪੀਡ 'ਚ ਇਹ ਲੱਗਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਸਾਡੀ ਪੰਜਾਬੀਅਤ ਬਿਲਕੁਲ ਨਹੀਂ ਦਿਖਣੀ। ਤੇ ਹਿੰਦੁਸਤਾਨ ਵਾਲੇ ਚਾਹੇ ਵੱਡਾ ਆਪਣਾ ਗਾਇਕ ਵਿੱਚੇ ਰੋਕਣਾ ਚਾਹਾਂਗਾ। ਇੱਕ ਮੇਰੇ ਪਿਛਲੇ ਸਾਲ ਦਾ ਸਾਰਾ ਕੁਝ ਸਿਨੈਰੀਓ ਦਿਮਾਗ 'ਚ ਆ ਗਿਆ ਵੀ ਕਾਫੀ ਸੰਸਥਾਵਾਂ ਅੱਗੇ ਆਈਆਂ ਸੀ, ਲੰਗਰ ਵਰਤਾਨ ਵਾਸਤੇ ਅੱਗੇ ਆਈਆਂ ਸੀ।
ਉਸ ਦਾ ਵੀ ਬਾਅਦ ਚੋਂ ਕਿਹਾ ਗਿਆ ਵੀ ਸਰਕਾਰ ਨੇ ਲੰਗਰ ਦਿੱਤਾ ਸੀ। ਕੋਈ ਇਹੋ ਜਿਹੀ ਗੱਲ ਵੀ ਹੋਈ ਸੀ? ਤੁਹਾਨੂੰ ਯਾਦ ਹੋਣਾ ਕਿ ਆ 2 ਦਿਨ ਪਹਿਲਾਂ ਨਾ ਮੈਨੂੰ ਇੱਕ ਅਵਾਰਡ ਦਿੱਤਾ ਉਹਨਾਂ ਐਪਰੀਸ਼ੀਏਸ਼ਨ ਲੈਟਰ ਦਿੱਤੀ ਦੀ ਕਮਿਸ਼ਨਰ ਸਾਹਿਬ ਵੱਲੋਂ ਆਈ ਹੈ। ਇੱਕ ਪਾਸੇ ਮੈਨੂੰ ਖੁਸ਼ੀ ਹੋ ਰਹੀ ਹੈ, ਇੱਕ ਪਾਸੇ ਦੁੱਖ ਹੋ ਰਿਹਾ। ਦੁੱਖ ਇਸ ਕਰਕੇ ਹੋ ਰਿਹਾ ਕਿ ਮੈਂ ਉਹਨਾਂ ਦਿਨਾਂ 'ਚ ਜਦੋਂ ਲੰਗਰ ਵੰਡ ਰਹੇ ਸੀ ਤੇ 3 ਵਾਰੀ ਪੁਲਿਸ ਮੈਨੂੰ ਚੱਕ ਕੇ ਲੈ ਗਈ ਆ, ਤੇ ਅੱਜ ਐਪਰੀਸ਼ੀਏਸ਼ਨ ਲੈਟਰ ਦੇ ਰਿਹਾ। ਦੋਗਲੀ ਨੀਤੀ ਕਿਉਂ? ਇਹ ਦੋਗਲੀ ਨੀਤੀ ਇਸ ਕਰਕੇ ਕਿ ਉਦੋਂ ਪਰੇਸ਼ਾਨ ਹੋ ਰਹੀ ਸੀ ਪੁਲਿਸ ਕਿ ਇਹ ਬੰਦੇ ਕਿਉਂ ਵੰਡ ਜਾ ਰਹੇ ਲੰਗਰ। ਉਦੋਂ ਮੈਂ ਤੁਹਾਨੂੰ ਸਾਫ਼ ਕਹਿ ਦਿੰਦਾ, ਸਰਕਾਰਾਂ ਫੇਲ ਸੀਗੀਆਂ ਪਰ NGO ਕਾਮਯਾਬ ਸੀਗੀਆਂ। NGO ਨੇ ਘਰ ਘਰ ਦੇ ਵਿੱਚੋਂ ਪ੍ਰਸ਼ਾਦੇ ਬਣਾ ਕੇ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਸਾਡੇ ਕੋਲ ਪੈਸੇ ਹੈ ਜਾਂ ਨਹੀਂ ਹੈ। ਉਹਨਾਂ ਨੇ ਕਿਹਾ ਜੋ ਆਟਾ ਹੈਗਾ ਪਰ ਇਹਦੇ ਵਿੱਚ ਆਪਾਂ ਜ਼ਰੂਰ ਸੇਵਾ ਦੇ ਵਿੱਚ ਪਾਈਏ। ਲੋਕਾਂ ਨੇ ਸੇਵਾ ਆਪਣੇ ਵੱਲੋਂ ਕੀਤੀ ਆ। ਸਰਕਾਰਾਂ ਬਿਲਕੁਲ ਫੇਲ ਹੈ, ਗਲਤ ਗੱਲ ਹੈ। ਰਾਸ਼ਨ ਜਿਹੜਾ ਵੰਡਿਆ ਉਹ ਦਿਖਾਉਣ ਵਾਸਤੇ ਵੰਡਿਆ। ਕਈ ਤੁਸੀਂ ਦੇਖਿਆ ਨਾ ਕਣਕਾਂ ਗਲ ਗਈਆਂ, ਜਿਹੜੀਆਂ ਬੋਰੀਆਂ ਸੀ ਨਾ ਗਲ ਗਈਆਂ, ਪਰ ਲੋਕਾਂ ਤੱਕ ਨਹੀਂ ਪਹੁੰਚਿਆ। ਝੂਠ ਹੈ, ਝੂਠ ਦਾ। ਪਰ ਨਾਲੇ ਮੈਂ ਫੇਰ ਬਾਰ-ਬਾਰ ਕਹਿ ਦਿੰਦਾ, ਕੱਲਾ ਇੱਕ ਰਾਸ਼ਨ ਉਹ ਵੀ 5 ਪੈਸੇ ਝਿੜੀ ਜਿੰਨਾ ਰਾਸ਼ਨ ਕਿਸੇ ਨੂੰ ਭੇਜ ਕੇ ਜੇ ਆਪਾਂ ਕਹਿ ਲਏ ਖਰੀਦ ਲਿਆ, ਗਲਤ ਨਹੀਂ। ਸਾਡੇ ਟੈਕਸ ਦੇ ਵਿੱਚੋਂ ਹੀ ਉਹ ਰਾਸ਼ਨ ਆਇਆ, ਸਾਡੇ ਟੈਕਸ ਦੇ ਵਿੱਚ ਸਾਨੂੰ ਮਿਲ ਨਹੀਂ ਪਾ ਰਿਹਾ। ਇਸ ਤੋਂ ਮਾੜੇ ਹਾਲਾਤ ਨਹੀਂ ਹੋ ਸਕਦੇ। ਜਿਹੜੇ ਲੋਕਾਂ ਨੇ ਉਸ ਟਾਈਮ 'ਚ ਸੇਵਾ ਕੀਤੀ ਤਾਂ ਮਾੜਾ ਮੋਟਾ ਦੇਸ਼ ਚੱਲ ਗਿਆ, ਨਹੀਂ ਤੇ ਦੇਸ਼ ਨਹੀਂ ਚੱਲਣਾ ਸੀ। ਪੰਜਾਬੀ ਨਾ ਭੁੱਖਾ ਰਹਿ ਸਕਦਾ, ਨਾ ਭੁੱਖਾ ਸੌਣ ਦੇ ਸਕਦਾ ਕਿਸੇ ਨੂੰ। ਮੈਂ ਇੱਕ ਸਵਾਲ ਆਪਣੇ ਗੋਸ਼ਾ ਵੀਰ ਨੂੰ ਵੀ ਪੁੱਛਣਾ ਚਾਹੂੰਗਾ ਤੇ ਸਾਡੇ ਸਰਕਾਰ ਖੜੀ ਹੈ ਬਲਵਿੰਦਰ ਜੀ, ਉਹਨਾਂ ਨੂੰ ਪੁੱਛਣਾ ਚਾਹੂੰਗਾ। ਆ ਇੱਕ ਫੋਟੋ ਅਖਬਾਰ 'ਚ ਲੱਗੀ ਹੈ, ਆ ਕਾਂਗਰਸ ਦਾ ਮੰਤਰੀ 30 ਬੰਦਿਆਂ ਨਾਲ ਤਾਜਪੋਸ਼ੀ ਕਰ ਰਿਹਾ। ਤੁਸੀਂ ਮੈਨੂੰ ਇਹ ਸਵਾਲ ਪੁੱਛੇ ਆ, ਤੁਹਾਡੇ ਕੋਲ ਕੀ ਜਵਾਬ ਹੈ? ਪੰਜਾਬ 'ਚ ਆਪਾਂ ਰਹਿਣ ਵਾਲੇ ਆ, ਤੁਸੀਂ ਕੀ ਕਰ ਰਹੇ ਹੋ? ਕੌਣ ਜ਼ਿੰਮੇਦਾਰ ਹੈ? ਸੋਸ਼ਲ ਡਿਸਟੈਂਸਿੰਗ ਆਪਣੇ ਵੇਲੇ ਤਾਂ ਧੱਜੀਆਂ ਉੱਡ ਜਾਂਦੀਆਂ ਨੇ। ਬਿਲਕੁਲ ਵਾਜਿਬ ਸਵਾਲ ਹੈ ਇਹਨਾਂ ਦਾ। ਇੱਕ PM ਦਾ ਮਤਲਬ ਕੀ ਹੁੰਦਾ? ਸਭ ਨਾਲੋਂ ਵੱਡਾ ਹੁੰਦਾ ਬੰਦਾ। PM ਜਾਂ ਰਾਸ਼ਟਰਪਤੀ, 2 ਬੰਦੇ ਹੁੰਦੇ ਜਿਹੜੇ ਦੇਸ਼ ਦੇ ਸਭ ਨਾਲੋਂ ਵੱਡੇ ਅਹੁਦੇ ਦੇ ਉੱਤੇ ਬੈਠੇ ਆ। ਜੇ ਘਰ ਦੇ ਵਿੱਚ ਕੋਈ ਫਾਦਰ ਆਪਣਾ ਪਿਓ ਜੇ ਉਹ ਰੂਲ ਤੋੜੇਗਾ ਤੇ ਬੱਚਿਆਂ ਤੱਕ ਰੂਲ ਹੋਈ ਪਹੁੰਚੂਗਾ। ਮੈਂ ਕਹਿਣਾ ਚਾਹੁੰਦਾ ਇਹਨਾਂ ਨੂੰ ਸੁਧਰਨਾ ਚਾਹੀਦਾ ਸੀ। ਅੱਜ ਬੰਗਾਲ ਦੇ ਵਿੱਚ ਉਹ ਵੀ ਗਲਤੀ ਕਰਨ, ਅਸੀਂ ਵੀ ਗਲਤੀ ਕਰਾਂਗੇ। ਅੱਜ ਮੈਂ ਦੱਸ ਰਿਹਾ ਨਾ, ਜਦੋਂ ਇੱਕ ਉੱਪਰਲਾ ਬੰਦਾ ਗਲਤੀ ਕਰੂਗਾ ਦੂਜਿਆਂ ਨੂੰ ਮੌਕਾ ਮਿਲ ਜਾਊਗਾ ਗਲਤੀ ਕਰਨ ਦਾ। IPL ਕਿਉਂ ਚੱਲ ਰਿਹਾ? ਕਿਉਂਕਿ ਅਮਿਤ ਸ਼ਾਹ ਜੀ ਦੇ ਬੇਟੇ ਜੈ ਸ਼ੀ ਕੋ BCCI ਦੇ ਚੇਅਰਮੈਨ ਹੈ, ਇਸ ਕਰਕੇ ਚੱਲੇ। ਉੱਥੇ 8-8 ਬੰਦੇ ਚੇਅਰ ਨਹੀਂ ਕਰਦੇ, ਚੜਦੇ ਨਹੀਂ ਕਿ ਕ੍ਰਿਕਟ ਜਦੋਂ ਆਊਟ ਹੁੰਦਾ। ਇਹ ਗੱਲਾਂ ਕਰਦੇ ਆ। ਜੇ ਆਪ ਸੁਧਰਨਗੇ ਤਾਂ ਦੇਸ਼ ਸੁਧਾਰ ਸਕਦੇ, ਨਹੀਂ ਤੇ ਦੂਜੇ ਨੂੰ ਕਹਿਣ ਗੁਰਬਾਣੀ ਕਹਿੰਦੀ ਹੈ ਔਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਝੂਠ ਨਾ ਬੋਲੋ ਇਹਦੇ ਉੱਤੇ। ਦੇਖੋ ਗੱਲ ਇਹ ਹੈ, ਅਸੀਂ ਤਾਂ ਆਪ ਕਹਿੰਦੇ ਆ ਵੀ ਤੁਹਾਡੇ ਗੱਲ ਇਹ ਹੈ ਗੋਸ਼ਾ ਜੀ, ਸਾਡੀ ਅਲਾਇੰਸ ਪਾਰਟੀ ਦੇ ਬੜੇ ਸੀਨੀਅਰ ਲੀਡਰ ਰਹੇ ਆ ਤੇ ਜਿਹੜੇ ਅਮਿਤ ਸ਼ਾਹ ਜੀ ਔਰ ਮੋਦੀ ਸਾਹਿਬ ਦੇ ਗੁਣ ਗਾਉਂਦੇ ਥੱਕਦੇ ਨਹੀਂ ਸੀਗੇ, ਤੇ ਅੱਜ ਉਹਨਾਂ ਤੇ ਇਹਨਾਂ ਨੇ ਇਲਜ਼ਾਮ ਲਾਤਾ ਜਦ ਕਿ ਕੋਈ ਰੈਲੇਵੈਂਟ ਉਸ ਦਾ ਮੁੱਦਾ ਨਹੀਂ ਸੀਗਾ। ਤੇ ਪਰ ਮੈਂ ਨਹੀਂ ਚਾਹੁੰਦਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ, ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ, ਮਜੀਠੀਆ ਜਿਨ੍ਹਾਂ ਦੇ ਅਸੀਂ ਜਿੰਦਾਬਾਦ ਕਰਦੇ ਸੀਗੇ, ਉਹਨਾਂ ਉੱਪਰ ਝੂਠੇ ਸੱਚੇ ਇਲਜ਼ਾਮ ਲਗਾਈਏ। IPL ਚੱਲਦਾ, ਹੋਰ ਚੱਲਦਾ, ਇਹ ਗੱਲਾਂ ਫੇਕ ਹੁੰਦੀਆਂ। ਪੋਲੀਟੀਕਲੀ ਲੋਕਾਂ ਤੇ ਇਲਜ਼ਾਮ ਲੱਗਦੇ ਹੁੰਦੇ ਆ। ਸੋ ਐਸਾ ਕੁਛ ਨਹੀਂ ਗੋਸ਼ਾ ਜੀ। ਸਿਰਫ ਮੇਰਾ ਤਾਂ ਇਹ ਕਹਿਣਾ ਵੀ ਸਾਨੂੰ ਇਸ ਮੁੱਦੇ ਤੇ ਰਾਜਨੀਤੀ ਬਿਲਕੁਲ ਨਹੀਂ ਕਰਨੀ ਚਾਹੀਦੀ। ਇਸ ਮੁੱਦੇ ਤੇ ਰਾਜਨੀਤੀ ਇੱਕ ਸਵਾਲ ਕੁਵਰ, ਮੇਰਾ ਇੱਕ ਸਵਾਲ ਹੈ, ਫਿਰ ਕੁਵਰ ਹੀ ਕੰਟੀਨਿਊ ਕਰਨਗੇ। ਬੜਾ ਲੰਮਾ ਸਮਾਂ ਤੁਸੀਂ ਰਾਜਨੀਤੀ ਨੂੰ ਦਿੱਤਾ ਹੈ, ਸੀਨੀਅਰ ਲੀਡਰ ਹੋ, ਤੁਹਾਨੂੰ ਲੱਗਦਾ ਕਿ ਜਦੋਂ ਚੋਣ ਪ੍ਰਚਾਰ ਹੁੰਦਾ ਹੈ, ਜਿਹੜੀ ਅਮਾਉਂਟ ਚੋਣ ਪ੍ਰਚਾਰ ਤੇ ਲੱਗਦੀ ਹੈ, ਜੇ ਉਹ ਅਮਾਉਂਟ ਅਸੀਂ ਹੈਲਥ ਇਨਫਰਾਸਟ੍ਰਕਚਰ ਨੂੰ ਦਿੱਤੀ ਹੁੰਦੀ ਤਾਂ ਅੱਜ ਇਹ ਹਾਲਾਤ ਨਾ ਬਣੇ ਹੁੰਦੇ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਤੇ ਸਾਡੀ ਸਰਕਾਰ ਤਾਂ 2014 ਚ ਆਈ ਹੈ, ਜਿਨ੍ਹਾਂ ਨੇ ਹਾਲ ਤੱਕ ਇੱਕ ਸਿਸਟਮ ਬਣਾਉਂਦੇ ਰਸਤਾ ਕੋਸ਼ਿਸ਼ ਕਰ ਰਹੇ ਆ ਚੀਜ਼ਾਂ ਨੂੰ। ਸਾਡੀ ਨੀਅਤ ਵੀ ਸਾਫ਼ ਹੈ ਤੇ ਸਾਡੀ ਨੀਤੀ ਵੀ ਸਪਸ਼ਟ ਹੈ। ਅਸੀਂ ਤਾਂ ਸੁਧਾਰ ਇੱਕ ਪਹਿਲਾਂ ਮੈਨੂੰ ਵਿੱਚ ਨਾ ਬੋਲਿਆ ਦੋਸਤ ਭਾਜੀ, ਬੰਗਲਾਦੇਸ਼ ਤੁਸੀਂ ਯਾਦ ਕਰਾਤਾ। ਹਰ ਚੀਜ਼ ਦਾ ਇਨੀਸ਼ੀਏਟਿਵ ਲੈਣ ਦੀ ਕੋਸ਼ਿਸ਼ ਕਰਦੇ ਹੋ ਕਿ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਮੋਦੀ ਸਾਹਿਬ ਸ਼ਾਮਲ ਸੀਗੇ। ਜਦੋਂ ਉਹਦੀ ਜਦੋਂ ਕੋਈ ਨਲਾਇਕੀ ਦੀ ਗੱਲ ਆਉਂਦੀ ਹੈ ਫਿਰ 2014 ਚੇਤੇ ਆ ਜਾਂਦਾ ਇਹਨਾਂ ਨੂੰ ਵੀ ਅਸੀਂ ਤਾਂ 2014 ਚ ਆਏ ਆ ਜੀ। 2014 ਤੋਂ ਬਾਅਦ ਕੀ ਇਨਫਰਾਸਟ੍ਰਕਚਰ ਚ ਕੀਤਾ ਜਾਏ ਉਹ ਦੱਸੋ। 2014 ਤੋਂ ਬਾਅਦ ਅਸੀਂ ਪੂਰੇ ਨੇਸ਼ਨ ਨੂੰ ਵਨ ਟੈਕਸ ਵਨ ਨੇਸ਼ਨ ਚ ਬੰਨਿਆ, ਠੀਕ ਹੈ। ਪੂਰੇ ਦੇਸ਼ ਹਰ ਘਰ 'ਚ ਬਿਜਲੀ ਪਹੁੰਚਾਈ। ਜਿਸ ਦੇਸ਼ ਦੇ ਅੰਦਰ ਗੈਸ ਦਾ ਕਨੈਕਸ਼ਨ ਲੈਣ ਵਾਸਤੇ MP ਦੀ ਪਰਚੀ ਚੱਲਦੀ ਸੀ, 8 ਕਰੋੜ ਲੋਕਾਂ ਨੂੰ ਗੈਸ ਦਾ ਕਨੈਕਸ਼ਨ। ਗੈਸ ਦਾ ਰੇਟ ਤੁਹਾਨੂੰ ਪਤਾ ਹੀ ਹੋਣਾ ਕਿੰਨਾ ਹੈ, ਸਿਲੰਡਰ ਦਾ ਰੇਟ। ਨਹੀਂ ਅੱਗੇ ਅਗਲੀ ਗੱਲ ਸੁਣ ਲਓ ਨਾ ਤੁਸੀਂ, ਠੀਕ ਹੈ। ਅਸੀਂ ਬੇਟੀ ਬਚਾਓ ਬੇਟੀ ਅਭਿਆਨ, ਜਿੱਥੇ ਦੇਸ਼ ਦੇ ਅੰਦਰ ਢਿੱਡ 'ਚ ਬੱਚੀਆਂ ਮਾਰ ਦਿੱਤੇ ਜਾਂਦੇ ਸੀ, ਅਸੀਂ ਉਹ ਅਭਿਆਨ ਚਲਾਇਆ। ਅਸੀਂ ਹਿੰਦੂ, ਸਿੱਖ, ਈਸਾਈ, ਮੁਸਲਿਮ ਹਰ ਸੈਕਟਰ ਦੇ ਲੋਕਾਂ ਲਈ, ਹਰ ਸਟੇਟ ਦੇ ਲੋਕਾਂ ਲਈ 377 ਧਾਰਾ ਤੋੜ ਕੇ ਅਸੀਂ ਜੰਮੂ ਕਸ਼ਮੀਰ ਨੂੰ ਭਾਰਤ ਦਾ ਬੀਨੰਗ ਬਣਾਇਆ। ਕਿੰਨੇ ਕੰਮ ਲਿਸਟ ਹੈ ਲੰਬੀ ਚੌੜੀ। ਮੈਂ ਤਾਂ ਜਵਾਬ ਦਿੰਦਾ ਜੀ। ਅਸੀਂ ਇਹਦੇ ਚ ਮੈਂ ਤੁਹਾਨੂੰ ਟਿਪਸ ਤੇ ਦਿੰਦਾ ਜੀ। ਉਹਦੇ ਬਰਾਬਰ ਅਸੀਂ ਜਿੰਨਾ ਪਬਲਿਕ ਅਸੀਂ ਕਾਂਗਰਸ ਪਾਰਟੀ ਨੇ 70 ਸਾਲ ਦੇ ਵਿੱਚ ਜਿੰਨਾ ਪਬਲਿਕ ਸੈਕਟਰ ਬਣਾਇਆ ਉਹਨੂੰ ਸਾਰੇ ਨੂੰ ਵੇਚਣੇ ਲਾਤਾ। 에ਅਰ ਇੰਡੀਆ ਵੇਚਣੇ ਲਾਤੀ, 에ਅਰਪੋਰਟ ਸਾਰੇ ਵੇਚਤੇ। ਉਦੋਂ ਬਾਅਦ ਅਸੀਂ ਰੇਲਵੇ ਵੇਚਣ ਲਾਤੀ। ਕੀ ਕਰਨਾ ਕੀ ਚਾਹੁੰਦੇ ਆ ਅਸੀਂ? ਜਿਹੜੀ ਕੋਈ BSNL ਅਸੀਂ ਵੇਚਣੇ ਲਾਤੀ। ਜਿਹੜੀ ਵੀ ਪਬਲਿਕ ਸੈਕਟਰ ਦਾ ਇਹ ਘਰ ਦਾ ਉਹ ਹਾਲ ਕੀਤਾ, ਘਰ ਦਾ ਮੁਖੀ ਬਦਲਿਆ।
ਬਟ ਘਰ ਦਾ ਕੀ ਸੀਗਾ, ਜਿਹੜਾ ਸਰਾਭਾ ਨਗਰ ਵਾਲਾ ਪਲਾਟ ਸੀ ਉਹ ਵੀ ਵੇਚ ਦਿਓ, ਜਿਹੜਾ ਗੁਰਦੇਵ ਨਗਰ ਵਾਲਾ ਉਹ ਵੀ ਵੇਚ ਦਿਓ, ਜਿਹੜਾ ਮਾਡਲ ਟਾਊਨ ਦੁਕਾਨ ਆ ਉਹ ਵੀ ਵੇਚ ਦਿਓ। ਇਹ ਕਿਹੜਾ ਕੰਮ ਹੋਇਆ ਜੀ? ਘਰ ਦਾ ਮੁਖੀ ਬਦਲਿਆ, ਘਰ ਥੋੜਾ ਵੇਚ ਦੇਣਾ। ਮੈਂ ਜ਼ਰੂਰ ਆਉਂਗੀ ਤੁਹਾਡੇ ਕੋਲ। ਕੋਮਲ ਕੁਝ ਕਹਿਣਾ ਚਾਹੁੰਦੇ ਨੇ ਜੀ। ਮੈਂ ਪਹਿਲੇ ਤਾਂ ਸੁਮਨ ਜੀ ਇਹ ਕਹਿਣਾ ਚਾਹੁੰਦਾ ਕਿ ਬਲੇਮ ਗੇਮ ਕਰਕੇ ਕਿ ਆਪਾਂ ਇਹਨਾਂ ਹਾਲਾਤਾਂ ਤੋਂ ਬਚ ਜਾਾਂਗੇ। ਗੱਲ ਤਾਂ ਇੱਥੇ ਸੀਗਾ ਕਿ ਜਿਹੜਾ ਆਲਰੇਡੀ ਇੱਕ ਪੈਨਿਕ ਮਾਹੌਲ ਬਣਿਆ ਹੋਇਆ ਉਹਦੇ 'ਚ ਆਪਾਂ ਲੋਕਾਂ ਨੂੰ ਬਾਹਰ ਕਿਵੇਂ ਕੱਢ ਸਕੀਏ, ਇਸ ਮਹਾਮਾਰੀ ਤੋਂ ਬਚਾਇਆ ਕਿਵੇਂ ਜਾ ਸਕੇ। ਤੇ ਪ੍ਰਵੀਨ ਬੰਸਲ ਜੀ ਕਹਿੰਦੇ ਦੇਖੋ ਸਾਡੇ ਦੇਸ਼ ਇਹ ਪ੍ਰਾਊਡ ਫੀਲ ਕਰ ਰਿਹਾ ਕਿ ਬਾਕੀ ਦੇਸ਼ ਜਿਹੜੇ ਹੈਗੇ ਨੇ ਨਾ ਉਹ ਸਾਡੀ ਮਦਦ ਕਰ ਰਹੇ ਨੇ। ਉਹ ਮਦਦ ਕਿਉਂ ਕਰ ਰਹੇ ਨੇ? ਕਿਉਂਕਿ ਜਿਹੜੀਆਂ ਵੀਡੀਓਜ਼ ਨੇ, ਜਿਹੜੇ ਸਾਡੇ ਪੰਜਾਬ ਦੇ ਹਾਲਾਤ ਨੇ, ਉਹਨਾਂ ਦਾ ਦ੍ਰਿਸ਼ ਬਾਹਰ ਦਿਖਾਇਆ ਜਾ ਰਿਹਾ ਕਿ ਕਿੱਦਾਂ ਲਾਸ਼ਾਂ ਦਾ ਜਾਲ ਵਿਛ ਗਿਆ ਇੱਥੇ, ਲੋਕਾਂ ਨੂੰ ਸੰਸਕਾਰ ਦੀ ਜਗ੍ਹਾ ਨਹੀਂ ਮਿਲ ਰਹੀ ਸ਼ਮਸ਼ਾਨ ਘਾਟ 'ਚ। ਤੇ ਜਦੋਂ ਬਾਹਰਲੇ ਲੋਕ ਇਹ ਸਾਰੇ ਦ੍ਰਿਸ਼ ਦੇਖ ਰਹੇ ਨਾ, ਹਾਲਾਤ ਦੇਖ ਰਹੇ ਸਾਡੇ ਦੇਸ਼ ਦਾ, ਇੰਡੀਆ ਦਾ, ਤੇ ਉਹ ਆਪਣੀ ਸਰਕਾਰਾਂ ਨੂੰ ਫੋਰਸ ਕਰ ਰਿਹਾ ਕਿ ਕਿਰਪਾ ਕਰਕੇ ਮਦਦ ਕਰੋ। ਇਹ ਸਾਡੀ ਸਰਕਾਰ ਦੀ ਮਿਸਮੈਨੇਜਮੈਂਟ ਹੈ ਜਿਹਦੇ ਕਰਕੇ ਬਾਹਰਲੇ ਦੇਸ਼ਾਂ ਨੇ ਕਦਮ ਚੱਕਿਆ ਕਿ ਇੰਡੀਆ ਨੂੰ ਬਚਾਇਆ ਜਾਵੇ ਇਸ ਮਹਾਮਾਰੀ ਤੋਂ। ਨਾਲੇ ਇਹ ਕਹਿੰਦੇ ਪ੍ਰਾਪਤੀ ਮੈਂ ਦੱਸਦਾ, ਇਹਨਾਂ ਨੇ ਸਰਦਾਰ ਪਟੇਲ ਜੀ ਦਾ ਬੁੱਤ ਬਣਾਤਾ, 3000 ਕਰੋੜ ਖਰਚਤਾ ਉਹਦੇ ਤੇ। ਸਾਡੇ ਲੋਕਾਂ ਲਈ ਸਿਹਤ ਸਹੂਲਤ ਲਈ ਕੀ ਕੀਤਾ? ਮੈਂ ਕਹਿੰਦਾ ਚਲੋ ਸਰਦਾਰ ਪਟੇਲ ਜੀ ਦੀ ਆਈਡੀਓਲੋਜੀ ਨਹੀਂ ਫੋਲੋ ਕਰ ਲੈਂਦੇ ਨਾ, ਅੱਜ ਇਹ ਹਾਲਾਤ ਨਾ ਹੁੰਦੇ। ਸਰਦਾਰ ਪਟੇਲ ਜੀ ਦੀ ਆਈਡੀਓਲੋਜੀ ਕੀ ਸੀ ਕਿ ਗਰੀਬ ਨੂੰ ਰੋਟੀ ਮਿਲਣੀ ਚਾਹੀਦੀ ਆ, ਗਰੀਬ ਨੂੰ ਛੱਤ ਮਿਲਣੀ। ਉਹ ਤਾਂ ਗਰੀਬਾਂ ਦੀ ਗੱਲ ਕਰਦੇ ਸੀ। ਅੱਜ ਤਾਂ ਤੁਸੀਂ ਗਰੀਬ ਦੇ ਹੱਥੋਂ ਰੋਟੀ ਖੋ ਕੇ ਬੁੱਤ ਬਣਾਈ ਜਾਂਦੇ ਹੋ। ਹੁਣ ਇਹਨਾਂ ਨੇ 20000 ਕਰੋੜ ਦਾ ਇੱਕ ਹੋਰ ਪੈਕੇਜ ਪਾਸ ਕਰਤਾ ਆਪਣੇ ਪਾਰਲੀਮੈਂਟ ਦੇ ਰੈਨੋਵੇਸ਼ਨ ਨੂੰ। ਇਹਨਾਂ ਨੂੰ ਆਪਣੇ ਜਿੱਥੇ ਪਾਰਲੀਮੈਂਟ ਬੁੱਤਾਂ ਤੇ ਉੱਥੇ ਇਹਨਾਂ ਨੂੰ ਫੰਡਸ ਦੀ ਕੋਈ ਕਮੀ ਨਹੀਂ। ਜਦੋਂ ਆਮ ਲੋਕਾਂ ਨੂੰ ਸਾਹ ਲੈਣ 'ਚ ਔਖਾ ਆ ਗਿਆ, ਦੇਖੋ ਕਿੰਨਾ ਮੰਦਭਾਗਾ ਹੈ, ਇਸ ਤੋਂ ਵੱਧ ਦੁਖਦਾਈ ਗੱਲ ਨਹੀਂ ਹੋ ਸਕਦੀ। ਸਾਡੇ ਦੇਸ਼ 'ਚ ਸਾਹ ਲੈਣਾ ਔਖਾ ਹੋ ਗਿਆ ਔਰ ਅੰਤਮ ਸੰਸਕਾਰ ਕਰਨਾ ਤੇ ਜੇਬ 'ਚ 50000 ਹੋਣੇ ਜ਼ਰੂਰੀ। ਜੇਬ 'ਚ 50000। ਮੈਂ ਕਹਿੰਦਾ ਸੁਮਨ ਜੀ, ਪਹਿਲੀ ਗੱਲ ਇੱਥੇ ਬੈੱਡ ਨਹੀਂ, ਜੇ ਬੈੱਡ ਮਿਲ ਜਾਂਦਾ ਤਾਂ ਡਾਕਟਰ ਨਹੀਂ, ਜੇ ਡਾਕਟਰ ਆ ਜਾਂਦਾ ਤਾਂ ਦਵਾਈ ਨਹੀਂ, ਠੀਕ ਹੈ ਨਾ। ਜੇ ਬੰਦਾ ਚਲੋ ਜੇ ਕੋਈ ਬੰਦਾ ਸ਼ਹੀਦ ਹੋ ਜਾਂਦਾ, ਮਰ ਜਾਂਦਾ, ਉਸ ਤੋਂ ਬਾਅਦ ਉਹਨੂੰ ਸ਼ਮਸ਼ਾਨ ਘਾਟ 'ਚ ਜਗ੍ਹਾ ਨਹੀਂ, ਸੰਸਕਾਰ 'ਚ। ਜੇ ਸਾਹ ਲੈਣ 'ਚ ਪ੍ਰੋਬਲਮ ਹੈ, ਉਹਨੂੰ ਆਕਸੀਜਨ ਨਹੀਂ। ਪਿਛਲੇ 2-3 ਮਹੀਨੇ ਪਹਿਲਾਂ ਰਿਪੋਰਟ ਆਈ ਹੈ ਸਾਡੇ ਦੇਸ਼ ਨੇ, ਇਹ ਮਿਨਿਸਟਰ ਆਫ ਕਮਰਸ ਦੀ ਰਿਪੋਰਟ ਹੈ, ਪ੍ਰਵੀਨ ਬੰਸਲ ਜੀ ਨੂੰ ਪਤਾ ਹੋਊਗਾ, ਸਾਡੇ ਦੇਸ਼ ਨੇ 9000 ਮੈਟ੍ਰਿਕ ਟਨ ਆਕਸੀਜਨ ਐਕਸਪੋਰਟ ਕਰਤੀ। ਸਭ ਤੋਂ ਵੱਧ ਪ੍ਰੋਡਕਸ਼ਨ ਹੈ ਸਾਡੇ ਦੇਸ਼ ਆਕਸੀਜਨ ਦੀ, ਤੇ ਉਸੇ ਦੇਸ਼ ਲੋਕ ਮਰ ਰਹੇ ਨੇ ਆਕਸੀਜਨ ਦੀ ਕਮੀ। ਇਸ ਤੋਂ ਵੱਧ ਨਲਾਇਕੀ ਕੀ ਹੋ ਸਕਦੀ ਹੈ ਸਰਕਾਰ ਦੀ? ਕੀ ਹੋ ਸਕਦੀ ਹੈ? ਇਹਨਾਂ ਨੂੰ ਜਾਨਾਂ ਦੀ ਕੋਈ ਪਰਵਾਹ ਨਹੀਂ, ਇਹਨਾਂ ਨੂੰ ਸਿਰਫ ਰਾਜਨੀਤੀ ਪਿਆਰੀ ਹੈ, ਇਹਨਾਂ ਨੂੰ ਸਿਰਫ ਕੁਰਸੀ ਪਿਆਰੀ ਹੈ। ਇਹ ਬਲੇਮ ਗੇਮ ਕਰਕੇ ਡਾਇਵਰਟ ਐਂਡ ਰੂਲ ਪਾਲਿਸੀ ਚਲਾ ਕੇ ਲੋਕਾਂ ਨੂੰ ਮਰਨ ਦੇ ਹਾਲਾਤਾਂ 'ਚ ਛੱਡਿਆ ਹੋਇਆ। ਬਸ ਇਹੀ ਇਹ ਚਾਹੁੰਦੇ ਨੇ। 2-3 ਦਿਨ ਪਹਿਲਾਂ ਐਂਡਰਿਊ ਟਾਈ ਨੇ IPL ਇਸ ਕਰਕੇ ਵਿੱਚ ਹੀ ਛੱਡ ਦਿੱਤਾ। ਕਹਿੰਦਾ ਕਿ ਜਿਸ ਦੇਸ਼ ਦੇ ਵਿੱਚ ਫਰੈਂਚਾਈਜ਼ੀਜ਼ ਦੇ ਕੋਲ ਕਰੋੜਾਂ ਰੁਪਏ ਲਾਣ ਨੂੰ ਹੈਗੇ ਨੇ IPL ਤੇ, ਉਸ ਦੇਸ਼ ਦੀ ਜਿਹੜਾ ਸਿਹਤ ਤੰਤਰ ਉਹ ਦੇਖ ਕੇ ਮੈਨੂੰ ਬੜੀ ਸ਼ਰਮ ਆਈ, ਬੜੀ ਡਿਸਅਪਾਇੰਟਮੈਂਟ ਹੋਈ। ਉਹ ਮੁੜ ਤੋਂ ਵਾਪਸ ਚਲੇ। ਦੇਖੋ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਨਾ, ਇਹਨਾਂ ਨੇ ਆਪਣੀ ਇਨਸਾਨੀਅਤ ਵੀ ਖਤਮ ਕਰ ਲਈ, ਜ਼ਮੀਰਾਂ ਵੀ ਮਾਰ ਲੀਆਂ। ਤੇ ਜਿਹੜੇ ਲੋਕਾਂ ਦੀ ਇਨਸਾਨੀਅਤ ਹੈਗੀ ਆ, ਜ਼ਮੀਰ ਹੈਗੀ ਆ, ਉਹਨਾਂ ਨੇ ਤਾਂ ਸਟੈਪ ਚੱਕਣੇ ਆ ਨਾ, ਉਹਨਾਂ ਨੇ ਤਾਂ ਸ਼ੀਸ਼ਾ ਦਿਖਾਣਾ ਨਾ ਸਰਕਾਰਾਂ ਨੂੰ। ਦੱਸੋ ਕਿੱਥੇ ਇਹਨਾਂ ਦੀ ਇਨਸਾਨੀਅਤ? ਆ ਕਿਸਾਨ ਅੰਦੋਲਨ 'ਚ ਲਗਭਗ 400 ਕਿਸਾਨ ਸ਼ਹੀਦ ਹੋ ਗਏ। ਕੇਂਦਰ ਵੱਲੋਂ ਕੋਈ ਬਿਆਨ ਨਹੀਂ ਆਇਆ ਅੱਜ ਤੱਕ ਉਹਨਾਂ ਦੀ ਸ਼ਹੀਦੀ ਦਾ। ਇਹ ਇਨਸਾਨੀਅਤ ਦੀ ਗੱਲਾਂ ਕਰਨਗੇ, ਇਹ ਜ਼ਮੀਰਾਂ ਦੀਆਂ ਗੱਲਾਂ ਕਰਨਗੇ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਜਦੋਂ ਮਹਾਮਾਰੀ ਚੱਲ ਰਹੀ ਆ, ਅੱਜ ਆ ਫੈਕਟਸ ਬੋਲ ਰਿਹਾ, ਬੰਗਾਲ ਦੀਆਂ ਰੈਲੀਆਂ ਬੰਦ ਹੋਈਆਂ, ਕਹਿੰਦੇ 50% ਦਾ ਵਾਧਾ ਹੋ ਗਿਆ ਕਰੋਨਾ ਦਾ ਉੱਥੇ ਮਹਾਮਾਰੀ ਦਾ। ਉਹਦਾ ਜ਼ਿੰਮੇਵਾਰ ਕੌਣ ਹੈ? ਇਹ ਬੇਈਮਾਨ ਸਰਕਾਰਾਂ, ਬੇਈਮਾਨ ਸਿਆਸਤਦਾਨ, ਜਿਨ੍ਹਾਂ ਨੂੰ ਸਿਰਫ ਕੁਰਸੀ ਪਿਆਰੀ ਹੈ, ਲੋਕਾਂ ਦੀ ਜਾਨ ਨਹੀਂ ਪਿਆਰੀ। ਇਹ ਫੈਕਟਸ ਬੋਲ ਰਿਹਾ। ਅਸੀਂ ਲੋਕ ਉਹ ਆ ਜਿਹੜੇ ਜਨਤਾ ਲਈ ਕੰਮ ਕਰਦੇ ਆ, ਜਨ ਹਿੱਤ ਲਈ ਕੰਮ ਕਰਦੇ, ਦੇਸ਼ ਲਈ ਕੰਮ ਕਰਦੇ ਆ। ਇਹਨਾਂ ਨੂੰ ਮੌਤਾਂ ਤੇ ਪ੍ਰਾਊਡ ਫੀਲ ਹੋ ਸਕਦਾ, ਸਾਨੂੰ ਸ਼ਰਮ ਆਏਗੀ ਕੋਈ ਵੀ ਡੈਥ ਹੁੰਦੀ ਹੈ। ਨੰਬਰ 1। ਨੰਬਰ 2, ਇਹਨਾਂ ਨੇ ਸਵਾਲ ਕੀਤਾ ਵੀ 3000 ਕਰੋੜ ਦਾ ਸਰਦਾਰ ਪਟੇਲ ਦਾ ਬੁੱਤ ਬਣਿਆ ਹੈਲਥ ਸਰਵਿਸ ਵਾਸਤੇ ਕੀ ਹੈ? ਦੇਸ਼ ਦੇ ਮਾਨ ਸਨਮਾਨ ਵੀ ਜਿਹੜੇ ਹੈਗੇ ਆ ਉਹਦੇ ਵਾਸਤੇ ਵੀ ਸਾਨੂੰ ਕੰਮ ਕਰਨਾ ਚਾਹੀਦਾ। ਦੂਸਰੀ ਗੱਲ ਇਹਨਾਂ ਨੇ ਕਿਹਾ ਵੀ ਰੋਟੀ, ਕੱਪੜਾ ਔਰ ਮਕਾਨ। ਮੈਂ ਜਵਾਬ ਦੇ ਰਿਹਾ ਨਾ, ਸੁਣਤਾ ਲਓ ਪਹਿਲਾਂ ਤੁਸੀਂ, ਮੈਂ ਉਸ ਪਹਿਲਾਂ ਪੂਰਾ ਸੁਣਤਾ ਲਓ ਨਾ। ਦੇਸ਼ ਦੇ ਸਭ ਤੋਂ ਵੱਡੀ, ਪੂਰੇ ਵਿਸ਼ਵ ਦੀ ਸਭ ਤੋਂ ਵੱਡੀ ਜਿਹੜੀ ਹੈਲਥ ਯੋਜਨਾ ਹੈ ਆਯੁਸ਼ਮਾਨ, 50 ਕਰੋੜ ਲੋਕਾਂ ਨੂੰ, ਉਹਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਦਰਨੀय ਮੋਦੀ ਸਾਹਿਬ ਨੇ ਕੀਤੀ ਹੈ। 5 ਲੱਖ ਰੁਪਏ ਤੱਕ ਦਾ ਇਲਾਜ ਦਾ ਅੱਜ ਤੱਕ ਕੋਈ ਸੋਚ ਨਹੀਂ ਸਕਦਾ ਵਰਲਡ ਦੇ ਅੰਦਰ, ਪਰ ਹਿੰਦੁਸਤਾਨ ਨੇ ਸ਼ੁਰੂ ਕੀਤੀ। ਨੰਬਰ 1, ਹਰ ਬੰਦੇ ਕੋਲ ਪੱਕਾ ਮਕਾਨ ਹੋਵੇ। ਸਾਡਾ 2024 ਤੱਕ ਦਾ ਟਾਰਗੇਟ ਹੈ ਔਰ ਹਜ਼ਾਰਾਂ ਬੰਦਿਆਂ ਨੂੰ ਮਕਾਨ ਮਿਲ ਚੁੱਕੇ। ਠੀਕ ਹੈ, ਇਹ ਹੈਲਥ ਸਰਵਿਸ ਦੀ ਗੱਲ। ਅਗਲੀ ਗੱਲ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਬਲੇਮ ਗੇਮ,
ਮੈਂ ਪਹਿਲੇ ਤੋਂ ਜਿਸ ਟਾਈਮ ਤੋਂ ਡਿਬੇਟ ਸ਼ੁਰੂ ਹੋਈ ਹੈ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ। ਮੈਂ ਕਹਿੰਦਾ ਟੀਮ ਵਰਕ ਚਾਹੀਦਾ। ਇੱਕ ਟੀਮ ਹੋਈ, ਲੋਕਲ ਬੋਡੀ, ਸਟੇਟ, ਸੈਂਟਰ, ਇੱਕ ਦੂਜੇ ਨੂੰ ਫੈਸਿਲੀਟੇਟ ਕਰਕੇ, ਇੱਕ ਦੂਜੇ ਨੂੰ ਸਹਿਯੋਗ ਕਰਕੇ। ਜਨਤਾ ਤਾਂ ਸਾਂਝੀ ਹੈ, ਉਹ ਜਨਤਾ ਲੋਕਲ ਬੋਡੀ ਵਾਲ ਨੂੰ ਵੀ ਵੋਟ ਕਰਦੀ ਹੈ, ਉਹ ਪੰਜਾਬ ਸਰਕਾਰ ਨੂੰ ਵੀ ਵੋਟ ਕਰਦੀ ਹੈ, ਉਹ ਕੇਂਦਰ ਨੂੰ ਵੀ ਵੋਟ ਕਰਦੀ ਹੈ। ਅਸੀਂ ਸਾਰੇ ਰਲ ਕੇ ਜਿਸ ਤਰ੍ਹਾਂ ਟੀਮ ਵਰਕ ਲੈ ਕੇ ਚੱਲਾਂਗੇ ਤਾਂ ਇਹ ਜਿਹੜੀ ਸਮੱਸਿਆ, ਸਾਰੀਆਂ ਸਮੱਸਿਆ ਦਾ ਹੱਲ ਹੋ ਸਕਦਾ ਔਰ ਸਮੱਸਿਆ ਅਸੀਂ ਉਹ ਤੋਂ ਜਿੱਤ ਸਕਦੇ ਹਾਂ। ਗੁਰਦੀਪ ਸਿੰਘ ਗੋਸ਼ਾ ਜੀ ਕੋ ਆ ਜਾਂਦੇ ਆ। ਗੋਸ਼ਾ ਜੀ, ਇਹਨਾਂ ਨੇ ਕਿਹਾ ਤੁਹਾਡੀ ਭਾਈਵਾਲ ਹੈ, ਇਹਨਾਂ ਨੇ ਸਿੱਧਾ ਤੁਹਾਡੇ ਤੇ ਇਲਜ਼ਾਮ ਲਗਾਇਆ ਨਰਿੰਦਰ ਮੋਦੀ ਦੇ ਗੁਣਗਾਨ ਤੇ ਅਮਿਤ ਸ਼ਾਹ ਦੇ ਗੁਣਗਾਨ ਤੁਸੀਂ ਵੀ ਬਹੁਤ ਕੀਤੇ। ਜਦੋਂ ਚੰਗਾ ਕੰਮ ਕਰਨਗੇ ਅਸੀਂ ਅੱਜ ਵੀ ਗੁਣਗਾਨ ਕਰਾਂਗੇ। ਅਸੀਂ ਅੱਜ ਵੀ ਨਹੀਂ ਕਹਿੰਦੇ ਕੈਪਟਨ ਸਾਹਿਬ ਚੰਗਾ ਕੰਮ ਕਰ ਦੇਣ, ਅਸੀਂ ਅੱਜ ਵੀ ਕਹਾਂਗੇ। ਪਰ ਗੱਲ ਅੱਜ ਦੇਖਣ ਦੀ ਜ਼ਰੂਰਤ ਹੈ ਵੀ ਵੈਂਟੀਲੇਟਰ ਕਿੰਨੇ ਆ ਤੇ ਵੈਂਟੀਲੇਟਰ ਪੈਦਾ ਕਿੰਨੇ ਕੀਤੇ ਗਏ। ਅੱਜ ਦੇਖਣ ਦੀ ਜ਼ਰੂਰਤ ਹੈ ਵੀ ਆਕਸੀਜਨ ਪਲਾਂਟ ਕਿੰਨੇ ਲਗਾਏ ਗਏ, ਨਹੀਂ ਕੀਤੇ ਗਏ। ਦੇਖੋ, ਦੋ ਚੀਜ਼ਾਂ ਦੇ ਉੱਤੇ ਵਰਕ ਕਰਨ ਦੀ ਜ਼ਰੂਰਤ ਹੈ। ਇੱਕ ਮਿੰਟ ਗਾਂਸਲ ਜੀ, ਮੈਂ ਦੱਸਦਾ। ਇੱਕ ਗੁਰਨੂਰ ਨੇ ਗੱਲ ਕੀਤੀ ਹੈ ਮੇਰੇ ਵੀਰ ਨੇ ਵੀ 108 ਦੀਆਂ ਜੇ ਉਹ ਸੈਂਟਰ ਤੋਂ ਸੀ, ਗੱਲ ਤਾਂ ਇਹ ਹੈ ਹੀ ਨਹੀਂ ਸੀ। ਸਵਾਲ ਇਹ ਸਵਾਲ ਇਹਨਾਂ ਨੇ ਚੰਗੀ ਤਰ੍ਹਾਂ ਦਾ ਜਵਾਬ ਨਹੀਂ ਸੁਣਿਆ। ਮੈਂ ਕਿਹਾ ਵੀ ਜਿੰਨੀਆਂ ਬਣਾਈਆਂ ਸੀਗੀਆਂ ਅੱਜ ਬੰਦ ਪਈਆਂ, ਕਿਉਂ ਬੰਦ ਪਈਆਂ ਜੀ? ਅੱਜ ਚਲਦੀਆਂ ਹੁੰਦੀਆਂ ਤੇ ਲੋਕੀ ਉਹ ਐਂਬੂਲੈਂਸ ਮੰਗਾਉਣ 'ਚ ਦਿੱਕਤ ਨਾ ਆਉਂਦੀ, ਪਹਿਲੀ ਗੱਲ। ਹੁਣ ਦੂਜੀ ਗੱਲ ਹੈ ਵੀ ਦੋ ਸੈਕਟਰ ਤੇ ਕੰਮ ਕਰਨਾ ਜ਼ਰੂਰੀ ਹੈ ਇਸ ਟਾਈਮ। ਜੇ ਆਪਣਾ ਮਾਈਂਡ ਆਜ਼ਾਦ ਕਰਨਾ, ਜੇ ਫੋਰਨ ਦੀ ਹੈ, ਜੇ ਜਿੱਦਾਂ ਮੈਂ ਵੀ ਫੋਰਨ ਕੰਟਰੀ ਘੁੰਮਦਾ, ਤੁਸੀਂ ਵੀ ਦੇਖਦੇ ਹੋ, ਹਰ ਚੀਜ਼ ਆਪਾਂ ਦੇਖਦੇ ਹਾਂ। ਪਹਿਲਾ ਸਟੱਡੀ ਤੇ ਦੂਜਾ ਮੈਡੀਕਲ। ਜੇ ਮੈਡੀਕਲ ਤੇ ਸਟੱਡੀ ਦੇ ਉੱਤੇ ਆਪਾਂ ਵਰਕ ਕਰ ਲਾਂਗੇ ਨਾ ਤੇ ਤੀਜੀ ਕੋਈ ਚੀਜ਼ ਬੰਦੇ ਤੇ ਬੋਝ ਨਹੀਂ ਹੈ। ਅਸੀਂ ਮਰਦੇ ਕੀ ਆ, ਹਾਏ ਮਰ ਜਾਾਂਗੇ। ਸਾਡੇ ਕੋਲ ਅੱਜ ਮੈਂ ਕਹਿ ਰਿਹਾ ਵੀ ਬਾਰ-ਬਾਰ ਕਹਿ ਰਿਹਾ ਕਿ 23,000 ਵਾਲਾ 7 ਲੱਖ 'ਚ ਟੀਕਾ ਵਿਕ ਸਕਦਾ। ਇੱਕ ਬੈੱਡ ਲੈਣ ਵਾਸਤੇ ਸਿਫਾਰਸ਼ਾਂ ਲੜਾਉਣੀਆਂ ਪੈਂਦੀਆਂ। ਤੋ ਇਹ ਕਹਿੰਦੇ ਵੀ ਭੰਗੜਾ ਪਾਉਂਦੇ ਜੀ, ਬੜਾ ਚੰਗਾ ਸਮਝਦੇ। ਮੈਂ ਨਹੀਂ ਚੰਗਾ ਸਮਝਦਾ। ਪਤਾ ਨਹੀਂ ਕਦੋਂ ਮੌਤ ਕਿਸੇ ਦੀ ਵੀ ਆ ਸਕਦੀ ਆ। ਮੈਂ ਬੇਨਤੀ ਕਰਾਂਗਾ, ਟੀਮ ਵਰਕ ਦੀ ਇਹਨਾਂ ਨੇ ਗੱਲ ਕੀਤੀ। ਅੱਜ ਆਪਾਂ ਚੱਲਦੇ ਹਾਂ ਚਾਰੋਂ, ਹੁਣੇ ਚੱਲਦੇ ਹਾਂ। ਚਲੋ ਆਪਾਂ ਸਾਰੇ ਵੜਦੇ ਆ ਨਾ, ਬੜੇ ਵਧੀਆ ਆਪਾਂ ਸੋਸ਼ਲ ਵਰਕ ਕਰਦੇ, ਚਾਰੋਂ ਚੱਲਦੇ ਹਸਪਤਾਲ। ਦੇਖਦੇ ਆਪਾਂ ਕਿੰਨੀ ਕੁ ਮਦਦ ਕਰ ਸਕਦੇ। ਸਾਡੇ ਹੱਥ ਕੁਝ ਨਹੀਂ ਹੈ। ਅਸੀਂ ਕਰੋਨਾ ਵਾਲੇ ਬੰਦੇ ਨੂੰ ਹੱਥ ਨਹੀਂ ਲਗਾ ਸਕਦੇ। ਅਸੀਂ ਉੱਥੇ ਆਕਸੀਜਨ ਆਪਣੇ ਵੱਲੋਂ ਪੈਦਾ ਨਹੀਂ ਕਰ ਸਕਦੇ। ਦੱਸੋ ਕੀ ਚਾਹੀਦਾ? ਅਸੀਂ ਕਰਨ ਨੂੰ ਤਿਆਰ ਆ। ਅਸੀਂ ਟੀਮ ਵਰਕ ਤੋਂ ਨਹੀਂ ਭੱਜਦੇ। ਪਰ ਅੱਜ ਪੰਜਾਬ ਦੇ ਲੋਕ ਜਵਾਬ ਮੰਗ ਰਿਹਾ, ਦੇਸ਼ ਨੂੰ ਜਵਾਬ ਮੰਗ ਰਿਹਾ। ਪਰ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ। ਅਸੀਂ ਪੰਜਾਬ 'ਚ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਸਿਰਫ ਕਾਂਗਰਸ ਵਾਲੇ ਮੇਰੇ ਵੀਰ ਖੜੇ ਆ, ਕਿੰਨੇ ਵੈਂਟੀਲੇਟਰ ਇਹਨਾਂ ਨੇ ਪੈਦਾ ਕਰਤੇ? ਪਤਾ ਲੱਗ ਗਿਆ ਵੀ ਇਹ ਬਿਮਾਰੀ ਆ ਗਈ ਆ, ਠੀਕ ਹੈ। ਇਹ ਦੱਸ ਦੇਣ ਆਕਸੀਜਨ ਪਲਾਂਟ ਕਿੰਨੇ ਲਗਾਤੇ, ਕਿੰਨੀਆਂ ਐਂਬੂਲੈਂਸਾਂ ਹੋਰ ਚਲਾਤੀਆਂ, ਮੈਨੂੰ ਦੱਸ ਦੇਣਾ। ਫਿਰ ਸਾਨੂੰ ਵੀ ਲੱਗੇ ਇੱਕ ਬੰਦੇ ਨੇ ਨਾ ਜਵਾਬ ਲੈਂਦੇ ਆ। ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ, ਇੱਕ ਬੰਦੇ ਨੇ ਨਾ ਇੱਕ ਬਿਆਨ ਦੇਤਾ ਕਿ ਇੱਥੇ ਸਿਵਲ ਹਸਪਤਾਲ 'ਚ ਵੈਂਟੀਲੇਟਰ ਨਹੀਂ ਹੈ। ਉਹ 'ਤੇ ਦੇਸ਼ ਦਰੋਹ ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਚਾਹੇ ਇਹਨਾਂ ਦੀ ਪਾਰਟੀ ਦਾ ਹੀ ਬੰਦਾ ਮੇਰਾ ਦੋਸਤ ਹੋਊਗਾ, ਠੀਕ ਹੈ, ਪਰ ਉਹ ਕੀ ਸੱਚ ਬੋਲਣਾ ਦੇਸ਼ ਦਰੋਹ ਹੈ? ਜੇ ਸੱਚ ਬੋਲਣਾ ਦੇਸ਼ ਦਰੋਹ ਹੈ ਇਸ ਦੇਸ਼ ਦੇ ਵਿੱਚ, ਤੇ ਫਿਰ ਸਾਰੇ ਹੀ ਦੇਸ਼ ਦਰੋਹੀ ਹੈ। ਮੈਂ ਤਾਂ ਇਹ ਕਹਿਣਾ ਚਾਹੁੰਦਾ। ਗੁਰਦੀਪ ਸਿੰਘ ਗੋਸ਼ਾ ਦੇ ਸਵਾਲ ਕੀਤਾ, ਉਹਦਾ ਜਵਾਬ ਦੇ ਦਿਓ ਵੀ ਕਿੰਨੇ ਕੁ ਵੈਂਟੀਲੇਟਰ ਪੈਦਾ ਕਰਤੇ, ਕਿੰਨੀਆਂ ਕੁ ਐਂਬੂਲੈਂਸਸ ਪੈਦਾ ਕਰਤੀਆਂ, ਉਹਦੇ ਬਾਰੇ ਦੱਸੋ। ਦੇਖੋ, ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹਿ ਕੇ ਹਟਿਆ ਵਾਂ, ਜਿਹੜੀ ਇਹ ਗਿਣਤੀ ਜਾਂ ਜਿਹੜੀ ਇਹਨਾਂ ਦੀ ਜਿਹੜੀ ਸੰਖਿਆ ਹੈ, ਉਹ ਮੇਰੇ ਵਾਲੇ ਜਿਹੜਾ ਸਿਸਟਮ ਹੈ, ਮੈਂ ਤਾਂ ਲੋਕਲ ਬੋਡੀ ਦੇ ਵਿੱਚ ਦੱਸ ਸਕਦਾ ਜੇ ਕੁਝ ਹੋਇਆ। ਪਰ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਨਾ। ਜਾਣਕਾਰੀ ਤੇ ਹੁਣ ਮੈਂ ਤੁਹਾਨੂੰ ਪੁੱਛਾਂ ਵੀ ਉਹ ਕਿੰਨੇ ਕਾਉਂਸਲਰ ਹੈ ਤੇ ਕੀ ਉੱਥੇ ਬਜਟ ਸੀ ਪਿਛਲਾ, ਤੁਸੀਂ ਦੱਸ ਦੋਗੇ? ਤੁਸੀਂ ਨਹੀਂ ਦੱਸ ਸਕਦੇ। ਤੁਹਾਡੀ ਆਪਣੀ ਸਰਕਾਰ ਹੈ। ਮੈਂ ਕਿਹਾ ਮੇਰੀ ਸਰਕਾਰ ਹੈ ਤੇ ਮੈਂ ਉਸ ਸਰਕਾਰ ਦਾ ਕੋਈ ਸੁਪਰਮੈਨ ਨਹੀਂ ਹੈਗਾ ਕਿ ਮੈਨੂੰ ਸਾਰੀ ਨੌਲੇਜ ਹੋਵੇ ਸਾਰੀ ਸਰਕਾਰ ਦੀ। ਇਹ ਤਾਂ ਸਰਕਾਰ ਦੱਸ ਸਕਦੀ, CMO ਦੱਸ ਸਕਦਾ ਜਾਂ ਸਾਡਾ SMO ਦੱਸ ਸਕਦਾ ਉਹ ਸਿਵਲ ਦੇ ਵਿੱਚ। ਪਹਿਲਾਂ ਮੈਂ ਜਵਾਬ ਇੱਕ ਮਿੰਟ, ਇੱਕ ਬੋਲਣਾ ਚਾਹੁੰਦੇ ਸੀ ਕੁਝ। ਜਿਹੜੀ ਗੁਰਦੀਪ ਜੀ ਨੇ ਗੱਲ ਕੀਤੀ ਹੈ ਕਿ ਕਿੰਨੇ ਵੈਂਟੀਲੇਟਰ ਹੈ, ਲਗਭਗ ਸਾਡੇ ਸਿਵਲ ਹਸਪਤਾਲ 'ਚ ਨਾ 20 ਵੈਂਟੀਲੇਟਰ ਨੇ। ਤੇ ਜੇ ਤੁਸੀਂ ਕੇਸ ਦੇਖੋਗੇ ਨਾ, ਹਜ਼ਾਰਾਂ ਦੀ ਗਿਣਤੀ 'ਚ ਕੇਸ ਆ ਰਿਹਾ। ਤੇ ਤੁਸੀਂ ਫੈਕਟਸ ਦੇਖੋ, ਲੁਧਿਆਣੇ 'ਚ ਸਭ ਤੋਂ ਵੱਧ ਹਸਪੀਟਲ ਨੇ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਲੁਧਿਆਣੇ ਸਭ ਤੋਂ ਵੱਧ ਨੇ। CMC ਇੱਥੇ, DMC ਇੱਥੇ, ਫੋਰਟਿਸ ਇੱਥੇ, ਦੀਪ ਇੱਥੇ, GTB ਇੱਥੇ, ਹਰ ਨੰਬਰ ਆਫ ਹਸਪੀਟਲਸ ਹੈਗੇ ਆ। ਪਰ ਫਿਰ ਵੀ ਜਿਹੜੀ ਸਾਡੀ ਲੁਧਿਆਣਾ ਪ੍ਰਸ਼ਾਸਨ ਹੈ, ਇਸ ਮਹਾਮਾਰੀ ਨੂੰ ਸਾਂਭ ਨਹੀਂ ਸਕੀ, ਕੰਟਰੋਲ ਨਹੀਂ ਕਰ ਸਕੀ। ਅੱਜ ਵੀ ਲੋਕ ਮਰ ਰਹੇ ਨੇ, ਨਾ ਉਹਨਾਂ ਨੂੰ ਵੈਂਟੀਲੇਟਰ ਮਿਲ ਰਿਹਾ, ਨਾ ਉਹਨਾਂ ਨੂੰ ਬੈੱਡ ਮਿਲ ਰਿਹਾ, ਨਾ ਉਹਨਾਂ ਨੂੰ ਆਕਸੀਜਨ ਮਿਲ ਰਿਹਾ, ਨਾ ਉਹਨਾਂ ਨੂੰ ਡਾਕਟਰ ਮਿਲ ਰਿਹਾ, ਨਾ ਉਹਨਾਂ ਨੂੰ ਨਰਸ ਮਿਲ ਰਿਹਾ, ਨਾ ਉਹਨਾਂ ਨੂੰ ਇਲਾਜ ਮਿਲ ਰਿਹਾ, ਕੁਝ ਵੀ ਨਹੀਂ ਮਿਲ ਰਿਹਾ। ਜੇ ਭਰਤੀ ਕਰ ਲੈਂਦੇ ਨਾ, ਅੱਧੇ ਤੋਂ ਵੱਧ ਬੰਦੇ ਡਿਪਰੈਸ਼ਨ ਨਾਲ ਮਰ ਗਏ। ਵਿਲ ਪਾਵਰ ਖਤਮ ਕੀਤੀ ਜਾ ਰਹੀ ਹੈ ਸਾਡੀਆਂ ਸਰਕਾਰਾਂ ਵੱਲੋਂ। ਸਰਕਾਰ ਦਾ ਕੰਮ ਕੀ ਹੁੰਦਾ? ਸਾਡਾ ਇਮਿਊਨ ਸਿਸਟਮ ਮੈਂਟਲੀ ਵੀ ਸਟਰੋਂਗ ਕਰਨਾ, ਸਾਨੂੰ ਮੈਂਟਲੀ ਸਟਰੋਂਗ ਕਰਨਾ। ਪਰ ਸਾਡੀਆਂ ਸਰਕਾਰਾਂ ਨੇ ਸਾਨੂੰ ਮੈਂਟਲੀ ਵੀ ਵੀਕ ਕਰਤਾ। ਇੰਨਾ ਪੈਨਿਕ ਮਾਹੌਲ ਬਣਾਤਾ, ਇੰਨਾ ਇਹ ਪਤਾ ਨਹੀਂ ਇਹਦੇ ਪਿੱਛੇ। ਮੈਂਟਲੀ ਤੁਸੀਂ ਕਹਿ ਰਹੇ ਹੋ ਵੀਕ ਕਰਤਾ, ਮਿਸ਼ਨ ਫਤਿਹ ਦੇ ਨਾਰੇ ਲਾਏ ਜਾ ਰਹੇ ਆ, ਕਾਫੀ ਵੀਡੀਓ ਪੋਸਟਿਵ ਬਣਾਈਆਂ ਜਾ ਰਹੀਆਂ, ਪਰ ਤੁਸੀਂ ਕਹਿ ਰਹੇ ਹੋ ਮੈਂਟਲੀ ਵੀਕ ਕਰਤਾ। ਦੇਖੋ, ਮਿਸ਼ਨ ਫਤਿਹ ਦੇ ਜਿਹੜੇ ਬੋਰਡ ਲਗਾਏ ਜਾ ਰਹੇ ਆ ਨਾ, ਜੋ ਹੀ ਖਰਚਾ ਹੈ ਹਸਪੀਟਲਸ ਤੇ ਕਰ ਦਿੰਦੇ ਨਾ, ਤੇ ਅੱਜ ਆਪਾਂ ਜਾਨਾਂ ਬਚਾ ਸਕਦੇ ਸੀ। ਕੀਮਤੀ ਜਾਨ ਹੁੰਦੀ ਆ। ਮੈਂ ਕਹਿੰਦਾ ਜਿਹੜੇ ਲੋਕਾਂ ਦੇ ਜਿਹੜੇ ਘਰਾਂ ਦੇ ਘਰ ਉਜੜ ਗਏ ਨਾ, ਉਹਨਾਂ ਨੇ ਇੱਕ ਵਾਰੀ ਪੁੱਛ ਕੇ ਦੇਖੋ, ਇੱਕ ਬਿਆਨ ਲੈ ਕੇ ਦੇਖੋ, ਉਹਨਾਂ ਦਾ ਨਾਂ ਪੂਰਾ ਹੋਣ ਵਾਲਾ ਘੱਟ ਆ, ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ। ਇਹ ਹਾਲਾਤ, ਇਹਦਾ ਜ਼ਿੰਮੇਵਾਰ ਕੌਣ ਹੈ? ਸਾਡੀਆਂ ਸਰਕਾਰਾਂ। ਤੇ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ, ਤੇ ਵੋਟ ਕੀ ਦੇ ਕੇ ਪਾਉਂਦੇ ਹੋ? ਕਿ ਸਾਡੇ ਦੇਸ਼ 'ਚ ਸਿਰਫ ਇਹ ਪ੍ਰਾਇੋਰਟੀ ਆ, ਧਰਮਾਂ ਦੇ ਨਾਮ ਤੇ ਵੋਟਾਂ ਪਾਣੀਆਂ, ਜਾਤਾਂ ਦੇ ਨਾਮ ਤੇ ਵੋਟਾਂ ਪਾਣੀਆਂ, ਜਾਂ ਕੋਈ ਤੁਹਾਨੂੰ ਇਹ ਵੀ ਗੁੰਮਰਾਹ ਕਰੀ ਜਾਂਦਾ ਉਹਦੇ ਨਾਮ ਤੇ ਵੋਟਾਂ ਪੈਣੀਆਂ? ਪਹਿਲੇ ਤੁਸੀਂ ਆਪਣੀ ਵੋਟ ਦੀ ਵੈਲਿਊ ਤਾਂ ਸਮਝੋ।
ਅੱਜ ਅਸੀਂ ਕੰਪੇਅਰ ਕਰਦੇ ਆ ਬਾਹਰਲੇ ਦੇਸ਼ਾਂ ਨੇ ਬੜੀ ਤਰੱਕੀ ਕਰ ਲਈ, ਬਾਹਰਲੇ ਦੇਸ਼ਾਂ ਹੈਲਥ ਕੇਅਰ ਸਿਸਟਮ ਬੜਾ ਇੰਪਰੂਵ ਹੋ ਗਿਆ, ਪਰ ਉਹਨਾਂ ਵਰਗੇ ਵੋਟਰ ਵੀ ਤਾਂ ਬਣੋ। ਆਪਾਂ ਕੀ ਦੇਖ ਕੇ ਵੋਟ ਪਾਉਂਦੇ ਆ? ਅਸੀਂ दारू ਪਿੱਛੇ ਨਾ, ਪੈਸੇ ਪਿੱਛੇ ਅਸੀਂ ਜ਼ਮੀਰਾਂ ਵੇਚ ਦਿੰਦੇ ਆ, ਫਿਰ ਬਾਅਦ ਚ ਆਪਾਂ ਰੋਂਦੇ ਫਿਰਦੇ ਆ। ਆਹ ਜ਼ਮੀਰਾਂ ਵੇਚਣ ਦਾ ਨਤੀਜਾ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ। ਆ ਲੋਕ ਮਾਰ ਰਹੇ ਨੇ, ਦਿੱਲੀ 'ਚ ਦੇਖ ਲਓ, ਯੂਪੀ 'ਚ ਦੇਖ ਲਓ, ਗੁਜਰਾਤ 'ਚ ਹੀ ਦੇਖ ਲਓ, ਜਿਹੜਾ ਸਾਡੇ ਪ੍ਰਧਾਨ ਮੰਤਰੀ ਜੀ ਦਾ ਸ਼ਹਿਰ ਹੈ ਉੱਥੇ ਹੀ ਦੇਖ ਲਓ, ਲੋਕ ਉੱਥੇ ਮਾਰ ਰਹੇ ਨੇ। ਅੱਜ ਬੰਗਾਲ 'ਚ ਦੇਖੋ, ਹਰ ਦੂਜੇ ਬੰਦੇ ਨੂੰ ਕਰੋਨਾ ਹੋ ਰਿਹਾ ਉੱਥੇ। ਇਹ ਸਾਡੇ ਲੀਡਰ ਨੂੰ ਪਰਵਾਹ ਹੀ ਨਹੀਂ ਸਾਡੀ ਜਾਨਾਂ ਦੀ, ਤੇ ਲੋਕ ਕਿਵੇਂ ਬਚਣਗੇ? ਕਿਵੇਂ ਬਚਣਗੇ ਦੱਸੋ? ਇਹ ਸਹੂਲਤਾਂ ਸਰਕਾਰਾਂ ਨੇ ਦੇਣੀਆਂ ਹੁੰਦੀਆਂ, ਕਿਉਂਕਿ ਅਸੀਂ ਟੈਕਸ ਭਰਦੇ ਆ, ਦਿਨ ਰਾਤ ਮਿਹਨਤਾਂ ਕਰਕੇ ਅਸੀਂ ਟੈਕਸ ਭਰਦੇ ਆ, ਹਰ ਚੀਜ਼ ਤੇ ਟੈਕਸ ਭਰਦੇ ਆ, ਜਨਮ ਸਰਟੀਫਿਕੇਟ ਤੋਂ ਲੈ ਕੇ ਮਰਨ ਸਰਟੀਫਿਕੇਟ ਤੱਕ ਟੈਕਸ ਭਰਦੇ ਆ, ਗੱਡੀ ਖਰੀਦਦੇ ਆ ਤਾਂ ਰੋਡ ਟੈਕਸ ਭਰਦੇ ਆ, ਗੱਡੀ ਚਲਾਉਂਦੇ ਆ ਤਾਂ ਟੋਲ ਟੈਕਸ ਭਰਦੇ ਆ, ਕੱਪੜੇ ਲੀੜੇ ਖਰੀਦਦੇ ਆ ਤਾਂ ਟੈਕਸ ਭਰਦੇ ਆ, ਬਾਹਰ ਰੋਟੀ ਖਾਂਦੇ ਆ ਤਾਂ ਟੈਕਸ ਭਰਦੇ ਆ, ਹਰ ਚੀਜ਼ ਤੇ ਪੈਟਰੋਲ ਡੀਜ਼ਲ ਪਾਉਂਦੇ ਆ ਤਾਂ ਟੈਕਸ ਭਰਦੇ ਆ, ਬਿਜਲੀ ਦਾ ਬਿੱਲ ਭਰਦੇ ਆ ਤਾਂ ਟੈਕਸ ਭਰਦੇ ਆ, ਸੀਵਰੇਜ ਦਾ ਬਿੱਲ ਭਰਦੇ ਆ ਤਾਂ ਟੈਕਸ ਭਰਦੇ ਆ। ਉਹਦੇ ਬਦਲੇ ਸਾਨੂੰ ਕੀ ਮਿਲਿਆ? ਅੱਜ ਸਾਹ ਲੈਣ ਨੂੰ ਵੀ ਨਹੀਂ ਮਿਲ ਰਹੇ, ਆਕਸੀਜਨ ਨਹੀਂ ਮਿਲ ਰਹੀ ਲੋਕਾਂ ਨੂੰ। ਇਹ ਬਚਾਣਗੇ ਦੇਸ਼ ਨੂੰ? ਇਹਨਾਂ ਨੂੰ ਸਿਰਫ ਆਪਣੀ ਕੁਰਸੀ ਨਾਲ ਪਿਆਰ ਹੈ, ਲੋਕਾਂ ਦੀਆਂ ਜਾਨਾਂ ਨਾਲ ਕੋਈ ਪਿਆਰ ਨਹੀਂ। ਇਹ ਫੈਕਟਸ ਬੋਲ ਰਹੇ ਆ, ਫੈਕਟਸ ਬੋਲ ਰਹੇ ਆ। ਪੰਜਾਬ ਦਾ ਖਜ਼ਾਨਾ ਹਜੇ ਤੱਕ ਭਰਿਆ ਕਿ ਨਹੀਂ ਭਰਿਆ? ਸਰਕਾਰ ਨੂੰ 4.5 ਸਾਲ ਹੋ ਗਏ, ਹਜੇ ਤੱਕ ਭਰਿਆ ਕਿ ਨਹੀਂ ਭਰਿਆ? ਮੈਂ ਕਹਿ ਰਿਹਾ ਵੀ ਟੈਕਸ ਦਿੰਦੇ ਆ, ਤਾਂ ਹੀ ਮੈਂ ਸਵਾਲ ਪੁੱਛਿਆ। ਮੈਂ ਕੋਮਲ ਗਰਨੂਰ ਜੀ ਨੂੰ ਇੱਕ ਸਵਾਲ ਕਰਨਾ ਚਾਹੁੰਦਾ। ਉਹ ਬੀਜੇਪੀ ਵਾਲੇ ਖੜੇ ਆ, ਇਹ ਅਕਾਲੀ ਦਲ ਵਾਲੇ ਖੜੇ, ਮੈਂ ਕਾਂਗਰਸ ਵਾਲ ਖੜਾ। ਉਹ ਸਾਡੇ ਵੱਲ ਇਸ਼ਾਰਾ ਕਰਕੇ ਕਹਿੰਦੇ ਆ ਜੀ ਇਹ ਇੱਦਾਂ ਕਰਦੇ ਆ, ਇਹ ਇੱਦਾਂ ਕਰਦੇ ਆ। ਪਹਿਲਾਂ ਵਾਪਸ ਜਾਓ, ਉਹਨਾਂ ਨੂੰ ਇੱਕ ਕੁਐਸਚਨ ਪੁੱਛੋ ਵੀ ਕੌਣ ਆ ਕੇ ਇੱਥੇ ਰਾਜ ਕਰੇਗਾ ਤੇ ਕੌਣ ਵੈਂਟੀਲੇਟਰ ਲਿਆਏਗਾ ਤੇ ਕੌਣ ਕਰੇਗਾ? ਪੁੱਛੋ ਉਹਨਾਂ ਨੂੰ। ਕਿਹਦੇ ਵੱਲੋਂ ਚੁਣੇ ਤਾਂ ਤੁਸੀਂ? ਚੁਣੀ ਤਾਂ ਸਰਕਾਰ ਹੈ, ਸਰਕਾਰ ਤੋਂ ਹੀ ਪੁੱਛਿਆ ਜਾਊਗਾ। ਜਦੋਂ ਤੁਸੀਂ ਲੋਕਾਂ 'ਚ ਵਿਚਰਦੇ ਹੋ, ਲੋਕੀ ਤੁਹਾਨੂੰ ਹਾਰ ਪਾਉਂਦੇ, ਤਾਂ ਸਵਾਲ ਵੀ ਤੁਹਾਨੂੰ ਹੀ ਪੁੱਛਿਆ ਜਾਏਗਾ। ਬਿਲਕੁਲ ਪੁੱਛਿਆ ਜਾਏਗਾ। ਉਹ ਗੱਲ ਮੈਂ ਹੁਣੇ ਕਹਿ ਕੇ ਹਟਿਆ ਵਾਂ ਕਿ ਸਰਕਾਰ ਜਿਹੜਾ ਸੱਤਾ, ਇਹ ਸਵਾਲ ਸੱਤਾ ਨੂੰ ਹੀ ਹੋਣਾ, ਦੂਜੇ ਨੂੰ ਨਹੀਂ ਹੋਣਾ। ਪਰ ਮੈਂ ਉਹਨਾਂ ਨੂੰ ਇਹੀ ਪੁੱਛਣਾ ਚਾਹੁੰਦਾ ਵੀ ਉਹ ਕਿਹਦੀ ਸਰਕਾਰ ਲਿਆਉਣਾ ਚਾਹੁੰਦੇ? ਉਹ ਦੱਸਣ ਤੇ ਸਹੀ ਸਾਨੂੰ ਵੀ ਇੱਧਰ ਨੂੰ ਇਸ਼ਾਰਾ ਕਰਦੇ ਆ। ਹੁਣ ਇਹ ਨਹੀਂ ਪਤਾ ਵੀ ਇਹ ਗੋਸ਼ਾਈ ਵਾਲ ਕਰਦੇ ਆ। ਤੁਸੀਂ ਕਹਿ ਰਹੇ ਹੋ ਵੀ ਕੋਈ ਹੋਰ ਆਪਸ਼ਨ ਨਹੀਂ ਹੈ, ਤੁਸੀਂ ਇਹ ਕਹਿ ਰਹੇ ਹੋ ਨਾ ਵੀ ਕੋਈ ਹੋਰ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕਿਹਦੀ ਸਰਕਾਰ ਲਿਆਉਣਾ ਚਾਹੁੰਦੇ? ਜਵਾਬ ਲੈਂਦੇ, ਇੱਕ ਮਿੰਟ ਕਹਿੰਦਾ ਜਵਾਬ ਲੈਂਦੇ ਆ, ਜਵਾਬ ਦਿਓ। ਪੰਜਾਬ ਚਾਹੁੰਦਾ ਪੰਜਾਬ ਦੇ ਲੋਕਾਂ ਦੀ ਸਰਕਾਰ। ਹਲੇ ਤੱਕ ਬੰਦੀ ਆਈ ਹੈ ਕੈਪਟਨ ਦੀ ਸਰਕਾਰ, ਹਲੇ ਤੱਕ ਬੰਦੀ ਆਈ ਹੈ ਬਾਦਲ ਦੀ ਸਰਕਾਰ, ਹਲੇ ਤੱਕ ਲੋਕਾਂ ਦੀ ਸਰਕਾਰ ਨਹੀਂ ਬਣੀ। ਜਿਸ ਦਿਨ ਲੋਕਾਂ ਦੀ ਸਰਕਾਰ ਬਣ ਗਈ ਨਾ, ਉਸ ਦਿਨ ਬਦਲਾਅ ਆ ਜਾਊਗਾ। ਹਲੇ ਤੱਕ ਲੋਕਾਂ ਦੀ ਸਰਕਾਰ ਹੀ ਨਹੀਂ ਬਣੀ। ਆਮ ਲੋਕਾਂ ਦੀ ਗੱਲ ਕੌਣ ਕਰ ਰਿਹਾ? ਆਮ ਲੋਕਾਂ ਦੀ ਗੱਲ ਕੌਣ ਕਰ ਰਿਹਾ? ਦੱਸੋ ਤਾਂ ਸੀ। ਜਿਹੜਾ ਕੁਰਸੀ 'ਚ ਬਹਿ ਜਾਂਦਾ ਉਹਨੂੰ ਸੱਤਾ ਦਾ ਨਸ਼ਾ ਚੜ ਜਾਂਦਾ, ਆਮ ਲੋਕ ਫਿਰ ਰੁੱਲਣ ਲੱਗ ਜਾਂਦੇ ਆ। ਇਹਨਾਂ ਦੇ ਰਾਹ ਦੇ ਵਿੱਚ ਨੌਜਵਾਨ ਨਸ਼ੇੜੀ ਨਹੀਂ ਬਣਿਆ ਕਿ ਇਹਨਾਂ ਦੇ ਰਾਹ ਦੇ ਵਿੱਚ ਨੌਜਵਾਨ ਨਿਰਾਸ਼ ਹੋ ਕੇ ਬਾਹਰਲੇ ਦੇਸ਼ਾਂ ਨੂੰ ਨਹੀਂ ਭੱਜਿਆ? ਅੱਜ ਕਹਿੰਦੇ ਕਿ ਸਾਡੇ ਵਰਗਾ ਰਾਜ ਨਹੀਂ ਦਿੱਤਾ। ਹੁਣ ਅੱਜ ਕਾਂਗਰਸ ਦੀ ਦੇਖ ਲਓ, ਸਿਰਫ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਠੀਕ ਹੈ, ਵਨ ਆਫ ਦਾ ਸੇਮ ਥਿੰਗ। ਸਿਰਫ ਲੋਕਾਂ ਨੂੰ ਮੂਰਖ ਬਣਾਉਂਦੀਆਂ, ਸਟ੍ਰੈਟਜੀਆਂ ਬਣਾਈ ਜਾਂਦੀਆਂ, ਲੋਕਾਂ ਨੂੰ ਮੂਰਖ ਬਣਾਉਂਦੀਆਂ। ਇਸ ਗੱਲ ਦਾ ਜਵਾਬ ਇਹ ਹੈ, ਪਹਿਲਾਂ ਕਾਂਗਰਸ 'ਚ, ਫਿਰ ਆਵਾਜ਼ੇ ਕੌਮ, ਫਿਰ ਇਹਨਾਂ ਨੇ ਆਮ ਆਦਮੀ ਪਾਰਟੀ। ਇਹਨਾਂ ਦਾ ਕੋਈ ਸਟੈਂਡ ਨਹੀਂ ਹੈ। ਜਦ ਤੱਕ ਇਹਨਾਂ ਨੂੰ ਤੁਸੀਂ ਇਕੱਲਿਆਂ ਨੂੰ ਸੀਐਮ ਨਹੀਂ ਨਾ ਬਣਾ ਦੋਗੇ, ਇਕੱਲੇ ਇੱਕ ਐਮਐਲਏ ਨੂੰ, ਤਦ ਤੱਕ ਇਹਨਾਂ ਨੂੰ ਸਾਹ ਨਹੀਂ ਨਾ। ਫਿਰ ਇਹ ਸਮਝਣਗੇ ਕਿ ਪੰਜਾਬ 'ਚ ਸਾਡਾ ਮਤਲਬ ਲੋਕਾਂ ਦਾ ਰਾਜ ਆ ਗਿਆ। ਗਲਤ ਹੈ। ਇੱਕ ਆਮ ਆਦਮੀ ਪਾਰਟੀ ਦੀ ਗੱਲ ਕਰਦੇ, ਕਿਸਾਨਾਂ ਦੀ ਗੱਲ ਕੀਤੀ, ਉੱਥੇ ਦਰਖਤਾਂ ਤੇ ਟੰਗੇ ਗਏ ਸੀ ਜਦੋਂ ਕੇਜਰੀਵਾਲ ਸਾਹਿਬ ਬੋਲ ਰਹੇ ਸੀਗੇ। ਇੱਕ ਝੂਠ ਦਾ ਕੇਜਰੀਵਾਲ ਦਾ ਨਾ ਬੜਾ ਵੱਡਾ ਗੱਲ ਕੀਤੀ ਗਈ ਸੀ, ਕਿਉਂਕਿ ਆਮ ਆਦਮੀ ਪਾਰਟੀ ਦੇ ਹਾਲੇ ਵੀ ਟੱਚ 'ਚ ਹੀ ਹੈ। ਉਹ ਗੱਲ ਵੱਡੀ ਕੀਤੀ ਜਾਂਦੀ ਸੀ ਕਿ ਹਸਪਤਾਲ ਬਣਾਤੇ, ਮੁਹੱਲਾ ਕਲੀਨਿਕ ਖੋਲਤੇ। ਕਿੱਥੇ ਗਏ? ਸ਼ੁਕਰ ਹੈ ਮੰਨੇ ਤਾਂ ਸੀ ਵੀ ਦਿੱਲੀ 'ਚ ਮੌਤਾਂ, ਪਹਿਲਾਂ ਤਾਂ ਮੰਨਦੇ ਹੀ ਨਹੀਂ ਸੀ। ਅੱਜ ਦਿੱਲੀ 'ਚ ਵੀ ਮੌਤਾਂ ਹੋ ਰਹੀਆਂ, ਪੰਜਾਬ 'ਚ ਵੀ ਮੌਤਾਂ ਰਹੀਆਂ, ਬਾਕੀ ਸ਼ਹਿਰਾਂ 'ਚ ਵੀ ਹੋ ਰਹੀਆਂ। ਹੁਣ ਚੇਂਜ ਹੋਣਾ, 3 ਤਰੀਕ ਤੋਂ ਬਾਅਦ ਬੰਗਾਲ 'ਚ ਵੀ ਮੌਤਾਂ ਹੋਣੀਆਂ ਸ਼ੁਰੂ ਹੋ ਜਾਣੀਆਂ। ਮੈਂ ਸਾਰਿਆਂ ਨੂੰ ਬੇਨਤੀ ਇਹ ਕਰਨਾ ਚਾਹੁੰਦਾ ਵੀ 2 ਸੈਕਟਰ ਦੇ ਉੱਤੇ ਵਰਕ ਕਰਨਾ ਜ਼ਰੂਰੀ ਹੈ। ਤੁਸੀਂ ਵੈਂਟੀਲੇਟਰ ਪੈਦਾ ਨਹੀਂ ਕੀਤੇ, ਤੁਸੀਂ ਆਕਸੀਜਨ ਪੈਦਾ ਨਹੀਂ ਕੀਤਾ, ਤੁਸੀਂ ਭਾਸ਼ਣਬਾਜ਼ੀ ਕਰਨ ਲੱਗ ਪੈਂਦੇ ਹੋ। ਸਿਰਫ ਤੁਸੀਂ ਦੱਸੋ ਵੀ ਖਹਿਰਾ ਸਾਹਿਬ ਨੇ ਆਪਣੇ ਹਲਕੇ ਦੇ ਵਿੱਚ ਕਰਦਾ ਕੰਮ? ਉੱਥੇ ਵੈਂਟੀਲੇਟਰ ਬਣਾਤੇ ਇਹਨਾਂ ਨੇ। ਝੂਠ ਦੀ ਦੁਕਾਨ ਨਾ ਚਲਾਈ ਜਾਵੇ। ਅੱਜ ਜ਼ਰੂਰਤ ਕੀ ਆ? ਦੇਖੋ, ਇੱਕ ਮੈਂ ਸੁਮਨ ਜੀ ਗੱਲ ਕਰਨਾ, 5 ਵਜ ਗਏ, ਤੁਸੀਂ ਦੇਖ ਲਓ ਦੁਕਾਨਾਂ ਸਾਰੀਆਂ ਬੰਦ ਹੋ ਗਈਆਂ। ਹੁਣ ਕਰੋਨਾ ਇੱਥੇ ਆ ਗਿਆ, ਹੁਣ ਸਾਨੂੰ ਵੀ ਡਰਨਾ ਚਾਹੀਦਾ। ਕਰੋਨਾ ਆ ਗਿਆ, ਪਰ ਸਾਨੂੰ ਡਰਨਾ ਤਾਂ ਚਾਹੀਦਾ। ਬਾਰ-ਬਾਰ ਕਹਿੰਦੇ ਆਤਮ ਨਿਰਭਰ ਹੋਣ ਦੀ ਜ਼ਰੂਰਤ ਹੈ, ਡਰਨਾ ਨਹੀਂ। ਮੈਂ ਆਪ ਕਹਿੰਦਾ ਨਹੀਂ ਡਰਨਾ, ਤੇ ਡਰਾਈ ਤੁਸੀਂ ਆਪ ਜਾਂਦੇ ਹੋ। ਡਰਾਓ ਨਾ, ਸਾਨੂੰ ਐਜੂਕੇਟ ਕਰੋ ਵੀ ਇਹ ਤੋਂ ਬਚਣਾ ਕਿੱਦਾਂ ਆ। ਠੀਕ ਹੈ, ਲੋਕ ਜੋ ਪਹਿਲਾਂ ਸਿੱਖਿਆ ਤੋਂ ਵਾਂਝੇ ਸੀ, ਸਿਹਤ ਸਹੂਲਤਾਵਾਂ ਤੋਂ ਵਾਂਝੇ ਸੀਗੇ, ਉਹ ਲੋਕ ਜੋ ਰੋਟੀ ਤੋਂ ਵਾਂਝੇ ਸੀ, ਨੌਕਰੀਆਂ ਤੋਂ ਵਾਂਝੇ ਸੀਗੇ, ਅੱਜ ਜੋ ਲੋਕ ਸਾਹਾਂ ਤੋਂ ਵਾਂਝੇ ਹੋ ਰਹੇ ਨੇ। ਆਕਸੀਜਨ ਉਹਨਾਂ ਨੂੰ ਪਹੁੰਚਾਈ ਜਾਵੇ, ਸਰਕਾਰਾਂ ਸਹੂਲਤਾਵਾਂ ਉਹਨਾਂ ਤੱਕ ਪਹੁੰਚਾਉਣ। ਇਹ ਮੌਤਾਂ ਜੋ ਲਗਾਤਾਰ ਹੋ ਰਹੀਆਂ ਨੇ, ਇਹਨਾਂ ਆંકੜਿਆਂ ਤੇ ਜਿਹੜੀ ਹੈ ਰੋਕ ਲੱਗੇ, ਫੁੱਲ ਸਟਾਪ ਲੱਗੇ, ਇਹੀ ਅਸੀਂ ਉਮੀਦ ਕਰਦੇ ਹਾਂ। ਤੇ ਇੱਥੇ ਜਿੰਨੇ ਵੀ ਲੀਡਰ ਖੜੇ ਹੋਏ ਨੇ ਉਹਨਾਂ ਦਾ ਆਉਣ ਦੇ ਲਈ ਧੰਨਵਾਦ। ਤੇ ਉਹਨਾਂ ਦੇ ਅੱਗੇ ਵੀ ਇਹੀ ਅਪੀਲ ਕਰਾਂਗੇ ਕਿ ਸਰਕਾਰਾਂ ਲੋਕ ਹਿੱਤ ਦੇ ਲਈ ਕੰਮ ਕਰਨ, ਲੋਕ ਭਲਾਈ ਦੇ ਲਈ ਕੰਮ ਕਰਨ। ਕੈਮਰਾਮੈਨ ਰਾਜਵਿੰਦਰ ਟੋਨੀ ਅਤੇ ਦਰਸ਼ਨ ਸਿੰਘ ਦਰਸ਼ੀ ਤੇ ਮੇਰੇ ਸਹਿਯੋਗੀ ਕੁੰਵਰਜੋਤ ਸਿੰਘ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।